ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਜਦੋਂ ਯੂਕਰੇਨ ਨਾਲ ਯੁੱਧ ਚੱਲਦਾ ਪਿਆ ਰਸ਼ੀਆ ਦਾ ਔਰ ਅਮਰੀਕਾ ਸਪੋਰਟ ਕਰਦਾ ਪਿਆ ਯੂਕਰੇਨ ਨੂੰ, ਇਸ ਦੌਰਾਨ ਅਮਰੀਕਾ ਦੀਆਂ ਸਰਹੱਦਾਂ ਜੋ ਸਮੁੰਦਰੀ ਸੀਮਾਵਾਂ ਨੇ ਉੱਥੇ ਚੀਨ ਤੇ ਰੂਸ ਨੇ ਆਪਣੇ ਯੁੱਧ ਦੇ ਬੇੜੇ ਭੇਜ ਦਿੱਤੇ ਨੇ ਔਰ 11 ਯੁੱਧ ਦੇ ਬੇੜੇ ਇਸ ਵਕਤ ਤੈਨਾਤ ਨੇ ਔਰ ਉਹ ਆਪਣਾ ਸੈਨਿਕ ਅਭਿਆਸ ਕਰਦੇ ਪਏ ਨੇ। ਇਸ ਨਾਲ ਅਮਰੀਕਾ ਨੂੰ ਚਿੰਤਾ ਹੋਣੀ ਹੀ ਸੀ ਤੇ ਉਸਨੇ ਆਪਣੇ 4 ਯੁੱਧ ਦੇ ਬੇੜੇ ਭੇਜ ਦਿੱਤੇ ਨੇ ਕਿ ਜੇ ਕੋਈ ਖਤਰਾ ਕੋਈ ਤਣਾਅ ਹੋਇਆ ਤਾਂ ਉਸ ਨਾਲ ਨਜਿੱਠਣ ਵਾਸਤੇ, ਜੋ ਕਿ ਮਿਜ਼ਾਈਲਾਂ ਨਾਲ ਲੈਸ ਨੇ ਤੇ ਡਿਸਟਰੋਇਰਸ ਉਹਨਾਂ ਦਾ ਨਾਂ ਹੈ। ਸੋ ਅਮਰੀਕਨ ਨੇਵੀ ਦੇ ਜਿਹੜੇ ਹੈਲੀਕਾਪਟਰਸ ਨੇ ਔਰ ਪਲੇਨਸ ਨੇ ਉਹ ਵੀ ਗਸ਼ਤ ਕਰ ਰਹੇ ਨੇ ਸੀਮਾਵਾਂ ਦੀ। ਪਰ ਇਹ ਸਭ ਕਿਉਂ ਹੋ ਰਿਹਾ ਹੈ ਇਸ ਵਕਤ? ਰਸ਼ੀਆ ਤੇ ਚੀਨ ਇਕੱਠੇ ਕਿਉਂ ਆ ਰਹੇ ਨੇ ਜਦਕਿ ਤਾਈਵਾਨ ਦਾ ਵੀ ਮਸਲਾ ਖੜਾ ਹੈ, ਯੂਕਰੇਨ ਦਾ ਮਸਲਾ ਤਾਂ ਪਹਿਲਾਂ ਹੀ ਖੜਾ ਹੈ ਔਰ ਰਸ਼ੀਆ ਔਰ ਚੀਨ ਇਕੱਠੇ ਆ ਕੇ ਅਮਰੀਕਾ ਦੇ ਉੱਤੇ ਕੋਈ ਦਬਾਅ ਪਾਉਣਾ ਚਾਹੁੰਦੇ ਨੇ? ਇਹ ਵੀ ਗੱਲ ਗੌਰ ਕਰਨ ਵਾਲੀ ਹੈ ਕਿਉਂਕਿ ਪਿੱਛੇ ਜੇ ਚੀਨ ਔਰ ਅਮਰੀਕਾ ਦੀ ਜੋ ਆਪਸ ਦੇ ਵਿੱਚ ਥੋੜ੍ਹੀ ਬਹੁਤ ਤਣਾਅ ਦੀ ਸਥਿਤੀ ਬਣੀ ਹੋਈ ਹੈ, ਉਹਦੇ ਵਿੱਚ ਅਮਰੀਕਾ ਨੇ ਆਪਣੀ ਨੇਵੀ ਦਾ ਬਹੁਤ ਜ਼ਿਆਦਾ ਪਰਸੈਂਟ ਜ਼ੋਰ ਲਗਾਇਆ ਹੋਇਆ ਹੈ ਇਸ ਚੀਜ਼ ਦੇ ਉੱਤੇ ਕਿ ਚੀਨ ਉਹਦੇ ਖਿਲਾਫ ਕੀ ਕਰਨ ਜਾ ਰਿਹਾ, ਖਾਸ ਕਰਕੇ ਸਪੇਸ ਦੇ ਵਿੱਚ ਜੋ ਸਰਵੇਲੈਂਸ ਦੇ ਵਾਸਤੇ ਸਾਰੇ ਗੈਜਟਸ ਇਸਤੇਮਾਲ ਕੀਤੇ ਜਾਂਦੇ ਨੇ। ਸੋ ਅਮਰੀਕਾ ਇਸ ਵਕਤ ਨੇਵੀ ਨੂੰ ਆਪਣੀ ਨੂੰ ਹਾਈ ਅਲਰਟ ਤੇ ਰੱਖ ਕੇ ਚੱਲ ਰਿਹਾ। ਸੋ ਇਹ ਤਾਂ ਹੈ ਸਥਿਤੀ ਬਣੀ ਹੋਈ ਔਰ ਨਾਲ ਦੂਜਾ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਅਮਰੀਕਾ ਨੇ ਕਿ ਮੰਗੋਲੀਆ ਦੇ ਨਾਲ ਇੱਕ ਡੀਲ ਸਾਈਨ ਕੀਤੀ ਹੈ ਕਿ ਮੰਗੋਲੀਆ ਕੋਲ ਜਿਹੜਾ ਰੇਅਰ ਅਰਥ ਹੈ, ਰੇਅਰ ਅਰਥ ਮਤਲਬ ਜੋ ਜ਼ਮੀਨ ਦੇ ਥੱਲੇ ਛੁਪੇ ਹੋਏ ਖਜ਼ਾਨੇ ਨੇ, ਅਮਰੀਕਾ ਨੇ ਉਹਨਾਂ ਦੇ ਨਾਲ ਇਹ ਡੀਲ ਕੀਤੀ ਹੈ ਕਿ ਮਿਲ ਕੇ ਮੰਗੋਲੀਆ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਅਮਰੀਕਾ ਦੀ ਐਡਮਿਨਿਸਟ੍ਰੇਸ਼ਨ ਔਰ ਉਹਨਾਂ ਦੀਆਂ ਟੀਮਸ ਉਹਨਾਂ ਰੇਅਰ ਖਣਿਜ ਪਦਾਰਥਾਂ ਨੂੰ, ਉਹਨਾਂ ਮਿਨਰਲਸ ਨੂੰ ਜ਼ਮੀਨ ਤੋਂ ਖੁਦਾਈ ਕਰਕੇ ਕੱਢੇਗੀ ਔਰ ਉਸ ਦਾ ਇਸਤੇਮਾਲ ਕੀਤਾ ਜਾਏਗਾ ਮੰਗੋਲੀਆ ਦੀ ਬਿਹਤਰੀ ਵਾਸਤੇ ਔਰ ਅਮਰੀਕਾ ਦੀਆਂ ਕੰਪਨੀਆਂ ਨੂੰ ਜਿੱਥੇ ਜਿੱਥੇ ਉਹ ਕੱਚਾ ਮਾਲ ਚਾਹੀਦਾ ਹੈ ਉਹ ਆਪਣੇ ਇਸਤੇਮਾਲ ਵਾਸਤੇ ਵੀ ਲੈਣਗੇ। ਇਸ ਡੀਲ ਨੇ ਚੀਨ ਨੂੰ ਫਿਕਰ ਪਾ ਦਿੱਤੀ ਹੈ ਕਿ ਅਮਰੀਕਾ ਮੰਗੋਲੀਆ ਦੇ ਨਾਲ ਆ ਰਿਹਾ ਹੈ ਔਰ ਇਹ ਪਿਛਲੇ ਪਾਸਿਓਂ ਜਿਵੇਂ ਘੇਰਾ ਪਾਈਦਾ ਨਾ ਉਵੇਂ ਚੀਨ ਨੂੰ ਘੇਰਾ ਪਾਉਣ ਦੀ ਇੱਕ ਕੋਸ਼ਿਸ਼ ਹੈ। ਸੋ ਇਹ ਸਾਰੀਆਂ ਪਰਿਸਥਿਤੀਆਂ ਬਣੀਆਂ ਹੋਈਆਂ ਨੇ ਇਸ ਵਕਤ ਇੰਟਰਨੈਸ਼ਨਲ ਲੈਵਲ ਦੇ ਉੱਤੇ ਔਰ ਸਾਰੇ ਵਿਸ਼ਵ ਦਾ ਇਹ ਧਿਆਨ ਹੈ ਕਿ ਜਿਹੜਾ ਇਹ ਸੈਨਿਕ ਅਭਿਆਸ ਰਸ਼ੀਆ ਤੇ ਚੀਨ ਮਿਲ ਕੇ ਕਰ ਰਹੇ ਨੇ ਇਸ ਦੇ ਰਿਜ਼ਲਟਸ ਕਿਤੇ ਅੱਗੇ ਨਾ ਵੱਧ ਜਾਣ, ਕਿਤੇ ਅਮਰੀਕਾ ਨੂੰ ਉਕਸਾਉਣ ਦੀ ਕੋਸ਼ਿਸ਼ ਨਾ ਹੋਵੇ। ਇਹ ਉਸ ਵੇਲੇ ਜਦੋਂ ਯੂਕਰੇਨ ਨੂੰ ਸਪੋਰਟ ਕਰ ਰਿਹਾ ਹੈ ਨਾਟੋ ਕੰਟਰੀਜ਼, ਸੋ ਅਮਰੀਕਾ ਸਿਰ ਕੱਢ ਹੈ ਉਹਦੇ ਵਿੱਚ, ਤਾਂ ਇਹ ਉਸ ਨੂੰ ਉਕਸਾਉਣ ਦੀ ਕੋਸ਼ਿਸ਼ ਨਾ ਹੋਵੇ ਔਰ ਕਿਤੇ ਇਹ ਯੁੱਧ ਦੇ ਵਿੱਚ ਤਬਦੀਲ ਨਾ ਹੋ ਜਾਏ। ਔਰ ਅਮਰੀਕਾ ਆਲਰੇਡੀ ਐਕਸਰਸਾਈਜ਼ ਕਰ ਰਿਹਾ ਹੈ 9 ਅਗਸਤ ਤੋਂ ਲੈ ਕੇ 18 ਅਗਸਤ ਤੱਕ ਪੂਰੇ 10 ਦਿਨਾਂ ਵਾਸਤੇ 22 ਟਾਈਮ ਜ਼ੋਨਸ ਦੇ ਵਿੱਚ ਪੂਰੀ ਦੁਨੀਆ ਦੇ ਜੋ ਸੀ ਵਾਟਰਸ ਦੀਆਂ ਸੀਮਾਵਾਂ ਨੇ ਉੱਥੇ ਆਪਣੀ ਨੇਵੀ ਦੇ ਨਾਲ। ਔਰ ਇਹ ਯੁੱਧ ਅਭਿਆਸ ਉਹ ਕਹਿੰਦਾ ਹੈ ਕਿ ਮੇਰੀ ਨੇਵੀ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਸੋ ਇਹ ਸਾਰੀਆਂ ਗੱਲਾਂ ਸਾਡੇ ਸਾਹਮਣੇ ਆ ਰਹੀਆਂ ਨੇ ਔਰ ਸਭ ਦੀ ਨਜ਼ਰ ਇਸ ਚੀਜ਼ 'ਤੇ ਟਿਕੀ ਹੋਈ ਹੈ ਕਿ ਇਹ ਤੀਸਰੇ ਵਿਸ਼ਵ ਯੁੱਧ ਦਾ ਅਭਿਆਸ ਤਾਂ ਨਹੀਂ ਚੱਲ ਰਿਹਾ ਕਿਤੇ, ਕਿਉਂਕਿ ਪੂਰਾ ਵਿਸ਼ਵ ਯੁੱਧ ਤੋਂ ਡਰਦਾ ਹੈ। ਸੋ ਹੁਣ ਚੱਲਦੇ ਹਾਂ ਆਪਣੇ ਭਾਰਤ ਦੇ ਮਸਲਿਆਂ ਵੱਲ, ਪੰਜਾਬ ਦੇ ਮਸਲਿਆਂ ਵੱਲ। ਸਟੂਡੀਓਜ਼ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਲਕਾਰ ਸਿੰਘ। ਹਾਂਜੀ ਸੰਜੀਵ ਖੰਨਾ ਜੀ, ਜਿਸ ਤਰ੍ਹਾਂ ਤੁਸੀਂ ਹੁਣੇ ਗੱਲ ਕੀਤੀ ਆ ਤਿੰਨਾਂ ਦੇਸ਼ਾਂ ਦੀ ਰਣਨੀਤੀ ਜਿਹਦੇ ਵਿੱਚ ਅਮਰੀਕਾ, ਚਾਈਨਾ ਔਰ ਰਸ਼ੀਆ, ਇਹ ਤਿਕੋਣਾ ਜਿਹੜਾ ਇਹਨਾਂ ਦੀ ਸੋਚ ਆ ਜਿਹਦੇ ਵਿੱਚ ਇਹ ਖਾਸ ਤੌਰ 'ਤੇ ਸਾਰੇ ਮੁਲਕਾਂ 'ਤੇ ਆਪਣਾ ਦਬਦਬਾ, ਆਪਣਾ ਰੋਹਬ, ਆਪਣਾ ਦਾਅਵਾ ਰੱਖਣਾ ਚਾਹ ਰਹੇ ਆ। ਔਰ ਇਹਦੇ ਵਿੱਚ ਜੇ ਚਾਹੀਏ ਤਾਂ ਅਮਰੀਕਾ ਤਾਂ ਅੱਗੇ ਆਉਂਦਾ ਹੀ ਆ ਔਰ ਕਰ ਵੀ ਸਕਦਾ ਹੈਗਾ। ਔਰ ਚਾਈਨਾ ਜਿਹੜਾ ਹੈਗਾ ਇਹ ਦੂਜੇ ਤਰੀਕੇ ਨਾਲ ਹੀ ਅੱਗੇ ਆ ਗਿਆ। ਇਹਨੇ ਆਪਣੇ ਬਾਜ਼ਾਰ ਬਣਾ ਲਏ, ਆਪਣਿਆਂ ਲੋਕਾਂ ਨੂੰ ਚੀਜ਼ਾਂ ਵੇਚਣ ਦੇ ਲਈ ਉਹਨੇ ਸਾਰੇ ਆਪਣੀ ਮਾਰਕੀਟ ਬਣਾ ਲਈ ਆ। ਔਰ ਵਾਕਿਆ ਤੌਰ 'ਤੇ ਕਿਉਂਕਿ ਇਹਨੇ ਜਾਪਾਨ ਨੂੰ ਵੀ ਪਿੱਛੇ ਛੱਡ ਦਿੱਤਾ, ਸਾਰਾ ਕੁਝ ਵੇਚ ਰਿਹਾ। ਕਿਹੜਾ ਦੇਸ਼ ਜਿੱਥੇ ਚਾਈਨੀ ਨਹੀਂ ਬੈਠੇ ਹੋਣਗੇ, ਕਿਹੜਾ ਦੇਸ਼ ਜਿੱਥੇ ਇਹਨਾਂ ਦੇ ਢਾਬੇ ਨਹੀਂ ਹੋਣਗੇ, ਕਿਹੜਾ ਦੇਸ਼ ਜਿੱਥੇ ਇਹਨਾਂ ਦੀਆਂ ਗੱਡੀਆਂ ਨਹੀਂ ਹੋਣਗੀਆਂ, ਮੋਬਾਈਲ ਨਹੀਂ ਹੋਣਗੇ, ਟੈਕਨੋਲੋਜੀ ਨਹੀਂ ਹੋਣਗੀ, ਇਹ ਸਾਰਾ ਕੁਝ ਉੱਥੇ ਹੈ। ਚਲੋ ਫਿਰ ਆਪਾਂ ਕੋਈ ਐਸਾ ਵੀ ਮੁੱਦਾ ਲਈਏ, ਚਾਹੇ ਉਹ ਭਾਰਤ ਦਾ ਹੋਵੇ, ਪੰਜਾਬ ਦਾ ਹੋਵੇ ਜਾਂ ਕਿਸੇ ਵਿਸ਼ਵ ਦਾ ਹੋਵੇ। ਬਲਕਾਰ ਜੀ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਜੀ। ਅੱਜ ਦਾ ਜਿਹੜਾ ਯੁੱਧ ਹੈ ਨਾ, ਟੈਕਨੋਲੋਜੀ ਦਾ ਯੁੱਧ ਹੈ। ਸੋ ਜਿਹਦੀ ਟੈਕਨੋਲੋਜੀ ਜ਼ਿਆਦਾ ਸਟਰੋਂਗ ਹੋਏਗੀ ਉਹ ਜ਼ਿਆਦਾ ਟੱਕਰ ਦੇ ਸਕਦਾ ਹੈ ਆਪਣੇ ਵਿਰੋਧੀ ਨੂੰ। ਔਰ ਅਮਰੀਕਾ ਦੇ ਨਾਲ ਐਲਨ ਮਸਕ ਖੜਾ ਹੈ ਔਰ ਅਮਰੀਕਾ ਦੇ ਨਾਲ ਐਲਨ ਮਸਕ ਦੀਆਂ ਕੰਪਨੀਆਂ ਖੜੀਆਂ ਨੇ ਔਰ ਇਸ ਵਕਤ ਵੀ ਜੋ ਯੂਕਰੇਨ ਦੇ ਵਿੱਚ ਯੁੱਧ ਹੋ ਰਿਹਾ ਹੈ, ਐਲਨ ਮਸਕ ਦਾ ਜੋ ਸਟਾਰ ਨੈਟਵਰਕ ਹੈ ਪੂਰਾ ਸੈਟੇਲਾਈਟਸ ਦਾ, ਉਹ ਪੂਰਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਮਰੀਕਨ ਆਰਮੀ ਵੱਲੋਂ। ਸੋ ਅੱਗੇ ਜਾ ਕੇ ਵੀ ਜਿਹੜੀਆਂ ਇਹ ਡੀਲਸ ਹੋਣੀਆਂ ਨੇ ਤਾਂ ਇਹਦੇ ਵਿੱਚ ਐਲਨ ਮਸਕ ਦੀਆਂ ਜੋ ਸਾਰੀਆਂ ਸਟਾਰ ਕੰਪਨੀਆਂ ਨੇ ਉਹਨਾਂ ਦਾ ਖਾਸ ਇਹਦੇ ਵਿੱਚ ਯੋਗਦਾਨ ਰਹਿਣਾ ਹੈ। ਸੋ ਸਾਰੀ ਟੈਕਨੋਲੋਜੀਕਲ ਵਾਰ ਹੈ
ਜਿੰਨੀ ਟੈਕਨੋਲੋਜੀ ਜ਼ਿਆਦਾ ਸਟਰੋਂਗ ਹੋਏਗੀ ਉਨਾ ਵਧੀਆ ਰਹੇਗਾ। ਔਰ ਇੰਡੀਆ ਵੀ ਹੁਣ ਟੈਕਨੋਲੋਜੀ ਲੈ ਰਿਹਾ ਅਮਰੀਕਾ ਤੋਂ। ਪ੍ਰਾਈਮ ਮਿਨਿਸਟਰ ਮੋਦੀ ਹੋ ਕੇ ਆਏ ਨੇ, ਹੁਣ ਉਹ ਡੀਲਸ ਵੀ ਹੋਈਆਂ ਨੇ, ਪ੍ਰੀਡੇਟਰ ਡਰੋਨਸ ਵੀ ਅਸੀਂ ਖਰੀਦ ਰਹੇ ਹਾਂ। ਸੋ ਨਾਲੇ ਹੋਰ ਵੀ ਸੰਬੰਧ ਨੇੜੇ ਹੋਏ ਨੇ। ਤਾਂ ਇਸ ਵਾਰ ਕੀ ਹੋਣ ਜਾ ਰਿਹਾ ਕਿ ਅਮਰੀਕਾ ਦੇ ਵਿੱਚ ਭਾਰਤ ਦਾ ਆਜ਼ਾਦੀ ਦਿਹਾੜਾ ਮਨਾਉਣ ਲਈ ਵਿਸ਼ੇਸ਼ ਮਤਾ ਪੇਸ਼ ਹੋਇਆ। ਬੜੀ ਖੁਸ਼ੀ ਦੀ ਗੱਲ ਆ, ਕਿਉਂਕਿ ਇਸ ਤਰ੍ਹਾਂ ਦੇ ਦੇਸ਼ ਦੇ ਲੋਕਾਂ ਦਾ, ਅਧਿਕਾਰੀਆਂ ਦਾ, ਐਡਮਿਨਿਸਟ੍ਰੇਸ਼ਨ ਦਾ ਔਰ ਜਿਹੜਾ ਉਹਨਾਂ ਦਾ ਸਾਰਾ ਵਾਈਟ ਹਾਊਸ ਆ, ਉਹਨਾਂ ਦਾ ਧਿਆਨ ਕੇਂਦਰਿਤ ਹੈ ਸਾਡੇ ਦੇਸ਼ ਦੇ 15 ਅਗਸਤ ਆਜ਼ਾਦੀ ਦਿਵਸ 'ਤੇ, ਜੋ ਥੋੜ੍ਹੇ ਦਿਨਾਂ ਤੱਕ ਹੀ ਨੇੜੇ ਆ ਗਿਆ। 15 ਅਗਸਤ 15 ਅਗਸਤ ਆਉਣ ਹੀ ਵਾਲਾ, ਉਹਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਔਰ ਮੋਦੀ ਸਾਹਿਬ ਨੇ ਲਾਲ ਕਿਲ੍ਹੇ ਤੋਂ ਝੰਡਾ ਲਹਿਰਾਉਣਾ, ਬੋਲਣਾ ਵੀ ਆ। ਔਰ ਉਹਦੇ ਵਿੱਚ ਇਹ ਵਫਦ ਵੀ ਆ ਰਿਹਾ, ਉਹਨਾਂ ਦਾ ਇੱਕ ਪੂਰਾ ਵਫਦ ਆ ਰਿਹਾ, ਇਕੱਠੇ ਦਾ ਇਕੱਠਾ ਹੀ। ਔਰ ਉਹਦੇ ਤੋਂ ਬਾਅਦ ਬਾਈਡਨ ਸਾਹਿਬ ਵੀ ਪਹੁੰਚਣਗੇ, ਉਹ G20 ਦੇ ਸੰਮੇਲਨ ਲਈ ਇੱਥੇ ਪਹੁੰਚ ਰਹੇ ਆ। ਔਰ ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀਆਂ ਸਾਡੀਆਂ ਕੁਝ ਇਹਨਾਂ ਨਾਲ ਗੱਲਾਂ ਬਾਤਾਂ ਰਹਿ ਚੁੱਕੀਆਂ ਨੇ, ਜਿਹੜੀ ਮੋਦੀ ਸਾਹਿਬ ਉੱਥੇ ਗਏ ਸੀ, ਉਹਨਾਂ ਨੂੰ ਦੁਬਾਰਾ ਪ੍ਰੈਕਟੀਕਲ ਤੌਰ 'ਤੇ ਚੰਗੀ ਕਾਇਆਕਲਪ ਦੇਣ ਲਈ ਇਹ ਸਾਰਾ ਵਫਦ ਆ ਰਿਹਾ। ਔਰ ਖ਼ਾਸ ਤੌਰ 'ਤੇ ਉਨੇ ਦਿਨ ਰਹਿਣਗੇ ਜਿੰਨੇ ਦਿਨ ਇਹਦੀ ਸੈਲੀਬ੍ਰੇਸ਼ਨ ਹੋਊਗੀ। ਇੱਥੇ ਰਹਿਣਗੇ, ਮੋਦੀ ਸਾਹਿਬ ਦੀ ਸਪੀਚ ਸੁਣਨਗੇ ਔਰ ਲੋਕਾਂ ਨੂੰ ਮਿਲਣਗੇ, ਫਿਰ 2-4 ਮੀਟਿੰਗਾਂ ਵੀ ਹੋਣਗੀਆਂ। ਔਰ ਇਹਨਾਂ ਨੇ ਵਾਈਟ ਹਾਊਸ ਵਿੱਚ ਹੀ ਸਾਰਾ ਫੈਸਲਾ ਕਰ ਲਿਆ ਸੀਗਾ ਕਿ ਅਸੀਂ ਵਿਸ਼ੇਸ਼ ਦਿਨ ਦੇ, ਸਪੈਸ਼ਲ ਡੇ ਦੇ ਤੌਰ 'ਤੇ ਸੈਲੀਬ੍ਰੇਟ ਕਰਾਂਗੇ, ਅਮਰੀਕਾ 'ਚ ਵੀ ਔਰ ਇੰਡੀਆ ਵਿੱਚ ਵੀ। ਕਿਉਂਕਿ ਉੱਥੇ ਸਾਡੇ ਜਿਹੜੇ ਭਾਰਤੀ ਰਹਿੰਦੇ ਨੇ, ਉਹਨਾਂ ਨੇ ਝੰਡਾ ਲਹਿਰਾਉਣਾ ਵੀ ਆ, ਉਹਨਾਂ ਨੇ ਬੋਲਣਾ ਵੀ ਆ, ਉਹਨਾਂ ਨੇ ਉੱਥੇ ਜਿਹੜੇ ਨੇਤਾ ਨੇ ਉਹਨਾਂ ਨੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰਨੀ ਆ। ਔਰ ਉਹ 15 ਅਗਸਤ ਦੇ ਜਿਹੜੇ ਦਿਹਾੜੇ ਦੀ ਬੱਚਿਆਂ ਨੂੰ ਦੱਸਣਾ ਕਿ ਇਹ ਦਿਨ ਆਹ ਖਾਸ ਦਿਨ ਹੈਗਾ। ਜਿਸ ਤਰ੍ਹਾਂ ਕੈਨੇਡੀਅਨ ਡੇ ਮਨਾਉਂਦੇ ਆ, ਅਮਰੀਕਾ ਵਾਲੇ ਆਪਣਾ ਦਿਨ ਮਨਾਉਂਦੇ ਆ, ਆਜ਼ਾਦੀ ਦਾ ਦਿਹਾੜਾ ਹਰ ਕੰਟਰੀ ਦੇ ਜਿਹੜੇ ਲੋਕ ਮਨਾਉਂਦੇ ਆ, ਉੱਥੋਂ ਦੇ ਅਧਿਕਾਰੀ ਮਨਾਉਂਦੇ ਆ ਔਰ ਝੰਡਾ ਲਹਿਰਾਉਂਦੇ ਆ। ਔਰ ਉਹਦੇ ਵਿੱਚ ਸਪੀਚ ਵੀ ਹੁੰਦੀ ਆ, ਐਲਾਨਨਾਮੇ ਹੁੰਦੇ ਆ, ਬੜਾ ਕੁਝ ਕੀਤਾ ਜਾਂਦਾ ਹੈ। ਔਰ ਇਹ ਦਿਨ ਖਾਸ ਤੌਰ 'ਤੇ ਉਸ ਦੇਸ਼ ਦੀ ਜਿਹੜੀ ਆ ਪੂਰੇ ਲਾਈਫ ਦਾ ਇੱਕ ਵੱਡਾ ਦਿਨ ਹੁੰਦਾ। ਔਰ ਇਹਦੇ ਵਿੱਚ ਐਤਕੀ ਅਮਰੀਕਾ ਨੇ ਇਸ 'ਚ ਬਹੁਤ ਵੱਡੀ ਸਾਂਝ ਪਿਆਲੀ ਪਾਈ ਆ। ਔਰ ਉਹਦੇ ਵਿੱਚ ਇਹਨਾਂ ਨੇ ਕਹਿ ਤਾ ਕਿ ਅਸੀਂ ਬਹੁਤ ਕਾਫੀ, ਇੱਕ ਤਾਂ 12 ਬੰਦਿਆਂ ਦਾ ਇੱਕ ਆ ਰਿਹਾ, ਇਹਨਾਂ ਦਾ ਵਫਦ ਆ ਰਿਹਾ। ਔਰ ਉਹ ਤੋਂ ਬਾਅਦ ਬਾਕੀ ਜਿਹੜੇ ਅਧਿਕਾਰੀ ਉਹ ਵੀ ਪਹੁੰਚਣਗੇ। ਔਰ ਇਹ ਉਹਨਾਂ ਦੀਆਂ ਉਡਾਨਾਂ ਸ਼ੁਰੂ ਹੋ ਗਈਆਂ, ਆਉਣ ਲੱਗ ਪਏ ਦਿੱਲੀ 'ਚ। ਔਰ ਇਹਦੇ ਵਿੱਚ ਇਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਅਸੀਂ ਦੇਸ਼ ਦੀ ਆਜ਼ਾਦੀ ਦਾ ਜੋ ਪਹਿਲੀਆਂ ਪਿਕਚਰਾਂ ਨੇ, ਵੀਡੀਓ ਹੈਗੀਆਂ, ਉਹ ਵੀ ਨਾਲ ਲੈ ਕੇ ਜਾਵਾਂਗੇ। ਖਾਸ ਤੌਰ 'ਤੇ ਬਾਕੀ ਲੋਕ ਜਿਹੜੇ ਉਹਨਾਂ ਨੂੰ ਦਿਖਾਵਾਂਗੇ ਕਿ ਕਿੰਨੀ ਦੇਰ ਇਹ ਦੇਸ਼ ਆਜ਼ਾਦ ਹੋਣ ਦੇ ਲਈ ਸੰਘਰਸ਼ ਕਰਦਾ ਰਿਹਾ। 1857 ਤੋਂ ਲੈ ਕੇ 1947 ਤੱਕ ਦਾ ਜਿਹੜਾ ਵਕਫਾ ਜਿਹੜਾ ਟਾਈਮ ਹੈ, ਉਹਦੇ ਵਿੱਚ ਕੀ ਕੁਝ ਹੋਇਆ। ਔਰ ਪਾਕਿਸਤਾਨ ਨੂੰ ਆਜ਼ਾਦੀ ਜਿਹੜੀ ਉਦੋਂ ਪਹਿਲਾਂ ਮਿਲੀ ਸੀਗੀ ਔਰ ਇੰਡੀਆ ਦੂਸਰੇ ਦਿਨ ਆਜ਼ਾਦ ਹੋਇਆ। ਔਰ ਇਹਦੇ ਵਿੱਚ ਇਹ ਪਾਕਿਸਤਾਨ ਵੀ ਮਨਾਉਂਦਾ, ਆਪਾਂ ਵੀ ਮਨਾਉਂਦੇ ਹਾਂ। ਔਰ J&K 'ਚ ਵੀ ਮਨਾਈ ਜਾਂਦੀ ਹੈ। ਪੰਜਾਬ ਦੇ ਹਰ ਸੂਬੇ ਵਿੱਚ ਦਿਹਾੜਾ ਮਨਾਇਆ ਜਾਂਦਾ। ਔਰ ਐਤਕੀ ਇਹ ਨਵੀਂ ਗੱਲ ਹੈਗੀ ਆ ਕਿ ਅਮਰੀਕਾ ਦੇ ਜਿਹੜੇ ਅਧਿਕਾਰੀ ਆ ਰਹੇ ਆ ਔਰ ਉਹਨਾਂ ਦਾ ਵਫਦ ਆ ਰਿਹਾ, ਉੱਥੋਂ ਦਾ ਗਰੁੱਪ ਆ ਰਿਹਾ, ਉਹ ਵੇਖਣਗੇ, ਸਾਰਾ ਸੈਲੀਬ੍ਰੇਸ਼ਨ ਵੇਖਣਗੇ ਕਿ ਦਿੱਲੀ ਵਿੱਚ ਇਹ ਕਿੱਦਾਂ ਸੈਲੀਬ੍ਰੇਟ ਕਰਦੇ ਆ। ਉਹ ਰੰਗਾ ਰੰਗ ਪ੍ਰੋਗਰਾਮ ਹੁੰਦੇ ਆ, ਲੋਕ ਗਾਉਂਦੇ ਵੀ ਆ, ਕਲਚਰ ਦੀਆਂ ਜਿਹੜੀ ਕਲਚਰਲ ਜਿਹੜੀਆਂ ਐਕਟੀਵਿਟੀ ਆ ਉਹ ਵੀ ਹੁੰਦੀਆਂ। ਉਹ ਸਾਰਾ ਕੁਝ ਵੇਖਣ ਲਈ ਅਮਰੀਕਾ ਦੇ ਲੋਕ ਪਹੁੰਚਣਗੇ। ਐਤਕੀ ਇਹ ਜਿਹੜਾ ਸਾਡਾ ਇਹ ਹੈਗਾ ਕਿ ਵਰਲਡ ਦੇ ਵਿੱਚ ਵੱਡੀ ਨਿਊਜ਼ ਬਣ ਜੂਗੀ ਸਾਡਾ ਜਿਹੜਾ 15 ਅਗਸਤ ਮਨਾਉਣ ਦੀ ਜਿਹੜੀ ਤਜਵੀਜ਼ ਹੈ ਜਾਂ ਉਹਦਾ ਜੋ ਕੁਝ ਹੈਗਾ। ਪਰ ਉਹਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਨੇ ਅਲਰਟ ਕਰ ਦਿੱਤਾ ਕਿ ਜਦੋਂ 15 ਅਗਸਤ ਦਾ ਝੰਡਾ ਚੜਾਉਣਾ ਤਾਂ ਉਹਦੇ ਵਿੱਚ ਹੈਗਾ, ਉਹ ਸਿਕਿਉਰਿਟੀ ਪੁਆਇੰਟ ਆਫ ਵਿਊ ਤੋਂ ਇਹਨਾਂ ਨੇ ਕਰ ਦਿੱਤਾ ਕਿ ਜਿੱਥੇ ਕੁਝ ਸੰਵੇਦਨਸ਼ੀਲ ਇਲਾਕੇ ਆ, ਜਿੱਥੇ ਕੁਝ ਡਰ ਹੈਗਾ ਉਹਨਾਂ ਨੂੰ, ਉੱਥੇ ਸਿਕਿਉਰਿਟੀ ਦੀਆਂ ਹੁਣੇ ਤਜਵੀਜ਼ਾਂ ਬਣ ਗਈਆਂ। ਔਰ ਉਹਨਾਂ ਨੂੰ ਜਿਹੜੇ ਆਰਡਰ ਹੋ ਗਿਆ ਕਿ ਇੱਥੇ ਆਹ ਹੈਗਾ ਔਰ ਕਿੱਥੇ ਕਿੱਥੇ ਝੰਡਾ ਲਹਿਰਾਉਣ ਲਈ ਕਿੱਥੇ ਕਿੱਥੇ ਕਿਹਨੇ ਆਉਣਾ ਹੈਗਾ। ਔਰ ਇਹਦੇ ਵਿੱਚ ਕਈ ਜਿਹੜੀ ਵਿਰੋਧੀ ਪਾਰਟੀਆਂ ਜਾਂ ਵਿਰੋਧੀ ਏਜੰਸੀਆਂ ਨੇ ਜਾਂ ਜਿਹੜੇ ਲੋਕ ਸਾਬੋਟਾਜ ਕਰਨਾ ਚਾਹੁੰਦੇ, ਉਹ ਵੀ ਅਲਰਟ ਹੋ ਜਾਂਦੇ। ਕਈ ਵਾਰੀ ਪਤਾ ਲੱਗ ਜਾਂਦਾ, ਡਾਇਰੈਕਟਰ ਜਨਰਲ ਪੁਲਿਸ ਨੂੰ ਪਤਾ ਹੋਵੇ ਜਿੱਥੇ ਜਿੱਥੇ ਕੀ ਕੁਝ ਹੋ ਰਿਹਾ ਔਰ ਉਹਦੇ ਤਰੀਕੇ ਨਾਲ ਸਾਰਾ ਕੁਝ ਹੋਣਾ। ਪੰਜਾਬ ਵਿੱਚ ਜਾਣ ਬੁੱਝ ਕੇ ਜਿਹੜਾ ਹਾਦਸਾ ਹੁੰਦਾ, ਕਈ ਹਿੱਟ ਲਿਸਟ ਬੰਦੇ ਹੁੰਦੇ ਆ ਕਿ ਉਦੋਂ ਮਾਰਨਾ, 15 ਅਗਸਤ ਨੂੰ ਕਰਾਂਗੇ, ਅਸੀਂ ਸਾਬੋਟਾਜ ਕਰਾਂਗੇ, ਨੁਕਸਾਨ ਪਹੁੰਚਾਵਾਂਗੇ। ਔਰ ਚਲੋ ਇਹ ਰਹੀ ਗੱਲ ਅੰਦਰੂਨੀ। ਪਰ ਬਾਹਰੀ ਤੌਰ 'ਤੇ ਵਿਸ਼ਵ ਦੇ ਵਿੱਚ ਵਰਲਡ ਵਾਈਡ ਇਹਨੂੰ ਚੰਗੇ ਤਰੀਕੇ ਨਾਲ, ਚੰਗੀਆਂ ਨਜ਼ਰਾਂ ਨਾਲ ਵੇਖਿਆ ਜਾ ਰਿਹਾ। ਔਰ ਇਹ ਹੁਣ ਵਕਤ ਆਏਗਾ, ਉਹਦੀ ਸਾਰੀ ਵੀਡੀਓਗ੍ਰਾਫੀ ਵੀ ਹੋਏਗੀ, ਵੀਡੀਓ ਵੇਖਣਗੇ ਲੋਕ ਕਿ ਅਮਰੀਕਨ ਲੋਕ ਆ ਕੇ ਕਿੱਦਾਂ ਵੇਖ ਰਹੇ। ਇੱਕ ਵੈਸੇ ਮਹਿਮਾਨ ਦੇ ਤੌਰ 'ਤੇ ਤਾਂ ਹੁੰਦਾ, ਇੱਕ ਖਾਸ ਤੌਰ 'ਤੇ ਸਪੈਸ਼ਲ ਗੈਸਟ ਇਨਵੀਟੇਸ਼ਨ ਦਿੱਤਾ ਜਾਂਦਾ, ਉਹਨੂੰ ਆਉਂਦਾ ਆ ਔਰ ਉਹ ਬਾਕਾਇਦਾ ਹੋਣਗੇ। ਬਾਕੀ ਜਿਹੜੇ ਇਨਵਾਈਟੀ ਨੇ ਜਾਂ ਜਿਹੜੇ ਆਪ ਆ ਰਹੇ ਆ, ਉਹਨਾਂ ਲਈ ਖੁੱਲ੍ਹਾ ਸੱਦਾ ਹੈਗਾ ਅਮਰੀਕਾ 'ਚ ਵੀ, ਜਿੰਨੇ ਮਰਜ਼ੀ ਆ ਸਕਦੇ ਆ। ਉਹਨਾਂ ਦੀ ਮੇਜ਼ਬਾਨੀ ਇੰਡੀਆ ਕਰੇਗਾ। ਬਿਲਕੁਲ ਇੱਕ ਚੰਗਾ ਸਾਈਨ ਹੈ ਜੀ। ਤੇ ਨਾਲ ਦੀ ਨਾਲ ਜਿਹੜੀਆਂ ਭਾਰਤ ਦੀਆਂ ਸਮੱਸਿਆਵਾਂ ਨੇ ਉਹਨਾਂ ਨਾਲ ਵੀ ਨਜਿੱਠਣਾ ਬਣਦਾ ਹੈ। ਬਿਲਕੁਲ ਕਿ ਸੈਲੀਬ੍ਰੇਸ਼ਨਸ ਆਪਣੀ ਜਗ੍ਹਾ ਬਹੁਤ ਵਧੀਆ ਗੱਲ ਹੈ, ਦੁਨੀਆ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ। ਜੀ ਜੀ। ਔਰ 15 ਅਗਸਤ ਆਜ਼ਾਦੀ ਦਿਹਾੜਾ
ਔਰ ਆਜ਼ਾਦੀ ਨਿਆਮਤ ਹੈ, ਦੁਨੀਆ ਦੀ ਸਭ ਤੋਂ ਵੱਡੀ ਆਜ਼ਾਦੀ ਤੋਂ ਵੱਡੀ ਕੋਈ ਨਿਆਮਤ ਨਹੀਂ ਇਸ ਧਰਤੀ ਦੇ ਉੱਤੇ। ਹੁਣ ਜਿਨ੍ਹਾਂ ਲੋਕਾਂ ਨੇ ਇਹ ਝੇਲਿਆ ਹੈ ਦੁੱਖ ਇਹਨਾਂ ਦਿਨਾਂ ਦੇ ਵਿੱਚ, ਉਹਨਾਂ ਦੀ ਗੱਲ ਕਰੀਏ ਕਿ ਮਨੀਪੁਰ ਹਿੰਸਾ ਖਿਲਾਫ ਰੋਸ ਪ੍ਰਦਰਸ਼ਨ ਲਈ ਅੱਜ ਦਾ ਦਿਨ ਪੰਜਾਬ ਬੰਦ ਦਾ ਦਿਹਾੜਾ ਹੈ। ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ। ਇਹਦੇ ਵਿੱਚ ਕਾਫੀ ਜਥੇਬੰਦੀਆਂ ਸੰਗਠਨ ਅੱਗੇ ਆਏ ਆ ਔਰ ਉਹਦੇ ਵਿੱਚ ਜਲੰਧਰ, ਰੋਪੜ, ਹੁਸ਼ਿਆਰਪੁਰ, ਸਾਰੇ ਜ਼ਿਲ੍ਹੇ, ਬਾਕੀ ਜਿਹੜੇ ਆ ਸਰਹੱਦਾਂ ਨਾਲ ਲੱਗਦੇ ਜ਼ਿਲ੍ਹੇ, ਟੋਟਲ ਪੰਜਾਬ ਬੰਦ ਦਾ ਸੱਦਾ ਹੈਗਾ। ਇਹਦੇ ਵਿੱਚ ਇਸ ਕਰਕੇ ਕਿਹਾ ਇਹਨਾਂ ਨੇ ਕਿ ਇਹਦੇ ਵਿੱਚ ਇੱਕ ਤਾਂ ਮਨੀਪੁਰ ਹਿੰਸਾ, ਇੱਕ ਨੂੰਹ ਹਰਿਆਣਾ, ਇਹ ਦੋਨਾਂ ਨੂੰ ਉਹਨਾਂ ਮਿਲ ਕੇ ਜਿਹੜਾ ਰੋਸ ਪ੍ਰਗਟਾਇਆ ਕਿ ਅੱਜ ਅਸੀਂ ਬੰਦ ਰੱਖਾਂਗੇ, ਬੰਦ ਕਰਨ ਦਾ ਸੱਦਾ ਹੈਗਾ। ਪਰ ਇੱਕ ਪਾਸੇ ਤਾਂ ਬੰਦ ਹੈਗਾ, ਦੂਜੇ ਪਾਸੇ ਲਾਈਫ ਹੀ ਖਲੋ ਜਾਂਦੀ ਹੈ, ਜ਼ਿੰਦਗੀ ਵਿੱਚ ਖੜੋਤ ਆ ਜਾਂਦੀ ਹੈ, ਸਟੈਗਨੇਸ਼ਨ ਆ ਜਾਂਦੀ ਹੈ, ਜਿਹਦੇ ਵਿੱਚ ਬੱਚਿਆਂ ਨੇ ਸਕੂਲੇ ਜਾਣਾ ਹੈਗਾ, ਮਾਵਾਂ ਨੇ ਘਰਾਂ ਦੇ ਕੰਮ ਕਰਨੇ ਹੈਗੇ ਆ, ਬਾਪੂਆਂ ਨੇ ਘਰਾਂ 'ਚ ਨਵਾਂ ਦੇ ਸਬਜ਼ੀਆਂ, ਬਾਹਰੋਂ ਕੱਪੜੇ, ਬਾਹਰੋਂ ਸਮਾਨ ਉਹ ਲੈ ਕੇ ਆਉਣਾ, ਔਰ ਜਿਹੜੇ ਲੋਕ ਵਿਭਾਗਾਂ 'ਚ ਨੌਕਰੀ ਕਰਦੇ ਉਹਨਾਂ ਦੇ ਕਈ ਪੈਂਡਿੰਗ ਕੰਮ ਉਹਨਾਂ ਨੇ ਜਾਣਾ। ਕਈ ਬਿਮਾਰ ਲੋਕ ਬੈਠੇ ਆ, ਹੜ੍ਹ ਆਉਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲ ਗਈਆਂ, ਜਿਹਦੇ ਵਿੱਚ ਸਕਿਨ ਐਲਰਜੀ ਵੀ ਆ ਗਈ ਹੈ, ਬੁਖਾਰ ਆ ਰਿਹਾ, ਆਈ ਫਲੂ ਸ਼ੁਰੂ ਹੋ ਗਿਆ, ਕਈ ਚੀਜ਼ਾਂ ਹੈਗੀਆਂ। ਔਰ ਇਹਦੇ ਨਾਲ ਜਿਹੜੇ ਬਾਜ਼ਾਰ ਤਾਂ ਬੰਦ ਹੀ ਹੈਗੇ ਆ, ਜਿੱਥੇ ਉਹਨਾਂ ਨੇ ਦਵਾਈਆਂ ਲੈਣੀਆਂ ਸੀਗੀਆਂ, ਹਸਪੀਟਲ ਵੀ ਬੰਦ ਹੋਣਗੇ, ਐਜੂਕੇਸ਼ਨਲ ਇੰਸਟੀਟਿਊਸ਼ਨ ਵੀ ਬੰਦ ਹੋਣਗੀਆਂ, ਬੰਦ ਹੋ ਗਈਆਂ ਸਾਰੀਆਂ ਵਿੱਚ। ਕਨਵਰਟ ਸਕੂਲ ਜਿਹੜੇ ਸੀ ਉਹ ਵੀ ਬੰਦ ਹੈ। ਔਰ ਇਹਦੇ ਨਾਲ ਤਮਾਮ ਜਿਹੜਾ ਉਹਨਾਂ ਨੇ ਪਹਿਲੋਂ ਜਿਹੜੇ ਮਹਿਕਮੇ ਉਹ ਬੰਦ ਕਰਨ ਦਾ ਐਲਾਨ ਕਰ ਦਿੱਤਾ। ਪਰ ਜੇ ਤੁਸੀਂ ਰੋਸ ਪ੍ਰਗਟਾਉਣਾ ਜਾਂ ਕੁਝ ਕਰਨਾ ਗਾ, ਇੱਕ ਜਗ੍ਹਾ ਆ ਕੇ ਤਖਤੀਆਂ ਲੈ ਕੇ ਲਿਖ ਕੇ ਉਹਦਾ ਪ੍ਰਦਰਸ਼ਨ ਕਰਕੇ ਸੜਕਾਂ 'ਤੇ ਖਲੋ ਦਿਓ। ਆਵਾਜਾਈ ਕਿਉਂ ਬੰਦ ਕੀਤੀ ਕਰਦੇ ਜੇ? ਔਰ ਉਹਦੇ ਨਾਲ ਇੱਕ ਦਿਨ ਦੇ ਬੰਦ ਨਾਲ ਕਿੰਨਾ ਘਾਟਾ ਆਉਂਦਾ ਪੰਜਾਬ ਨੂੰ, ਸਾਰਿਆਂ ਨੂੰ। ਸੂਬੇ ਇੱਕ ਦੇ ਵਿੱਚ ਮਾਰ ਧਾੜ ਹੋਈ ਹੈ, ਸਾਰਾ ਕੁਝ ਹੋ ਗਿਆ। ਉਹਦੇ ਰੋਸ ਦੇ ਪ੍ਰਗਟਾਵੇ ਕਈ ਤਰ੍ਹਾਂ ਦੇ ਹੈਗੇ, ਭਾਸ਼ਣ ਦਿਓ, ਬੋਲੋ, ਲੋਕਾਂ ਨੂੰ ਦੱਸੋ, ਸੋਸ਼ਲ ਮੀਡੀਆ ਉਹਦੇ 'ਤੇ ਆਪਣੇ ਵਿਚਾਰ ਦਿਓ। ਇਹ ਜੇ ਬੰਦ ਆ ਜੀ, ਚਰਾਹੇ ਬੰਦ ਆ ਜੀ, ਮਟਕਾ ਚੌਕ 'ਚ ਇਕੱਠੇ ਹੋ ਜਾਓ ਜੀ, ਚੰਡੀਗੜ੍ਹ ਆ ਕੇ ਜੀ, ਅੰਮ੍ਰਿਤਸਰ ਆ ਜਾਓ ਜੀ, ਹੈ ਨਾ, ਲਾਰੈਂਸ ਰੋਡ 'ਤੇ ਇਕੱਠੇ ਹੋ ਜਾਓ ਜੀ, ਉੱਚੇ ਪੁਲ 'ਤੇ ਇਕੱਠੇ ਹੋ ਜਾਓ ਜੀ, ਇਹ ਵੀ ਹੈਗਾ। ਇੱਕ ਤਾਂ ਤੁਸੀਂ ਆਪਣੀ ਕਮਾਈ 'ਤੇ ਨੁਕਸਾਨ ਪਹੁੰਚਾ ਰਹੇ ਜੇ। ਇੱਕ ਦਿਹਾੜੀ ਜਿਹੜੀ ਹੈਗੀ ਆ ਖੰਨਾ ਜੀ, ਕਿੰਨੀ ਮਹਿੰਗੀ ਦਿਹਾੜੀ ਹੈਗੀ, ਜਿਹਦਾ ਬਾਲ ਬੱਚਾ ਹੈਗਾ, ਜਿਨ੍ਹਾਂ ਨੇ ਕਮਾਈ ਕਰਨੀ ਆ, ਦੁੱਧ ਵੀ ਮਹਿੰਗਾ, ਰਾਸ਼ਨ ਵੀ ਮਹਿੰਗਾ, ਦਾਲਾਂ ਵੀ ਮਹਿੰਗੀਆਂ, ਸਾਰਾ ਕੁਝ ਮਹਿੰਗਾ ਹੈਗਾ। ਉਧਰ ਮੋਦੀ ਸਾਹਿਬ ਆਂਦੇ ਵੀ ਜੇ ਸਰਕਾਰ ਨਾ ਆਉਂਦੀ ਤੇ ਅੱਜ ਜਿਹੜੀਆਂ ਮਹਿੰਗਾਈ ਦੀ ਸਿਖਰਾਂ 'ਤੇ ਮਹਿੰਗਾਈ ਹੁੰਦੀ, ਔਰ ਜਿਹੜੀਆਂ ਸਰਕਾਰਾਂ ਆਉਂਦੀਆਂ ਉਹਨਾਂ ਨੂੰ ਇਹ ਸਮਝ ਆ ਜਾਂਦੀ ਕਿ 300 ਰੁਪਏ ਲੀਟਰ ਦੁੱਧ ਹੀ ਹੁੰਦਾ ਔਰ 500 ਰੁਪਏ ਦਾਲਾਂ ਹੁੰਦੀਆਂ। ਇਹ ਉਹਨਾਂ ਦਾ ਭਾਸ਼ਣ ਹੈਗਾ, ਉਹਨਾਂ ਨੂੰ ਪਗੜੀ ਬੰਨ੍ਹੀ ਆ ਔਰ ਕਹਿ ਰਹੇ ਆ ਕਿ ਅਸੀਂ ਆ ਕੇ ਬੀਜੇਪੀ ਦੀ ਗੌਰਮੈਂਟ ਨੇ ਮਹਿੰਗਾਈ ਨੂੰ ਠੱਲ ਪਾਈ ਆ, ਰੋਕ ਲਾਈ ਆ। ਜਦੋਂ ਕਿ ਟਮਾਟਰ ਜਿਹੜੇ ਆ ਉਹੀ ਇਕੱਲੇ ਅਸਮਾਨ ਨੂੰ ਛੂ ਗਏ, ਉਹੀ 100 ਤੋਂ ਉੱਪਰ ਚੜ੍ਹ ਗਿਆ। ਉਹ ਦੱਸੋ ਉਹ ਕੌਣ ਬੀਜਦਾ? ਉਹ ਬੀਜੇਪੀ ਬੀਜਦੀ ਆ ਜਾਂ ਕਿਸਾਨ ਬੀਜਦਾ? ਕੌਣ ਬੀਜਦਾ? ਕਿੱਧਰ ਗਏ ਮਟਰ? ਜੇ ਵਿਰੋਧੀ ਧਿਰ ਦੀ ਗਵਰਨਮੈਂਟ ਹੁੰਦੀ ਸ਼ਾਇਦ 1000 ਰੁਪਏ ਕਿਲੋ ਉਹ ਕਹਿ ਰਹੇ ਆ, ਕਿਹਾ ਉਹਨਾਂ ਨੇ। ਔਰ ਵਿਰੋਧੀ ਧਿਰ ਇਹ ਕਹਿ ਰਹੇ ਨੇ ਕਿ ਇਹ ਆਪਣੀਆਂ ਕਮੀਆਂ ਨੂੰ ਕਵਰ ਅਪ ਕਰਨ ਵਾਸਤੇ ਇਦਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਵਿਰੋਧੀ ਧਿਰ ਹੁੰਦੇ ਤਾਂ ਇੰਨਾ ਮਹਿੰਗਾ ਹੁੰਦਾ, ਉਹ ਹੁੰਦੇ ਤਾਂ ਇੰਨਾ ਮਹਿੰਗਾ ਹੁੰਦਾ। ਇਹ ਤਾਂ ਗੱਲਾਂ ਨੇ। ਔਰ ਜੇ ਹੁੰਦੇ ਉਹ ਤਾਂ ਹੈ ਨਹੀਂ, ਤੁਸੀਂ ਤਾਂ ਹੈਗੇ ਜੇ ਨਾ। ਤੁਸੀਂ ਕੀ ਕਰ ਰਹੇ ਜੋ? ਤੁਹਾਡਾ ਤਾਂ ਪਤਾ ਲੋਕਾਂ ਨੂੰ ਹੈਗਾ ਨਾ ਕਿ ਟਮਾਟਰ ਨਹੀਂ ਲੱਭ ਰਹੇ ਹੁਣ, ਕਿਉਂਕਿ ਟਮਾਟਰ ਪੈਦਾ ਨਹੀਂ ਹੁੰਦੇ। ਉਹੀ ਜ਼ਮੀਨ ਆ, ਉਹੀ ਕਿਸਾਨ ਆ, ਜਿਹੜੇ ਵੱਡੇ ਵੱਡੇ ਬੈਠੇ ਨੇ ਬਾਗੜ ਬਿੱਲੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਆ, ਸਮੇਟ ਕੇ ਚੀਜ਼ਾਂ ਰੱਖਦੇ ਨੇ ਆਪਣੇ ਗੋਦਾਮਾਂ ਦੇ ਵਿੱਚ। ਸਹੀ ਗੱਲ, ਸਪਲਾਈ ਘਟਾ ਦਿੰਦੇ ਨੇ। ਬਿਲਕੁਲ ਸਟੋਰ ਹੋ ਜਾਂਦਾ। ਡਿਮਾਂਡ ਵਧੀ ਹੋਈ ਹੈ, ਸਪਲਾਈ ਘਟਾ ਦਿੰਦੇ ਨੇ, ਫਿਰ ਕੀਮਤਾਂ ਲੈਂਦੇ ਨੇ, ਰੱਜ ਕੇ ਆਪਣਾ ਢਿੱਡ ਭਰਦੇ ਨੇ। ਪਤਾ ਨਹੀਂ ਕਿੱਡੇ ਵੱਡੇ ਢਿੱਡ ਨੇ ਇਹਨਾਂ ਦੇ। ਕਹਿੰਦੇ ਨੇ ਕਿ ਪੇਟ ਤਾਂ ਭਰ ਜਾਂਦਾ ਪਰ ਪੇਟੀਆਂ ਨਹੀਂ ਭਰਦੀਆਂ। ਇਹਨਾਂ ਦੇ ਪੇਟ ਤਾਂ ਭਰੇ ਹੋਏ ਨੇ ਪਰ ਪੇਟੀਆਂ ਬਹੁਤ ਨੇ ਇਹਨਾਂ ਕੋਲ। ਸਹੀ ਗੱਲ। ਇਸ ਕਰਕੇ ਉਹ ਪੇਟੀਆਂ ਨਹੀਂ ਭਰਦੀਆਂ ਪਈਆਂ। ਕੱਲ੍ਹ ਇੱਕ ਟਰੱਕ ਉਲਟਿਆ ਹੈਗਾ ਤਾਂ ਆਂਦੇ ਵੀ ਸੋਨਾ, ਜਿਹੜਾ ਲਾਲ ਸੋਨਾ ਉਲਟ ਗਿਆ, ਉਹਦੇ ਵਿੱਚ ਲੋਕਾਂ ਦਾ ਨੁਕਸਾਨ ਹੋ ਗਿਆ। ਔਰ ਲੋਕ ਉਹਦੇ ਵਿੱਚ ਜਦੋਂ ਟਰੱਕ ਉਲਟਿਆ, ਲੋਕ ਭਰ ਨਾ ਆਪਣੀਆਂ ਟੋਕਰੀਆਂ ਤੇ ਲੈ ਭੱਜੇ ਜਾਂਦੇ ਘਰਾਂ ਨੂੰ। ਟਰੱਕ ਵਾਲਾ ਵਿਚਾਰਾ ਇੱਧਰ ਉੱਧਰ ਗਿਆ ਕਿਤੇ ਲੋਕਾਂ ਨੂੰ ਦੱਸਣ ਲਈ, ਤੇ ਲੋਕ ਉੱਥੇ ਇੰਨਾ ਲੋਕਾਂ ਦਾ ਝਮਘਟਾ ਬਣ ਗਿਆ, ਜਿੰਨਾ ਕੁਝ ਹੋ ਗਿਆ। ਇੱਕ ਇੱਦਾਂ ਦੀ ਇੰਗਲਿਸ਼ ਦੀ ਕਹਾਣੀ ਵੀ ਹੈਗੀ, ਕਾਸਕ ਆਫ ਦਾ ਅਮੈਂਟੀਆਡੋ। ਉਹਦੇ ਵਿੱਚ ਹੈਗਾ ਕਿ ਸ਼ਰਾਬ ਦਾ ਮੱਟ ਇੱਕ ਆਉਂਦਾ ਗੱਡੇ 'ਤੇ, ਉਹ ਉਲਟ ਜਾਂਦਾ, ਮੱਟ ਡਿੱਗ ਪੈਂਦਾ, ਸ਼ਰਾਬ ਡਿੱਗ ਪੈਂਦੀ ਆ। ਔਰ ਉਹਦੇ ਵਿੱਚ ਲੋਕ ਆਉਂਦੇ ਆ, ਉਹ ਚੁੜੀਆਂ ਭਰ ਕੇ ਕੋਈ ਪੀ ਜਾਂਦਾ, ਜ਼ਮੀਨ 'ਤੇ ਡਿੱਗੀ ਹੈ, ਕੋਈ ਬਾਟੀਆਂ 'ਚ ਪਾਇਆ, ਕਿਸੇ ਨੇ ਕੌਲੀ 'ਚ ਪਾਇਆ, ਕੋਈ ਗਲਾਸ 'ਚ ਪਾਇਆ, ਮੁੜ ਕੇ ਉਹਨਾਂ ਨੂੰ ਚੜ੍ਹ ਜਾਂਦੀ ਹੈ। ਫਿਰ ਸਾਰੇ ਨੱਚਦੇ ਗਾਉਂਦੇ ਆ, ਹੱਸਦੇ ਆ, ਔਰ ਮਾਹੌਲ ਹੋਰ ਹੀ ਹੋ ਜਾਂਦਾ। ਇਹ ਹੈਗਾ ਦਾ ਕਾਸਕ ਆਫ ਅਮੈਂਟੀਆਡੋ। ਇਹ ਵੀ ਟਮਾਟਰ ਵੀ ਜਿਹੜੇ ਆ ਅਮੈਂਟੀਆਡੋ ਬਣ ਗਏ ਹੁਣ ਸਾਰਿਆਂ ਲਈ, ਉਹ ਨਹੀਂ ਲੱਭ ਰਹੇ। ਕਹਿੰਦੇ ਕਿਸੇ ਦਾ ਜਨਮ ਦਿਨ ਹੈ ਤੇ ਸਾਰੇ ਮਿੱਤਰਾਂ ਨੇ ਮਿਲ ਕੇ ਉਹਨੂੰ ਟਮਾਟਰ ਗਿਫਟ ਕੀਤੇ ਕਿਲੋ। ਬੜਾ ਖੁਸ਼ ਹੋਇਆ, ਕਹਿੰਦਾ ਇੰਨੀ ਖੁਸ਼ੀ ਮੈਨੂੰ ਕਦੀ ਨਹੀਂ ਹੋਈ ਆਪਣਾ ਜਨਮ ਦਿਨ ਮਨਾ ਕੇ ਜਿੰਨੀ ਇਸ ਵਾਰ ਹੋਈ ਹੈ, ਕਿਉਂਕਿ ਹੁਣ ਘਰ ਤੜਕਾ ਬਹੁਤ ਵਧੀਆ ਲੱਗਣਾ, ਨਹੀਂ ਤਾਂ ਕਈ ਦਿਨ ਹੋ ਗਏ ਸੀ ਤੜਕੇ ਦਾ ਸਵਾਦ ਨਹੀਂ ਆਉਂਦਾ ਸੀ। ਬਿਲਕੁਲ।
ਵੈਸੇ ਇਹ ਗੱਲ ਹੁੰਦੀ ਹੈ, ਪਹਿਲਾਂ ਵੀ ਕਿਹਾ ਗਿਆ ਹੈ ਰੁਪਈਆ ਨਹੀਂ ਕਮਜ਼ੋਰ ਹੋ ਰਿਹਾ, ਡਾਲਰ ਮਜ਼ਬੂਤ ਹੋ ਰਿਹਾ, ਇਸ ਕਰਕੇ ਦਿਖਦਾ ਕਿ ਰੁਪਈਆ ਕਮਜ਼ੋਰ ਹੋ ਰਿਹਾ। ਹੁਣ ਇਹ ਤੇ ਕੋਈ ਤਰਕ ਨਾ ਹੋਇਆ ਨਾ, ਜੋ ਇਕਨੋਮਿਸਟ ਨੇ ਉਹ ਕਹਿੰਦੇ ਨੇ ਇਹ ਕੋਈ ਤਰਕ ਨਾ ਹੋਇਆ ਕਿ ਯੂਐਸ ਡਾਲਰ ਮਜ਼ਬੂਤ ਹੋ ਰਿਹਾ ਤੇ ਰੁਪਈਆ ਦਾ ਮਤਲਬ ਹੈ ਰੁਪਈਆ ਕਿੱਦਾਂ ਥੱਲੇ ਡਿੱਗਦਾ ਪਿਆ, ਕਿਉਂਕਿ ਉਹ ਮਜ਼ਬੂਤ ਹੁੰਦਾ ਪਿਆ, ਤੁਹਾਨੂੰ ਲੱਗਦਾ ਪਿਆ ਥੱਲੇ ਡਿੱਗਦਾ ਪਿਆ। ਕਹਿੰਦੇ ਇਹ ਕਿਹੜੀ ਇਕਨੋਮਿਕਸ ਹੈ? ਇਹ ਆਪਣੀ ਬਣਾਈ ਹੋਈ ਇਕਨੋਮਿਕਸ ਹੈ, ਜਦਕਿ ਸਹੀ ਗੱਲ ਇਹ ਹੈ ਕਿ ਰੁਪਈਆ ਟੁੱਟਦਾ ਪਿਆ, ਜੋ ਇਕਨੋਮਿਸਟ ਕਹਿੰਦੇ ਨੇ ਕਿ ਇਹ ਆਪਣੀ ਇਕਨੋਮਿਕਸ ਬਣਾ ਕੇ ਲੋਕਾਂ ਨੂੰ ਦੱਸਦੇ ਆਪ ਹੀ ਬਣਾ ਲੈਂਦੇ ਆ ਨਾ। ਹਾਂ, ਜਿਹੜਾ ਅੱਗੇ 13 ਰੁਪਏ ਦਾ 1 ਰੁਪਈਆ ਡਾਲਰ ਜਿਹੜਾ ਹੁੰਦਾ ਸੀ ਨਾ, 1 ਰੁਪਏ ਦੀ ਵੈਲਿਊ ਹੁੰਦੀ ਸੀ, ਉਹ ਜ਼ਮਾਨਾ ਵੀ ਸੀਗਾ। ਉਦੋਂ ਨਫਰੀ ਘੱਟ ਸੀਗੀ, ਸਾਡੀ ਪਾਪੂਲੇਸ਼ਨ ਥੋੜੀ ਸੀਗੀ। ਹੁਣ ਅਸੀਂ ਪਾਪੂਲੇਸ਼ਨ ਤੇ ਕੰਟਰੋਲ ਕੀਤਾ ਨਹੀਂ। ਜ਼ਮੀਨਾਂ ਉਹੀ ਆ, ਅਨਾਜ ਓਨਾ ਹੀ ਆ, ਹੈ ਨਾ, ਇੰਡਸਟਰੀ ਓਡੀ ਕੀ ਆ, ਸਾਰਾ ਕੁਛ ਆ। ਔਰ ਤੁਸੀਂ ਜਦੋਂ ਕਮਾਉਂਦੇ ਘੱਟ ਜੇ, ਹੈ ਨਾ, ਤੇ ਫਿਰ ਦੂਜੇ ਖਾਣ ਵਾਲੇ ਜ਼ਿਆਦਾ ਹੈਗਾ। ਜਦੋਂ ਇੱਕ ਜ਼ਮੀਨ ਦੇ ਵਿੱਚ ਤੁਸੀਂ 20 ਬੂਟੇ ਲਾ ਦਿੱਤੇ, ਹੈ ਨਾ, ਤੇ 20 ਬੂਟਿਆਂ ਦੇ ਵਿੱਚ ਪਾਣੀ ਤੁਸੀਂ ਉਹੀ ਦੇਣਾ, ਖਾਦ ਤੁਸੀਂ ਉਹੀ ਦੇਣੀ ਆ। 20 ਬੂਟੇ ਜਿਹੜੇ ਆ ਉਹ ਉੱਗਦੇ ਆ, ਗਰੋਥ ਲੈਂਦੇ ਆ, ਔਖੇ ਹੋਣਗੇ। ਜਦੋਂ 5 ਬੂਟੇ ਲਾਤੇ ਆ, ਉਹ ਇੱਕਦਮ ਗਰੋਥ ਹੋ ਜੀ, ਇੱਕਦਮ ਚੜ੍ਹ ਜਾਣਗੇ। ਇਹੀ ਘਰਾਂ 'ਚ ਹੁੰਦਾ ਕਿ ਜੇ 15 ਬੱਚੇ ਹੈਗੇ ਆ, ਉਹ ਭੁੱਖੇ ਰਹਿਣਗੇ, ਜੇ 4 ਬੱਚੇ ਤੇ ਰੱਜ ਕੇ ਰੋਟੀ ਖਾਣਗੇ। ਇਹੀ ਇਕਨੋਮੀ ਆ। ਜੋ ਵੱਡੇ ਵੱਡੇ ਮਾਹਿਰ ਨੇ, ਇਕਨੋਮਿਸਟ ਨੇ ਜਾਂ ਪੋਲੀਟੀਕਲ ਸਾਇੰਟਿਸਟ ਨੇ, ਸੋਸ਼ਲ ਸਾਇੰਟਿਸਟ ਨੇ, ਉਹ ਹੱਸਦੇ ਨੇ ਕਈ ਵਾਰ ਜਦੋਂ ਇਦਾਂ ਦੀਆਂ ਸਟੇਟਮੈਂਟਸ ਆਉਂਦੀਆਂ ਨੇ ਕਿ ਐਡੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਲੋਕ ਇਦਾਂ ਜਦੋਂ ਸਟੇਟਮੈਂਟਸ ਦਿੰਦੇ ਨੇ ਤਾਂ ਅਸੀਂ ਕਹਿੰਦੇ ਹਾਂ ਕਿ ਇਹਨਾਂ ਦਾ ਸੈਂਸ ਆਫ ਹਿਊਮਰ ਬੜਾ ਜ਼ਬਰਦਸਤ ਹੈ, ਕਾਮੇਡੀ ਬਹੁਤ ਵਧੀਆ ਕਰ ਲੈਂਦੇ ਨੇ। ਪਰ ਇੱਥੇ ਦੇਖਣਾ ਚਾਹੀਦਾ ਕਿ ਇਹ ਕਾਮੇਡੀ ਕਰਨ ਦੀ ਸਿਚੁਏਸ਼ਨ ਹੈਗੀ ਹੈ, ਲੋਕਾਂ ਦਾ ਮੰਦਾ ਹਾਲ ਹੈ, ਔਰ ਤੁਸੀਂ ਇਦਾਂ ਦੀਆਂ ਸਟੇਟਮੈਂਟਸ ਦੇ ਰਹੇ ਹੋ ਜਿਨ੍ਹਾਂ ਦਾ ਕੋਈ ਆਧਾਰ ਨਹੀਂ, ਜਿਨ੍ਹਾਂ ਵਿੱਚ ਕੋਈ ਤਰਕ, ਕੋਈ ਲੌਜਿਕ ਨਹੀਂ, ਸਿਰਫ ਆਪਣੀਆਂ ਕਮੀਆਂ ਨੂੰ ਕਵਰ ਅਪ ਕਰਦੇ ਪਏ ਹੋ। ਇਹ ਮਾਹਿਰਾਂ ਦਾ ਮੰਨਣਾ ਹੈ। ਅੱਗੇ ਮਾਹਿਰ ਕੀ ਮੰਨਦੇ ਨੇ, ਆਪਾਂ ਉੱਧਰ ਤੁਰਦੇ ਹਾਂ ਜੀ ਕਿ ਪ੍ਰਧਾਨ ਮੰਤਰੀ ਨੇ ਹਰ ਗੰਭੀਰ ਮੁੱਦੇ ਤੇ ਚੁੱਪ ਕਿਉਂ ਧਾਰੀ। ਇਹ ਕਾਂਗਰਸ ਦੇ ਜੋ ਵਿਰੋਧੀ ਪਾਰਟੀ ਦੇ ਆਗੂ ਨੇ, ਨੇਤਾ ਨੇ, ਉਹ ਇਹ ਗੱਲ ਕਹਿ ਰਹੇ ਨੇ, PM ਮੋਦੀ ਦੇ ਉੱਤੇ ਇਹ ਗੱਲ ਕਰ ਰਹੇ ਨੇ। ਉਹ ਇਹ ਪਾਰਲੀਮੈਂਟ ਦਾ ਸੈਸ਼ਨ ਹੋਇਆ ਜਦੋਂ, ਉਹਦੇ ਵਿੱਚ ਹੁਣ ਤਾਂ ਨਾ ਮੁਲਤਵੀ ਕਰ ਦਿੱਤਾ, ਜਿਹੜੀ ਰਾਜ ਸਭਾ ਵਾ ਅੱਜ ਤੋਂ ਮੁਲਤਵੀ ਕਰ ਦਿੱਤਾ, ਉਹ ਨਹੀਂ ਚੱਲੂਗੀ। ਔਰ ਕਿਉਂਕਿ ਉੱਥੇ ਰੌਲਾ ਪਿਆ, ਕੱਲ੍ਹ ਵੀ ਬਹੁਤ ਜ਼ਿਆਦਾ ਹੰਗਾਮਾ ਹੋਇਆ, ਔਰ ਉਸ ਹੰਗਾਮੇ ਦੇ ਵਿੱਚ ਇਹ ਉਹਨਾਂ ਨੇ ਗੱਲ ਬਣਾਈ ਜਾਂ ਐਲਾਨ ਕੀਤਾ ਕਿ ਪ੍ਰਧਾਨ ਮੰਤਰੀ ਦੇਸ਼ ਦੇ ਜਿਹੜੇ ਮੁੱਖ ਨੇ, ਉਹਨਾਂ ਨੇ ਐਸੀ ਚੁੱਪ ਧਾਰੀ ਆ ਕਿ ਉਹ ਬਿਲਕੁਲ ਚੁੱਪ ਨੇ, ਕੋਈ ਉਹਦੇ 'ਚ ਬਿਆਨਬਾਜ਼ੀ ਨਹੀਂ, ਕੋਈ ਉਹਦੇ 'ਚ ਨਹੀਂ। ਜਦੋਂ ਕਿ ਦੇਸ਼ ਅੱਗ ਦੀਆਂ ਲਪਟਾਂ ਵਿੱਚੋਂ ਗੁਜ਼ਰ ਰਿਹਾ, ਜਿਹਦੇ ਵਿੱਚ ਮਣੀਪੁਰ ਦਾ ਉਹਨਾਂ ਨੇ ਐਗਜ਼ਾਮਪਲ ਦਿੱਤੀ ਆ, ਹਰਿਆਣਾ ਦੀ ਦਿੱਤੀ ਆ, ਔਰ ਪੱਛਮੀ ਬੰਗਾਲ ਦੇ ਬਾਰੇ ਕਿਹਾ ਹੈਗਾ, J&K ਦੇ ਬਾਰੇ ਦੱਸਿਆ ਹੈਗਾ, ਜਿਹਦੇ ਬਾਰੇ ਪ੍ਰਧਾਨ ਮੰਤਰੀ ਨੇ ਕੁਝ ਪੈਗਾਮ, ਸੰਦੇਸ਼, ਕੋਈ ਐਲਾਨ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿਉਂ ਚੁੱਪ ਧਾਰੀ ਆ, ਕਿਉਂਕਿ ਉਹਨਾਂ ਨੇ 3 ਸਵਾਲ ਕੀਤੇ ਉਹਨਾਂ ਨੂੰ। 3 ਸਵਾਲਾਂ ਦਾ ਪ੍ਰਧਾਨ ਮੰਤਰੀ ਜਵਾਬ ਦੇ ਦੇਣ। ਇੱਕ ਤਾਂ ਉਹਨਾਂ ਕਿਹਾ ਕਿ ਮਣੀਪੁਰ ਦੀ ਜਿਹੜੀ ਹਿੰਸਾ ਵਾ ਉਹਦੇ ਵਿੱਚ ਤੁਸੀਂ ਚੁੱਪ ਰਹਿ ਜੇ, ਉਹਦੇ ਵਿੱਚ ਕੀ ਐਲਾਨ, ਕੀ ਉਹਦੇ 'ਚ ਕੰਮ ਕਰੋਗੇ। ਦੂਜਾ ਉਹਨਾਂ ਨੇ ਕਿਹਾ ਜਿਹੜਾ 370 ਦਾ ਜਿਹੜਾ ਤੁਸੀਂ ਐਲਾਨ ਕੀਤਾ ਹੈਗਾ ਐਕਟ J&K ਦੇ ਵਿੱਚ, ਉਹ ਤੁਸੀਂ ਉਹਨੂੰ ਬਰਖਾਸਤ ਕਰਨਾ ਚਾਹੁੰਦੇ ਸੀ ਜਾਂ ਉਹਨੂੰ ਬਣਾਉਣਾ ਚਾਹੁੰਦੇ ਸੀ। ਉਹਨੂੰ ਨਵਾਂ ਸਿਰੇ ਦੇ ਕੇ ਉਹਨੂੰ ਅੱਧ ਵਿਚਾਲੇ ਵਿੱਚ, ਅਧਵਾਟੇ ਵਿੱਚ ਰੱਖਿਆ ਪਿਆ। ਲੋਕ ਉੱਥੋਂ ਦੀ ਜਾਚਕਾਂ ਦਾਇਰ ਹੋਈਆਂ, ਉਹਦੇ ਬਾਰੇ ਵੀ ਚੁੱਪ ਤੁਹਾਡੀ, ਉਹਦੇ ਬਾਰੇ ਤੁਸੀਂ ਕੋਈ ਗੱਲ ਨਹੀਂ ਕੀਤੀ। ਤੁਸੀਂ ਜਦੋਂ ਕੋਈ ਅਗਲੇ ਦੇ ਘਰ ਵਿੱਚ ਹਿੱਟ ਕਰ ਦਿੰਦੇ ਜੇ, ਬਾਲ ਸੁੱਟ ਦਿੰਦੇ ਜੇ, ਉਹ ਬਾਲ ਉਹਦੇ ਘਰ ਚਲ ਜਾਂਦਾ, ਮੁੜ ਕੇ ਉਹਦਾ ਜਦੋਂ ਮਾਰਦਾ ਉਹਦਾ ਜਵਾਬ ਦਿੰਦਾ, ਤੁਸੀਂ ਉਦੋਂ ਚੁੱਪ ਜੇ। ਔਰ ਇਸ ਤਰ੍ਹਾਂ ਦੇ ਸਵਾਲਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਦੇਸ਼ ਸਾਰਾ ਸੰਕਟਗ੍ਰਸਤ ਹੈਗਾ, ਤੁਸੀਂ ਬਿਲਕੁਲ ਚੁੱਪ ਤੇ ਜਿਹੜੀ ਆ ਇਸ ਵੇਲੇ ਚੁੱਪ ਧਾਰੀ ਪਈ ਆ, ਤੁਸੀਂ ਕੋਈ ਗੱਲ ਨਹੀਂ ਕਰ ਰਹੇ। ਔਰ ਉਹਨਾਂ ਨੇ ਵੀ ਕਿਹਾ ਹੈਗਾ ਕਿ ਜੇ ਦੇਸ਼ ਦਾ ਮੁੱਖ, ਜੇ ਦੇਸ਼ ਦਾ ਜਿਹੜਾ ਵਾਗਡੋਰ ਸੰਭਾਲਣ ਵਾਲਾ ਹੀ ਬੰਦਾ ਚੁੱਪ ਹੋ ਜਾਊਗਾ, ਤੇ ਦੇਸ਼ ਕਿਸ ਗਰਦਾਨੇ 'ਚ ਬਹਿ ਜੂ, ਕਿਸ ਪਾਸੇ ਬੈਠੂਗਾ, ਕਿ ਕੀ ਗੱਲ ਸੁਣੂਗਾ। ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਰਾਸ਼ਟਰਪਤੀ ਮੈਡਮ ਜਿਹੜੀ, ਉਹਨਾਂ ਨੇ ਕੋਈ ਪੈਗਾਮ ਨਹੀਂ ਦਿੱਤਾ, ਕੋਈ ਸੰਦੇਸ਼ ਨਹੀਂ ਦਿੱਤਾ, ਕੁਛ ਨਹੀਂ ਗਾ। ਇਹ ਖੜਕੇ ਸਾਹਿਬ ਦਾ ਆਪਣਾ ਐਲਾਨਨਾਮਾ ਸੀਗਾ। ਔਰ ਉਦੋਂ ਬਾਅਦ ਪਾਰਲੀਮੈਂਟ ਵਿੱਚ ਵੀ ਜੋ ਹੰਗਾਮਾ ਹੋਇਆ, ਪਾਰਲੀਮੈਂਟ 'ਚ ਵੀ ਕਿਸੇ ਨੇ ਕਿਸੇ ਦੀ ਨਹੀਂ ਸੁਣੀ। ਔਰ ਉਹਦੇ ਵਿੱਚ ਸਾਰਾ ਜਿਹੜਾ ਹੈਗਾ ਸੀਗਾ BJP ਦੇ ਜਿਹੜੇ ਆਗੂ ਆ, ਉਹਨਾਂ ਨੇ ਇਹਨਾਂ ਦੀਆਂ ਗੱਲਾਂ ਦੀ ਜਿਹੜੀਆਂ ਅਣਸੁਣੀਆਂ ਕਰ ਦਿੱਤੀਆਂ। ਜੋ ਇਹਨਾਂ ਨੇ ਕਿਹਾ ਹੈਗਾ, ਕੋਈ ਉਹਦਾ ਜਵਾਬ ਤਲਬੀ ਨਹੀਂ ਹੋਈ, ਕੁਛ ਨਹੀਂ ਸੁਣਿਆ ਗਿਆ। ਸਪੀਕਰ ਸਾਹਿਬ ਜਿਹੜੇ ਉਹ ਬੋਲਦੇ ਰਹੇ, ਦੱਸਦੇ ਰਹੇ ਕਿ ਹੁਣ ਆਹ ਬੋਲ ਰਿਹਾ ਲੀਡਰ, ਹੁਣ ਦੂਜਾ ਲੀਡਰ ਬੋਲੂਗਾ, ਇਹਨੂੰ ਤੁਸੀਂ ਸੁਣੋਗੇ। ਪਰ ਉਹ ਬੋਲਦਾ ਹੀ ਰਹਿ ਗਿਆ, ਉਹਦਾ ਕੋਈ ਰਿਸਪੌਂਸ ਨਹੀਂ, ਕੋਈ ਪ੍ਰਤੀਕਿਰਿਆ ਨਹੀਂ, ਕੋਈ ਉਹਦਾ ਜਵਾਬ ਨਹੀਂ ਦਿੱਤਾ ਗਿਆ। ਉਹਦੇ ਵਿੱਚ ਲੋਕ ਜਿਹੜੇ ਸੁਣ ਰਹੇ ਸੀ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ, ਲੋਕ ਦੇਖਦੇ ਕਿ ਹੁਣ ਲੀਡਰ ਉੱਠਣਗੇ, ਹੁਣ ਪ੍ਰਧਾਨ ਮੰਤਰੀ ਉੱਠਣਗੇ, ਜਿਹੜਾ ਜਵਾਬ ਦੇਣਗੇ। ਉਹਦੇ ਵਿੱਚ ਕਿਸੇ ਨੇ ਰਾਹੁਲ ਗਾਂਧੀ ਨੂੰ ਨਹੀਂ ਬੋਲਣ ਦਿੱਤਾ, ਉਹਦੇ ਵਿੱਚ ਉਹਨੂੰ ਵੀ ਚੁੱਪ ਕਰਾ ਦਿੱਤਾ ਗਿਆ। ਔਰ ਜਿਹੜਾ ਇਹ ਪਾਰਲੀਮੈਂਟ ਦਾ ਮਤਲਬ ਹੁੰਦਾ ਅਜਲਾਸ, ਸਮਾਗਮ, ਜਿਹਦੇ ਵਿੱਚ ਤੁਸੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਡਿਸਕਸ ਕਰਨਾ, ਉਹਦਾ ਹੱਲ ਲੱਭਣਾ, ਉਹਦੇ 'ਚ ਅਗਲਾ ਆਉਣ ਵਾਲਾ ਸਮਾਂ ਕੀ ਕਹਿੰਦਾ ਹੈਗਾ, ਉਹਦੇ ਵਿੱਚ ਕੀ ਤੁਸੀਂ ਕਰੋਗੇ। ਜੇ ਚੁੱਪ ਵੱਟ ਕੇ ਬੈਠੇ ਰਹੇ ਤਾਂ ਕੀ ਮਤਲਬ ਹੈਗਾ। ਜਦੋਂ ਉਹਨਾਂ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਬਾਕੀ ਬੋਲਦੇ, ਬਾਕੀ ਵਿਸ਼ਿਆਂ 'ਤੇ ਬੋਲਦੇ ਆ, ਉਦੋਂ ਚੁੱਪ ਨਹੀਂ ਕਰਦੇ।
ਉਦੋਂ ਪਤਾ ਨਹੀਂ ਕਿੱਧਰ ਚੱਲ ਜਾਂਦੇ ਆ, ਕਿਹੜੇ ਆਊਟ ਆਫ ਟਰੈਕ ਹੋ ਜਾਂਦੇ, ਕਿੱਧਰ ਗੱਲਾਂ ਲੈ ਜਾਂਦੇ ਆ। ਜਿਹੜੇ ਅਸਲ ਮਸਲੇ ਆ, ਜਿਹੜੇ ਸਹੀ ਮਸਲੇ ਆ, ਜਿਹੜੇ ਲੋਕ ਇਸ ਵੇਲੇ ਜਿਨ੍ਹਾਂ ਤੋਂ ਬਿਲਕੁਲ ਤੰਗ ਆ, ਜਿਹੜੇ ਉਹਨਾਂ ਦੇ ਸਿਰ ਤੇ ਚੜ੍ਹੇ ਪਏ ਮਸਲੇ, ਉਹਨਾਂ ਦੇ ਬਾਰੇ ਤੁਸੀਂ ਕੋਈ ਗੱਲ ਨਹੀਂ ਕੀਤੀ। ਇਹ ਖਾਸ ਤੌਰ 'ਤੇ ਉਹਨਾਂ ਨੇ ਇਹ ਰੋਸ ਪ੍ਰਗਟਾਇਆ ਔਰ ਉਹਨਾਂ ਨੇ ਕਿਹਾ ਕਿ ਅਸੀਂ ਵੀ ਸ਼ਾਇਦ ਜੇ ਇਹ ਗੱਲ ਹੋਈ ਤਾਂ ਅਸੀਂ ਵੀ ਸੜਕਾਂ 'ਤੇ ਆ ਜਾਵਾਂਗੇ, ਅਸੀਂ ਵੀ ਸੜਕਾਂ 'ਤੇ ਰੌਲਾ ਪਾਵਾਂਗੇ। ਪਰ ਉਹਦੇ ਵਿੱਚ ਉਹਨਾਂ ਦੇ ਇੱਕ ਸਿਆਸੀ ਲੀਡਰ ਨੇ ਕਹਿਤਾ ਕਿ ਜੇ ਸੜਕਾਂ 'ਤੇ ਆਵਾਂਗੇ ਤਾਂ ਫਿਰ ਨਿਰਵਿਘਨ ਲੋਕਾਂ ਦਾ ਜਿਹੜਾ ਵਿਚਾਰਿਆਂ ਦਾ ਨੁਕਸਾਨ ਹੋਊਗਾ, ਜਿਹੜੇ ਲੋਕ ਬਾਹਰ ਆਉਂਦੇ, ਦਿਹਾੜੀਦਾਰ, ਕੰਮ ਵਾਲੇ ਆ, ਪੜ੍ਹਨ ਵਾਲੇ ਆ। ਇਹ ਗੱਲ ਬੜੀ ਸੂਝਵਾਨ ਗੱਲਾਂ ਦੀ ਗੱਲ ਹੈਗੀ ਆ ਕਿ ਇਹਦੇ ਵਿੱਚ ਸੜਕਾਂ 'ਤੇ ਨਹੀਂ ਆਵਾਂਗੇ ਔਰ ਕਿਸੇ ਪਾਸੇ ਅਸੀਂ ਰੌਲਾ ਨਹੀਂ ਪਾਵਾਂਗੇ, ਨਾਅਰੇਬਾਜ਼ੀ ਨਹੀਂ ਕਰਾਂਗੇ, ਪਾਰਲੀਮੈਂਟ 'ਚ ਅਸੀਂ ਆ ਕੇ ਗੱਲ ਕਰਾਂਗੇ। ਇਹ ਦੇਖੋ, ਪਾਰਲੀਮੈਂਟ ਦੇ ਵਿੱਚ ਹੀ ਗੱਲ ਕਰਨੀ ਚਾਹੀਦੀ ਜੀ 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 ਔਰ ਪਾਰਲੀਮੈਂਟ ਦੇ ਵਿੱਚ ਹੀ ਵਿਰੋਧੀ ਧਿਰ ਕਹਿ ਰਹੇ ਨੇ ਕਿ ਪ੍ਰਾਈਮ ਮਿਨਿਸਟਰ ਕੋਈ ਸਟੇਟਮੈਂਟ ਦੇਣ, ਕੁਝ ਕਹਿਣ ਜੋ ਦੇਸ਼ ਦੇ ਹਾਲਾਤ ਬਣੇ ਹੋਏ ਨੇ, ਕਿਉਂਕਿ ਪਾਰਲੀਮੈਂਟ ਤੋਂ ਉੱਤੇ ਕੁਝ ਵੀ ਨਹੀਂ ਹੈ। ਸਹੀ ਗੱਲ। ਸਦਨ ਹੈ ਲੋਕਤੰਤਰ ਦੇ ਵਿੱਚ, ਲੋਕ ਸਭਾ ਸਭ ਤੋਂ ਵੱਡੀ ਲੋਕਤੰਤਰ। ਜੇ ਲੋਕਤੰਤਰ ਦੀ ਤੁਸੀਂ ਗੱਲ ਕੀਤੀ, ਜੇ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਬੋਲਦਾ ਤਾਂ ਕਾਨੂੰਨ ਹੁੰਦਾ। ਜੋ ਐਲਾਨਨਾਮਾ ਹੋ ਗਿਆ, ਜੋ ਉਹਨਾਂ ਨੇ ਕਹਿਤਾ ਇਟ ਇਜ਼ ਲਾ, ਉਹਦੇ ਵਿੱਚ ਇਹ ਹੈਗਾ ਕਿ ਉਦੋਂ ਬਾਅਦ ਉਹਨਾਂ ਨੇ ਜਿਹੜਾ ਉਹਦੇ 'ਚ ਫਾਰਮੈਲਿਟੀ ਉਹ ਕਰ ਲੈਣਗੇ, ਪਰ ਉਹਦੇ 'ਤੇ ਗੱਲ ਕੀਤੀ ਨੂੰ ਪੂਰਾ ਕਰਨ ਲਈ ਸਾਰੀਆਂ ਧਿਰਾਂ ਵੀ ਰਲ ਜਾਂਦੀਆਂ ਅਤੇ ਜਿਹੜੀ ਮੂਲ ਮੰਤਰ ਜਿਹੜੀ ਉਹਨਾਂ ਦੀ ਆਪਣੀ ਪਾਰਟੀ ਉਹਨਾਂ 'ਤੇ ਰਲਣਾ ਹੀ ਹੈਗਾ ਔਰ ਉਹ ਜਿਹੜੀ ਗੱਲ ਲੋਕਾਂ ਤੱਕ ਪਹੁੰਚ ਜਾਂਦੀ ਹੈ ਕਿ ਹੁਣ ਆਹ ਗੱਲ ਐਲਾਨਨਾਮਾ ਹੋ ਜਾਊਗਾ, ਹੁਣ ਆਹ ਹੋ ਜਾਊਗਾ। ਜਿੱਦਾਂ ਜਿਹੜੇ ਕਰਮਚਾਰੀ ਨੇ ਜਦੋਂ ਕੋਈ ਗੱਲ ਕਰਦੇ, ਜਦੋਂ ਇਹਨਾਂ ਨੇ ਕਹਿਤਾ, ਜਿੱਦਾਂ ਹੁਣ ਆਪਾਂ ਗੱਲ ਕੀਤੀ ਹੈ ਕਿ ਮਹਿੰਗਾਈ ਸਿਖਰਾਂ 'ਤੇ ਛੂਹ ਜਾਣੀ ਸੀ, ਜੇ ਕਿਤੇ ਦੂਜੀ ਪਾਰਟੀ ਹੁੰਦੀ ਤਾਂ ਇੱਥੋਂ ਤੱਕ ਚੱਲ ਜਾਣਾ ਸੀ, ਦੁੱਧ ਨਹੀਂ ਸੀ ਮਿਲਣਾ, ਪਾਣੀ ਨਹੀਂ ਸੀ ਮਿਲਣਾ, ਆਹ ਨਹੀਂ ਸੀ ਮਿਲਣਾ। ਪਰ ਉਹਦੇ ਵਿੱਚ ਜਿਹੜੇ ਕਰਮਚਾਰੀ ਕੇਂਦਰ ਦੇ ਆ, ਉਹਨਾਂ ਨੂੰ ਪਤਾ ਵੀ ਜੇ ਮਹਿੰਗਾਈਆਂ ਦੇ ਸਿਖਰਾਂ 'ਤੇ ਪਹੁੰਚ ਜਾਣੀ ਤਾਂ ਸਾਡਾ ਡੀਏ ਤਾਂ ਵੱਧ ਜਾਊਗਾ। ਸਾਡਾ ਡੀਏ ਤਾਂ ਅੱਗੇ 4% ਹੈ, 6% ਵੀ ਹੋ ਸਕਦਾ। ਜਿੱਥੇ ਜਿਸ ਤਰ੍ਹਾਂ ਦੇ ਲੋਕ ਬੈਠੇ, ਉਹਨਾਂ ਨੂੰ ਕਈ ਤਰ੍ਹਾਂ ਦੀਆਂ ਤਾਂਘਾਂ, ਕਈ ਤਰ੍ਹਾਂ ਦੀਆਂ ਉਮੀਦਾਂ, ਕਈ ਤਰ੍ਹਾਂ ਦੇ ਜਿਹੜੇ ਆ ਉਹਨਾਂ ਨੂੰ ਆਸਾਂ ਆ ਜਾਂਦੀਆਂ ਮਨ ਦੇ ਵਿੱਚ। ਇਹ ਹੁੰਦੀ ਹੈ ਪ੍ਰਾਈਮ ਮਿਨਿਸਟਰ ਦਾ ਬੋਲਣਾ। ਪਰ ਉਹ ਕਹਿੰਦੇ ਇਹਨਾਂ ਨੇ ਚੁੱਪ ਹੀ ਵੱਟੀ ਹੈ ਅਤੇ ਬਿਲਕੁਲ ਬੋਲਦੇ ਨਹੀਂ ਹੈਗੇ, ਅਤੇ ਅਸੀਂ ਕੀ ਸੋਚਾਂਗੇ ਕਿ ਕੀ ਕਹਿਣਾ ਚਾਹੁੰਦੇ। ਇਹ ਹੈ ਬਿਲਕੁਲ, ਕਿਉਂਕਿ ਬੋਲਣਾ ਚਾਹੀਦਾ ਹੈ। ਕਿਸੇ ਵਕਤ ਕਹਿੰਦੇ ਸੀ ਡਾਕਟਰ ਮਨਮੋਹਨ ਸਿੰਘ ਕੁਝ ਨਹੀਂ ਬੋਲਦੇ, ਪਰ ਜਦੋਂ ਬੋਲਦੇ ਕਰਦੇ ਤਾਂ ਹੈਗੇ ਸੀ, ਬੋਲਦੇ ਸੀ। ਜੋ ਬੋਲਦੇ ਘੱਟ ਸੀ ਤੇ ਕੰਮ ਕਰ ਦਿੰਦੇ ਸੀ। ਔਰ ਇਹਨਾਂ ਵਿਸ਼ਿਆਂ ਦੇ ਉੱਤੇ ਔਰ ਇਦਾਂ ਦੇ ਵਿਸ਼ਿਆਂ ਦੇ ਉੱਤੇ ਮਤਲਬ ਜੋ ਪਹਿਲਾਂ ਵੀ ਹਾਲਾਤ ਰਹੇ ਨੇ, ਖੈਰ ਇਦਾਂ ਦੇ ਹਾਲਾਤ ਤਾਂ ਪਹਿਲਾਂ ਕਦੀ ਰਹੇ ਨਹੀਂ, ਪਰ ਘਟਨਾਵਾਂ ਤੇ ਹੁੰਦੀਆਂ ਰਹੀਆਂ ਨੇ। ਨਿਰਭੈ ਕਾਂਡ ਦੇ ਉੱਤੇ ਬਹੁਤ ਅੱਛਾ ਬੋਲੇ ਨੇ ਡਾਕਟਰ ਮਨਮੋਹਨ ਸਿੰਘ, ਹੋਰ ਵੀ ਕਈ ਮੁੱਦਿਆਂ ਦੇ ਉੱਤੇ ਬੜਾ ਅੱਛਾ ਬੋਲੇ ਨੇ। ਪਰ ਇੱਥੇ ਤੇ ਬੋਲਣਾ ਬਣਦਾ ਸੀ। ਖਾਸ ਕਰਕੇ ਅਸੀਂ ਆਪਣੇ ਪਲੇਟਫਾਰਮ ਤੋਂ ਕਈ ਵਾਰ ਕਹਿ ਚੁੱਕੇ ਹਾਂ ਕਿ ਮਨੀਪੁਰ ਦੀ ਘਟਨਾ ਦੇ ਉੱਤੇ ਤੇ ਇੱਥੋਂ ਤੱਕ ਕਿ ਰਾਸ਼ਟਰਪਤੀ ਸਾਹਿਬਾ ਦਾ ਵੀ ਬੋਲਣਾ ਬਣਦਾ ਹੈ ਇਨਸਾਨੀਅਤ ਦੇ ਨਾਤੇ। ਸੋ ਇਹ ਸਾਰੀਆਂ ਗੱਲਾਂ ਅਸੀਂ ਕਰਦੇ ਰਹਿੰਦੇ ਹਾਂ। ਅਸੀਂ ਉਹੀ ਗੱਲਾਂ ਕਰਦੇ ਹਾਂ ਜੋ ਪਬਲਿਕ ਦੇ ਵਿੱਚ ਨੇ, ਅਸੀਂ ਉਹੀ ਪਬਲਿਕ ਦੀਆਂ ਗੱਲਾਂ ਲਿਆ ਕੇ ਆਪਣੇ ਦਰਸ਼ਕਾਂ ਦੇ ਸਾਹਮਣੇ ਪੇਸ਼ ਕਰਦੇ ਹਾਂ ਔਰ ਦਰਸ਼ਕ ਅੱਗੋਂ ਇਸ ਚੀਜ਼ ਦੀ ਉਮੀਦ ਰੱਖਦੇ ਨੇ ਕਿ ਅਸੀਂ ਅਗਲੇ ਮੁੱਦੇ ਬਾਰੇ ਕੀ ਕਹਿਣਾ ਚਾਹੁੰਦੇ ਹਾਂ। ਸੋ ਇਸ ਮੁੱਦੇ ਨੂੰ ਅਸੀਂ ਖਾਸ ਤੌਰ ਤੇ ਲਵਾਂਗੇ ਜਿਹੜਾ ਦਿੱਲੀ ਸੇਵਾਵਾਂ ਦਾ ਬਿੱਲ ਰਾਜ ਸਭਾ ਦੇ ਵਿੱਚ ਪਾਸ ਹੋਇਆ। ਵਿਰੋਧੀ ਧਿਰਾਂ ਵੱਲੋਂ ਵਿਰੋਧ ਹੋਇਆ ਕਿ ਸਾਰੀ ਪਾਵਰ ਖਿੱਚ ਲਈ ਗਈ ਔਰ ਸੈਂਟਰ ਨੇ ਦਿੱਲੀ ਦੀ ਸਾਰੀ ਪਾਵਰ ਲੈ ਲਈ ਹੈ। ਔਰ ਕੇਜਰੀਵਾਲ ਸਾਹਿਬ ਕਹਿ ਰਹੇ ਨੇ ਕਿ ਮੈਨੂੰ ਤਾਂ ਇਹ ਸਟੇਟਸ ਨਹੀਂ ਕਲੀਅਰ ਹੋ ਰਿਹਾ ਕਿ ਦਿੱਲੀ ਜਿਹੜੀ ਹੈ ਯੂਨੀਅਨ ਟੈਰੀਟਰੀ ਹੈ ਜਾਂ ਦਿੱਲੀ ਨੂੰ ਕਿਸੇ ਸੂਬੇ ਦੀ ਤਰ੍ਹਾਂ ਡੀਲ ਕੀਤਾ ਜਾ ਰਿਹਾ ਹੈ ਕਿ ਇਹਦੇ ਵਿੱਚ ਚੁਣੇ ਹੋਏ ਚੀਫ ਮਿਨਿਸਟਰ ਦਾ ਕੀ ਰੋਲ ਰਹਿ ਜਾਂਦਾ ਜਦੋਂ ਸਾਰੀਆਂ ਪਾਵਰਸ ਤੇ ਸੈਂਟਰ ਕੋਲ ਚਲੀਆਂ ਜਾਂਦੀਆਂ ਨੇ। ਕਿਉਂਕਿ ਬੀਜੇਪੀ ਉੱਥੇ ਆਪਣੀ ਗਵਰਨਮੈਂਟ ਨਹੀਂ ਬਣਾ ਸਕੀ, 3-4 ਵਾਰ ਇਲੈਕਸ਼ਨਸ ਦੇ ਵਿੱਚ ਹਾਰੀ ਹੈ। ਹੁਣ ਪਿਛਲੇ ਦਰਵਾਜ਼ੇ 'ਚੋਂ ਐਂਟਰੀ ਕੀਤੀ ਹੈ। ਇਹ ਜੋ ਕੇਜਰੀਵਾਲ ਸਾਹਿਬ ਕਹਿ ਰਹੇ ਨੇ, ਮੈਂ ਉਹਨਾਂ ਦੀ ਸਟੇਟਮੈਂਟ ਲੈ ਰਿਹਾ ਕਿ ਪਿਛਲੇ ਦਰਵਾਜ਼ੇ 'ਚੋਂ ਐਂਟਰੀ ਕਰਕੇ ਇਹਨਾਂ ਨੇ ਦਿੱਲੀ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਜਿਹੜਾ ਬਿੱਲ ਪਾਸ ਹੋਇਆ, ਹੁਣ ਪਹਿਲਾਂ ਲੋਕ ਸਭਾ 'ਚ ਤਾਂ ਇਹਨਾਂ ਨੇ ਪੇਸ਼ ਕਰਕੇ ਕਰ ਦਿੱਤਾ ਸੀ ਕਿਉਂਕਿ ਉੱਥੇ ਬਹੁਮਤ ਇਹਨਾਂ ਦਾ ਹੀ ਹੈਗਾ ਸੀ, ਉੱਥੇ ਵੀ ਰੌਲਾ ਪਿਆ। ਰਾਜ ਸਭਾ 'ਚ ਆ ਗਿਆ। ਰਾਜ ਸਭਾ ਦੇ ਵਿੱਚ ਬੜੀ ਵਿਰੋਧਤਾ ਹੋਈ ਆ। ਰਾਜ ਸਭਾ ਦੇ ਵਿੱਚ 102 ਵੋਟਾਂ ਪੈਣ ਤੋਂ ਬਾਅਦ ਇਹ ਬਿੱਲ ਪਾਸ ਹੋ ਗਿਆ ਅਤੇ ਪਾਸ ਹੋਣ ਤੋਂ ਬਾਅਦ ਕੇਜਰੀਵਾਲ ਸਾਹਿਬ ਦਾ ਤੁਸੀਂ ਗੱਲ ਕੀਤਾ, ਜ਼ਿਕਰ ਕੀਤਾ, ਉਹਨਾਂ ਕਿਹਾ ਕਿ ਸਭ ਤੋਂ ਜਿਹੜਾ ਕਾਲਾ ਦਿਨ ਜਿਹੜਾ ਸੰਵਿਧਾਨ ਦਾ ਅਤੇ ਲੋਕਤੰਤਰ ਦਾ ਅੱਜ ਦਾ ਦਿਨ ਹੈਗਾ, ਜਿਹਦੇ ਵਿੱਚ ਇਹਨਾਂ ਨੇ ਸਾਰਿਆਂ ਨੂੰ ਪੰਜਾਬੀ 'ਚ ਅਸੀਂ ਕਹਿ ਲਈਏ ਨੁਕਰੋ ਨੁਕਰੀ ਲਾਉਣ ਦੀ ਸਾਜ਼ਿਸ਼ ਬਣਾ ਲਈ ਹੈ। ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਹੈਗਾ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਸ਼ਾਸਤ ਪ੍ਰਦੇਸ਼ ਆ ਜਾਂ ਇਹ ਰਾਜ ਆ ਜਾਂ ਇਹਦੇ ਵਿੱਚ ਕਿਸ ਗਿਣਤੀ 'ਚ ਆਊਗਾ, ਜਿਹਦੇ ਵਿੱਚ ਬਾਕੀ ਅਧਿਕਾਰੀ ਆ ਉਹਨਾਂ ਮੇਰੇ ਕਈ ਕਥੀ ਤੋਂ ਬਾਹਰ ਨਿਕਲ ਜਾਣਗੇ ਔਰ ਸਿੱਧੇ ਤੌਰ 'ਤੇ ਇੰਟਰਐਕਸ਼ਨ ਇਹਨਾਂ ਦਾ ਹੋਊਗਾ, ਇਹ ਗੱਲ ਕਰਨਗੇ ਔਰ ਅਸੀਂ ਨਾਂ ਦੇ ਗਿਣੇ ਰਵਾਂਗੇ ਮੁੱਖ ਮੰਤਰੀ ਔਰ ਜਿਹੜੇ ਉੱਥੇ ਉਪ ਰਾਜਪਾਲ ਨੇ, ਜਿਹੜੇ ਗਵਰਨਰ ਨੇ, ਉਹ ਡਾਇਰੈਕਟ ਤੌਰ 'ਤੇ ਉੱਥੇ ਰਾਜ ਕਰਨਗੇ। ਗਵਰਨਰ ਜਿਹੜੇ ਉੱਥੋਂ ਦੇ ਨੇ ਉਹਨਾਂ ਦੇ ਪਾਵਰ ਆ ਗਈ ਹੱਥ ਵਿੱਚ। ਪੰਜਾਬ ਵਿੱਚ ਜਿੱਦਾਂ ਗਵਰਨਰ ਨੇ, ਇੱਥੇ ਨਹੀਂ ਹੋਗਾ ਕਿਉਂਕਿ ਜਿਹੜੀ ਪਾਵਰ ਹੈਗੀ ਆ ਸਾਰੀ ਮੁੱਖ ਮੰਤਰੀ ਦੇ ਹੱਥ ਵਿੱਚ ਹੈਗੀ ਆ। ਉੱਥੇ ਪਾਵਰ ਗਵਰਨਰ ਦੇ ਕੋਲ ਚੱਲ ਜਾਊਗੀ, ਜਿਹੜੇ ਉੱਪਰ ਰਾਜਪਾਲ ਨੇ। ਔਰ ਉਹਦੇ ਵਿੱਚ ਜਿਹੜਾ ਆਪਣੇ ਕੇਜਰੀਵਾਲ ਸਾਹਿਬ ਨੇ, ਇਹ ਸਿਰਫ ਮਿੱਟੀ ਦੇ ਮਾਧ ਵਾਲੀ ਗੱਲ ਹੈਗੀ ਆ,
ਕੁਰਸੀ ਤੇ ਬੈਠੇ ਮੁੱਖ ਮੰਤਰੀ ਹੋਣਗੇ। ਔਰ ਉਹਨਾਂ ਨੇ ਕਿਹਾ ਕਿ ਜਿੱਦਾਂ ਇੱਕ ਚੋਰ ਪਿੱਛੋਂ ਦੀ ਸੰਨ ਲਾਉਂਦੇ ਆ, ਸੰਨ ਲਾ ਕੇ ਕੰਧ ਪਾੜ ਕੇ ਅੰਦਰ ਆ ਜਾਂਦੇ ਆ, ਇਹ ਅੰਦਰ ਆ ਗਏ ਹੁਣ ਇਸ ਵੇਲੇ, ਇਹਦੇ ਤੇ ਪੂਰਾ ਖੁਲਾਸਾ ਹੋ ਗਿਆ। ਪਰ ਉਹਨਾਂ ਨੇ, ਕੇਜਰੀਵਾਲ ਨੇ ਵੀ ਕਿਹਾ ਕਿ ਜੇ ਇਲੈਕਸ਼ਨ ਆਊਗੀ, ਇਲੈਕਸ਼ਨ ਤੋਂ ਬਾਅਦ ਪਤਾ ਲੱਗੂਗਾ ਵੀ ਲੋਕ ਇਹਦੇ ਨਾਲ ਸਹਿਮਤ ਨੇ ਜਾਂ ਨਹੀਂ ਸਹਿਮਤ। ਉਹਨਾਂ ਨੇ ਕਹਿਤਾ ਕਿ ਪਬਲਿਕ ਇਹਦੇ ਵਿੱਚ ਨਾਰਾਜ਼ ਹੈ। ਪਬਲਿਕ ਦੇ ਬਾਰੇ ਸੋਸ਼ਲ ਮੀਡੀਆ ਤੇ ਵੇਖੋ, ਫੇਸਬੁੱਕ ਤੇ ਵੇਖੋ, ਜਿੱਥੇ ਵੀ ਤੁਸੀਂ ਇੰਸਟਾਗ੍ਰਾਮ ਤੇ ਵੇਖੋ, ਲੋਕ ਇਹਦੇ ਤੋਂ ਬਿਲਕੁਲ ਅਸਹਿਮਤੀ ਪ੍ਰਗਟਾਈ ਹੈ। ਔਰ ਉਹਦੇ ਵਿੱਚ ਇਹਨਾਂ ਨੇ ਕਹਿਤਾ ਕਿ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ, ਜਿੱਥੇ ਜਿੱਥੇ ਵੀ ਲੋਕਾਂ ਨੂੰ ਪਤਾ ਲੱਗ ਗਿਆ ਸੋਸ਼ਲ ਮੀਡੀਆ ਰਾਹੀਂ ਜਾਂ ਜਿੱਥੇ ਵੀ ਹੈਗਾ, ਉਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਵਾ। ਔਰ ਆਂਦੇ ਮੈਂ ਦਿੱਲੀ ਵਿੱਚ ਬਹੁਤ ਲੋਕਾਂ ਨੂੰ ਸਮਝਾਇਆ ਕਿ ਇਹਦੇ ਵਿੱਚ ਸੜਕਾਂ ਤੇ ਨਹੀਂ ਆਉਣਾ, ਚੁੱਪ ਕਰਕੇ ਤੁਸੀਂ ਗੱਲ ਕਰਨੀ ਆ। ਔਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿਤਾ ਕਿ ਇਹ ਖਤਰੇ ਦੀ ਘੰਟੀ ਵੱਜ ਗਈ ਹੈ ਸਾਰੇ ਸੂਬਿਆਂ ਲਈ। ਔਰ ਜਿੱਥੇ ਵਿੱਚ ਅਸੀਂ, ਇਹ ਕਹਿੰਦਾ ਮੈਂ ਵੀ ਉਹਦੇ ਵਿੱਚ ਆ ਸਕਦਾ, ਇਸ ਕਰਕੇ ਕਿ ਉਹ ਨਿਸ਼ਾਨਾ ਬਣਾਉਣਗੇ ਜਿੱਥੇ ਉਹਨਾਂ ਦਾ ਰਾਜ ਨਹੀਂ ਹੈਗਾ, ਜਿੱਥੇ ਉਹਨਾਂ ਦਾ ਸ਼ਾਸਨ ਨਹੀਂ ਹੈਗਾ। ਇਹਦੇ ਵਿੱਚ ਪੰਜਾਬ ਵੀ ਉਹਦੀਆਂ ਵਲਗਣਾਂ 'ਚ ਆ ਸਕਦਾ। ਔਰ ਦੂਜੇ ਪਾਸੇ ਬਾਕੀ ਖੜਕੇ ਸਾਹਿਬ ਤੇ ਬਾਕੀ ਰਾਹੁਲ ਗਾਂਧੀ ਉਹਨਾਂ ਨੇ ਕਹਿਤਾ ਕਿ ਇਲੈਕਸ਼ਨ ਦੇ ਵਿੱਚ, ਇਲੈਕਸ਼ਨ ਦੀ ਕੰਪੇਨ ਸ਼ੁਰੂ ਹੋ ਗਈ ਹੈ। ਉਸ ਕੰਪੇਨ ਦੇ ਡੂਰਿੰਗ ਜਦੋਂ ਇਹਨਾਂ ਨੇ ਇਹ ਬਿੱਲ ਪਾਸ ਕਰ ਦਿੱਤਾ ਵਾ, ਕੱਲ੍ਹ ਨੂੰ ਇਹਨਾਂ ਦੀ ਸਰਕਾਰ ਆਉਂਦੀ ਹੈ ਜਾਂ ਕਿਹਦੀ ਆਉਂਦੀ ਆ, ਉਹ ਕਹਿੰਦੇ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਅਸੀਂ ਉਦੋਂ ਤਾਂ ਇਹਨੂੰ ਕਾਨੂੰਨ ਨਹੀਂ ਰਹਿਣ ਦੇਵਾਂਗੇ, ਅਸੀਂ ਕਾਨੂੰਨ ਨੂੰ ਫਿਰ ਉਸੇ ਤਰ੍ਹਾਂ ਹੀ ਉਸੇ ਮਾਰਗਦਰਸ਼ਨ ਦੇ ਵਿੱਚ ਦੀ ਕੱਢ ਕੇ, ਉਸ ਚੈਨਲ ਦੇ ਵਿੱਚ ਦੀ ਕੱਢ ਕੇ ਇਹਨੂੰ ਕੈਂਸਲ ਕਰਾਂਗੇ। ਔਰ ਦੇਖੋ ਇਹਦੇ ਵਿੱਚ ਇਹਨਾਂ ਕੋਲ ਕਿੰਨੇ ਹੈਗੇ, 9 ਸਾਲ ਹੋਏ ਇਹਨਾਂ ਕੋਲ, 10ਵਾਂ ਸਾਲ ਜਾ ਰਿਹਾ 2014 ਤੋਂ ਲੈ ਕੇ। ਉਹ ਕਹਿੰਦੇ ਕੋਈ ਚੱਜ ਦਾ ਕੰਮ ਹੋਇਆ ਇਹਨਾਂ ਕੋਲ, ਜੇ ਕੰਮ ਕੀਤਾ ਤੇ ਆਪਣੇ ਆਪ ਲਈ ਕੀਤੇ ਆ, ਵਿਅਕਤੀਗਤ ਫਾਇਦੇ ਲਈ ਕੀਤੇ ਆ, ਇੰਡੀਵਿਜੂਅਲ ਬੈਨੀਫਿਟ ਲਈ ਕੀਤੇ ਆ। ਉਹਨਾਂ ਨੇ ਕੰਮ ਵੀ ਗਣਾਏ। ਇਹ ਵਿਰੋਧੀ ਪਾਰਟੀਆਂ ਦੀ ਗੱਲ। ਉਹਨਾਂ ਨੇ ਕਹਿਤਾ ਕਿ ਹੁਣ ਤੱਕ ਮਈ ਤੱਕ ਇਹ ਦੇਖੋ ਕੀ ਕੁਛ ਹੋਰ ਕਰਨਾ ਚਾਹ ਰਹੇ ਆ। ਉਹ ਕਹਿੰਦੇ ਐਂਡ ਤੇ ਆ ਕੇ ਜਦੋਂ ਕਨਕਲੂਡ ਕਰਨਾ, ਜਦੋਂ ਕਰਨਾ, ਜਿਹਦੇ ਵਿੱਚ ਸਿੱਟਾ ਕੱਢਣਾ ਹੁੰਦਾ, ਸਿੱਟਾ ਹੀ ਮਾੜਾ ਕੱਢਿਆ ਇਹਨਾਂ ਨੇ ਹੁਣ, ਜਿਹਦੇ ਵਿੱਚ ਲੋਕਾਂ ਨੂੰ ਨਾਰਾਜ਼ ਕਰ ਲਿਆ। ਆਉਣ ਵਾਲੀ ਇਲੈਕਸ਼ਨ ਦੇ ਵਿੱਚ ਆਉਂਦੇ ਜਿੱਤ ਫਿਰ ਸਾਡੀ ਹੋਣੀ ਹੈ, ਸਾਨੂੰ ਇਹਦਾ ਫਾਇਦਾ ਵੀ ਹੋ ਰਿਹਾ ਤੇ ਨੁਕਸਾਨ ਵੀ ਹੋ ਰਿਹਾ। ਉਹ ਕਹਿੰਦੇ ਸਿੱਕੇ ਦੇ 2 ਪਾਸੇ ਆ ਨਾ, 2 ਪਾਸਿਆਂ ਦਾ ਵਿੱਚੋਂ ਜਿਹੜਾ ਵੀ ਸਿੱਕੇ ਦਾ ਪਾਸਾ ਸੁੱਟੋਗੇ ਉਹ ਤਾਂ ਚੰਗਾ ਹੀ ਆਊਗਾ, ਪਰ ਇਹਨਾਂ ਦਾ ਮਾੜਾ ਆਉਂਦਾ। ਆਂਦਾ ਇਹਦੇ ਵਿੱਚ ਜਿਹੜਾ ਵੀ ਆਇਆ ਉਹ ਸਿੱਕੇ ਦਾ ਜਦੋਂ ਉੱਤੇ ਸੁੱਟਿਆ ਤੇ ਥੱਲੇ ਆ ਗਿਆ, ਆਰਡੀਨੈਂਸ ਜਾਰੀ ਹੋ ਗਿਆ। ਉਹਦੇ ਵਿੱਚ ਸਾਰੇ ਜਿਹੜੀਆਂ ਸਰਕਾਰਾਂ ਨੇ, ਜਿੱਥੇ ਇਹਨਾਂ ਦੀਆਂ ਆਪੋਜੀਸ਼ਨ ਹੈਗੀਆਂ, ਉੱਥੇ ਇਹਨਾਂ ਨੂੰ ਨੁਕਸਾਨ ਉਹਨਾਂ ਨੂੰ ਪਹੁੰਚੂਗਾ। ਔਰ ਜਿੱਥੇ ਜਿੱਥੇ ਇਹਨਾਂ ਦੇ ਆਪਣੇ ਸ਼ਾਸਨ ਚੱਲ ਰਹੇ, ਉੱਥੇ ਇਹਨਾਂ ਨੂੰ ਕੋਈ ਨੁਕਸਾਨ ਨਹੀਂ ਗਾ, ਉੱਥੇ ਤਾਂ ਅੱਗੇ ਇਹਨਾਂ ਦਾ ਸ਼ਾਸਨ ਚੱਲ ਰਿਹਾ, ਉਹਨਾਂ ਨੂੰ ਨਹੀਂ ਤੰਗ ਕਰਨਗੇ। ਜਿੱਦਾਂ ਪੰਜਾਬ ਵਿੱਚ ਭਗਵੰਤ ਮਾਨ ਨੇ ਗੱਲ ਕੀਤੀ ਹੈ ਕਿ ਮੈਂ ਭਿਖਾਰੀ ਨਹੀਂ ਹਾਂ ਕਿ ਮੈਂ ਇਹਨਾਂ ਕੋਲ ਪੈਸਾ ਮੰਗੂ ਜਾ ਕੇ। ਕਹਿੰਦਾ ਮੈਂ ਸਰਦੇ ਪੁੱਜਦੇ ਘਰੋਂ ਆ ਔਰ ਮੈਂ ਇੱਥੇ ਕੰਮ ਵੀ ਜਾਣਦਾ ਵਾਂ, ਕਰਦਾ ਵੀ ਹਾਂ। ਮੇਰੇ ਕੋਲ ਲੋਕ ਕਲਾ ਦੇ ਲੋਕ ਵੀ ਹੈਗੇ ਆ, ਜਿਹੜੇ ਆਰਟ ਜਾਣਨ ਵਾਲੇ ਲੋਕ ਵੀ ਹੈਗੇ ਆ। ਹੜ੍ਹ ਆ ਗਿਆ, ਮੈਂ ਇਹਨਾਂ ਕੋਲ ਪੈਸਾ ਨਹੀਂ ਮੰਗੂਗਾ, ਜੋ ਕੁਛ ਹੈਗਾ ਮੈਂ ਆਪ ਨਜਿੱਠੂਗਾ। ਜੇ ਪੈਸਾ ਦੇਣਾ ਹੋਊਗਾ ਤਾਂ ਆਪ ਮੈਨੂੰ ਦਿੱਤਾ ਜਾ ਸਕਦਾ ਫੰਡ, ਮੈਂ ਉਹਨੂੰ ਮੋੜੂੰਗਾ ਨਹੀਂ ਗਾ। ਔਰ ਆਂਦਾ ਮੈਂ ਸੁਪਰੀਮ ਕੋਰਟ ਤੱਕ ਵੀ ਗਿਆ, ਜਦੋਂ ਪਿਛਲੀ ਵਾਰ ਇਹਨਾਂ ਨੇ ਕਾਰਜ ਜਿਹੜੀ ਵਿਕਾਸ ਦੀਆਂ ਸਕੀਮਾਂ ਸੀ ਉਹਨਾਂ ਨੇ ਪੈਸਾ ਨਹੀਂ ਸੀ ਦੇ ਰਹੇ, ਉਹ ਸੁਪਰੀਮ ਕੋਰਟ ਤੱਕ ਗਿਆ, ਉੱਥੇ ਵੀ ਜਾਚਕਾ ਦਾਇਰ ਕੀਤੀ, ਉਹਦਾ ਵੀ ਕੁਝ ਨਹੀਂ ਬਣਿਆ, ਉਹ ਵੀ ਉੱਥੇ ਦੀ ਉੱਥੇ ਦੀ ਖਟਾਈ 'ਚ ਰਹੀ। ਹੁਣ ਸਕੀਮਾਂ ਕਿੱਥੋਂ ਆਉਣਗੀਆਂ? ਜਿੱਥੋਂ ਪੈਸਾ ਆਊਗਾ। ਜੇ ਪੈਸਾ ਪੱਲੇ ਨਹੀਂ ਹੈਗਾ ਤੇ ਜੇ ਆਂਦੇ ਪੈਸਾ ਨਹੀਂ ਪੱਲੇ ਤੇ ਕੀ ਕਰੂਗਾ ਵਿਚਾਰਾ, ਜੇ ਗੱਲੇ 'ਚ ਪੈਸਾ ਹੈ ਨਹੀਂ। ਤੇ ਗੱਲ ਇਹ ਹੈ ਕਿ ਜੋ ਇਹ ਸਾਰਾ ਸਰਵੇ ਕਰਦੇ ਨੇ, ਰਿਪੋਰਟਸ ਦਿੰਦੇ ਨੇ, ਜੋ ਪੋਲੀਟੀਕਲ ਪੰਡਿਤਸ ਨੇ, ਉਹ ਇਹ ਕਹਿੰਦੇ ਨੇ ਪੋਲੀਟੀਕਲ ਐਕਸਪਰਟਸ ਕਿ ਸੰਵਿਧਾਨ ਦੇ ਮੁਤਾਬਿਕ ਜੋ ਬਣਦਾ ਹੈ ਫਰਜ਼ ਕੇਂਦਰ ਸਰਕਾਰ ਦਾ, ਉਹਦੇ 'ਚ ਕੋਤਾਹੀ ਹੋ ਰਹੀ ਹੈ। ਸਹੀ ਗੱਲ। ਔਰ ਕੇਂਦਰ ਸਰਕਾਰ ਵੱਲੋਂ ਕਹਿ ਲਓ ਜਾਂ ਬੈਠੇ ਕਈ ਅਹੁਦੇਦਾਰ ਬੈਠੇ ਨੇ ਜਾਂ ਬਿਊਰੋਕ੍ਰੇਸੀ ਹੈ, ਜੋ ਵੀ ਇਹਦੇ ਵਿੱਚ ਇਨਵੋਲਵ ਆਉਂਦੇ ਨੇ, ਉਹ ਮਨਮਰਜ਼ੀ ਕਰਦੇ ਪਏ ਔਰ ਉਹ ਆਪਣੀ ਮਨਮਰਜ਼ੀ ਨੂੰ ਕਾਨੂੰਨ ਦਾ ਰੂਪ ਦੇਣਾ ਜਾਣਦੇ ਨੇ। ਇਹ ਚਲਾਕੀ ਉਹਨਾਂ ਨੂੰ ਆਉਂਦੀ ਹੈ, ਜਿਸ ਤਰ੍ਹਾਂ ਐਕਸਪਰਟ ਮੰਨਦੇ ਨੇ ਇਹ ਚਲਾਕੀਆਂ ਦੇ ਨਾਲ ਚਲਾਉਂਦੇ ਪਏ ਨੇ, ਜਦਕਿ ਇਹ ਸਹੀ ਨਹੀਂ ਹੈ। ਸੰਵਿਧਾਨ ਦੇ ਮੁਤਾਬਿਕ ਇਹ ਸਹੀ ਨਹੀਂ ਹੈ, ਇਸ ਤਰ੍ਹਾਂ ਕਾਨੂੰਨੀ ਮਾਹਿਰ ਮੰਨਦੇ ਨੇ। ਔਰ ਸਿੱਧੀ ਸਾਦੀ ਗੱਲ ਹੈ ਕਿ ਭਾਰਤ ਦਾ ਹੀ ਹਿੱਸਾ ਹੈ ਪੰਜਾਬ, ਸਭ ਭਾਰਤ ਦੇ ਹੀ ਹਿੱਸੇ ਨੇ। ਔਰ ਜਿੱਥੇ ਜੋ ਚਾਹੀਦਾ ਹੈ ਉੱਥੇ ਉਹ ਦਿੱਤਾ ਜਾਵੇ, ਜਿੱਥੇ ਉਹ ਲੋੜ ਹੈ ਉੱਥੇ ਉਹ ਦਿੱਤਾ ਜਾਵੇ। ਇਹ ਨਹੀਂ ਕਿ ਤੁਹਾਡੇ ਮਨਪਸੰਦ ਇਲਾਕੇ ਨੇ, ਜਿਹੜੀਆਂ ਤੁਹਾਡੀਆਂ ਮਨਪਸੰਦ ਸਟੇਟਸ ਨੇ ਜਾਂ ਜਿਹੜੇ ਤੁਹਾਡੇ ਮਨਪਸੰਦ ਲੋਕ ਨੇ, ਉਹਨਾਂ ਵਾਸਤੇ ਸਭ ਕੁਝ ਔਰ ਬਾਕੀਆਂ ਵਾਸਤੇ ਕੁਝ ਵੀ ਨਹੀਂ ਜਾਂ ਬਹੁਤ ਥੋੜਾ। ਔਰ ਹਮੇਸ਼ਾ ਗੱਲ ਕੀਤੀ ਜਾਂਦੀ ਹੈ ਕਿ ਅਸੀਂ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਇਕਨੋਮੀ ਆ, ਉਹਦੇ ਵਿੱਚ ਆਮ ਲੋਕਾਂ ਦਾ ਕਿੰਨਾ ਹਿੱਸਾ ਹੈ? ਇਹ ਵੀ ਤਾਂ ਦੱਸੋ ਨਾ। ਉਹ ਉੱਪਰਲੇ ਜਿਹੜੇ ਬੰਦੇ ਬੈਠੇ ਨੇ, ਵੱਡੇ ਵੱਡੇ ਕਾਰਪੋਰੇਟਸ ਜਾਂ ਵੱਡੇ ਬਿਜ਼ਨਸ ਟਾਈਕੂਨਸ ਜਾਂ ਵੱਡੇ ਜਿਹੜੇ ਬਿਊਰੋਕਰੇਟਸ, ਇੰਡਸਟਰੀਅਲਿਸਟ, ਜੋ ਵੀ ਵੱਡੇ ਆਦਮੀ ਜਿਹਨਾਂ ਨੂੰ ਆਪਾਂ ਕਹਿੰਦੇ ਆ ਵੱਡੇ ਆਦਮੀ, ਹਿੱਸਾ ਤਾਂ ਉਹਨਾਂ ਦਾ। ਆਮ ਲੋਕਾਂ ਦਾ ਕੀ ਹਿੱਸਾ? ਆਮ ਲੋਕ ਤਾਂ ਸੜਕਾਂ ਤੇ ਬੈਠੇ ਨੇ ਕਿ ਟਮਾਟਰ ਇੰਨੇ ਮਹਿੰਗੇ ਹੋ ਗਏ, ਹੜ੍ਹਾਂ ਦੇ ਕਾਰਨ ਸੜਕਾਂ ਦੇ ਉੱਤੇ ਰਹਿਣਾ ਮਜਬੂਰੀ ਬਣ ਗਈ ਕਿਉਂਕਿ ਘਰ ਰੁੜ ਚੁੱਕੇ ਨੇ। ਉਹਨਾਂ ਦੀ ਬਾਤ ਕੌਣ ਪੁੱਛੂ? ਪਿੱਛੇ ਜੇ ਜਲੰਧਰ ਦੇ ਵਿੱਚ ਜਿਨ੍ਹਾਂ ਦੇ ਘਰ ਟੋੜੇ ਸੀ, ਉਹ ਹੁਣ ਕਿੱਥੇ ਜਾਣ?
ਇਹਨਾਂ ਮੀਂਹਾਂ ਦੇ ਵਿੱਚ ਹੜ੍ਹਾਂ ਦੇ ਵਿੱਚ ਉਹ ਕਿੱਥੇ ਜਾਣ, ਜਿਨ੍ਹਾਂ ਦੇ ਘਰ ਪਹਿਲਾਂ ਹੀ ਤੋੜ ਚੁੱਕੇ ਹੋ ਤੁਸੀਂ। ਸੋ ਇਹ ਸਾਰੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ। ਹੁਣ ਕਹਿ ਰਹੇ ਨੇ ਕਿ ਤੀਸਰੀ ਟਰਮ ਦੇ ਵਿੱਚ ਅਸੀਂ ਫੇਰ ਆਉਣਾ ਚਾਹੁੰਦੇ ਹਾਂ ਔਰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਇਕਨੋਮੀ ਬਣਾਵਾਂਗੇ। ਕਿਹਦੇ ਵਾਸਤੇ? ਉਹਦੇ ਵਿੱਚ ਆਮ ਲੋਕਾਂ ਦਾ ਕਿੰਨਾ ਸ਼ੇਅਰ ਹੋਏਗਾ, ਇਹ ਵੀ ਤਾਂ ਦੱਸੋ। ਇਹ ਤਾਂ ਵੱਡੇ ਵੱਡੇ ਲੋਕਾਂ ਵਾਸਤੇ ਸਭ ਕੁਝ ਹੁੰਦਾ ਪਿਆ। ਵੱਡੇ ਵੱਡੇ ਲੋਕਾਂ ਦੇ ਕਰਜ਼ੇ ਵੀ ਮਾਫ ਹੁੰਦੇ ਪਏ ਨੇ, ਕਿਸਾਨਾਂ ਦੇ ਕਰਜ਼ੇ ਮਾਫ ਨਹੀਂ ਹੁੰਦੇ, ਕਿਸਾਨ ਖੁਦਕੁਸ਼ੀਆਂ ਕਰਦੇ ਨੇ। ਸੋ ਇਹ ਸਭ ਚੀਜ਼ਾਂ ਕਿਉਂ? ਔਰ ਕਈ ਲੋਕ ਕਹਿੰਦੇ ਨੇ ਕਿ ਇਹ ਸਭ ਕਰਜ਼ੇ ਮਾਫ ਤਾਂ ਹੁੰਦੇ ਨੇ ਔਰ ਵੱਡੇ ਲੋਕਾਂ ਨੂੰ ਸਪੋਰਟ ਇਸ ਕਰਕੇ ਕੀਤੀ ਜਾਂਦੀ ਹੈ ਕਿਉਂਕਿ ਵੱਡੇ ਉਹ ਲੋਕ ਇਹਨਾਂ ਨੂੰ ਸਪੋਰਟ ਕਰਦੇ ਨੇ ਇਲੈਕਸ਼ਨਸ ਦੇ ਵਿੱਚ, ਪਾਰਟੀ ਫੰਡ ਦਿੰਦੇ ਨੇ ਇਲੈਕਸ਼ਨ ਲੜਨ ਵਾਸਤੇ। ਤਮਾਮ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਨੇ ਔਰ ਅਸੀਂ ਵੀ ਸੁਣ ਕੇ ਹੈਰਾਨ ਹੁੰਦੇ ਹਾਂ ਕਿ ਐਕਸਪਰਟਸ ਕਿੱਥੋਂ ਕਿਹੜੀ ਖਬਰ ਕੱਢ ਕੇ ਲਿਆਉਂਦੇ ਨੇ, ਕਿੰਨੀਆਂ ਘੋਖਾਂ ਕੱਢਦੇ ਨੇ ਔਰ ਸਾਡੇ ਸਾਹਮਣੇ ਸੱਚਾਈ ਦੀਆਂ ਪਰਤਾਂ ਖੋਲ੍ਹਦੇ ਨੇ। ਅਸੀਂ ਵੀ ਹੈਰਾਨ ਹੁੰਦੇ ਹਾਂ ਗੱਲਾਂ ਸੁਣ ਕੇ। ਤੇ ਫਿਰ ਡੈਮੋਕ੍ਰੇਸੀ ਕਿੱਥੇ ਹੈ? ਅਸੀਂ ਕਿੱਥੇ ਖੜੇ ਹਾਂ? ਲੋਕ ਬੜੀ ਹੈਰਾਨੀ ਹੁੰਦੀ ਹੈ ਇਸ ਗੱਲ। ਵੈਸੇ ਡੈਮੋਕ੍ਰੇਸੀ ਦਾ ਜਿਹੜਾ ਸਭ ਤੋਂ ਵੱਡਾ ਅਸੀਂ ਚਾਹੁੰਦੇ ਹਾਂ ਕਿ ਉਹਦਾ ਵਿਜ਼ਨ, ਜੋ ਉਹਦਾ ਵਿਖਾਵਾ ਤੁਹਾਨੂੰ ਪਾਰਲੀਮੈਂਟ 'ਚ ਮਿਲ ਜਾਂਦਾ। ਪਾਰਲੀਮੈਂਟ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਜੀ, ਉਹ 'ਚ ਤੁਹਾਨੂੰ ਸੰਵਿਧਾਨ ਦੀ ਪ੍ਰਥਾ, ਉਹਦਾ ਕਨਸਟੀਟਿਊਸ਼ਨ ਦੀ ਜਿਹੜੀ ਉਹਦੀ ਧਾਰਾ ਨੇ, ਜਾਂ ਕਨਸਟੀਟਿਊਸ਼ਨ ਦੀ ਜਿਹੜੀ ਬਣਤਰ ਆ, ਜਾਂ ਉੱਥੇ ਲੋਕਾਂ ਦਾ ਰਹਿਣਾ, ਜਾਂ ਉਹ ਸਾਰੇ ਰਿਪਰੈਜ਼ੈਂਟੇਟਿਵ ਉਹ ਪਾਰਲੀਮੈਂਟ 'ਚ ਬੈਠੇ ਹੁੰਦੇ ਆ। ਉੱਥੇ ਕੋਈ ਕਿਸੇ ਦੀ ਸੁਣਦਾ ਨਹੀਂ। ਜੋ ਵੀ ਹੈਗੀ ਆ ਮਨਮਾਨੀ ਹੁੰਦੀ ਆ, ਰੌਲਾ ਪੈਂਦਾ ਹੈਗਾ। ਜੋ ਉਹ ਸੋਚ ਕੇ ਆਏ ਹੁੰਦੇ ਆ ਮਤਾ, ਉਹ ਮਤਾ ਪਾਸ ਹੋ ਜਾਂਦਾ ਕਿਉਂਕਿ ਬਹੁਮਤ ਉਹਨਾਂ ਦਾ ਹੈਗਾ। ਉਹ ਬਹੁਮਤ ਪਾਸ ਕਰਕੇ ਬਾਹਰ ਆ ਜਾਂਦੇ ਆ। ਜਿਸ ਤਰ੍ਹਾਂ ਆਪਾਂ ਹੁਣ ਕੋਡ ਬਿੱਲ ਦੀ ਗੱਲ ਕੀਤੀ ਆ, ਦਿੱਲੀ ਸੇਵਾਵਾਂ ਬਿੱਲ ਕੀਤੀ ਆ, ਉਹਦੀ ਗੱਲ ਕੀਤੀ ਆ, ਜਿੰਨੇ ਵੀ ਆਏ ਆ ਉਹ ਪਾਸ ਹੋ ਜਾਂਦੇ। ਕਦੀ ਦੇਖਿਆ ਅੜਚਨ ਪਈ ਹੋਵੇ? ਲੋਕ ਸਭਾ 'ਚ ਪਾਸ ਹੋ ਗਿਆ, ਰਾਜ ਸਭਾ 'ਚ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਨੇ ਸਾਈਨ ਕਰਤੇ, ਇਟ ਵਿਲ ਬੀ ਬਿਕਮ ਏ ਲਾਅ। ਉਹਦੇ ਵਿੱਚ ਜੋ ਲਾਅ, ਜੋ ਮਤਾ ਬਣ ਗਿਆ ਉਹ ਪਾਸ ਹੋ ਗਿਆ। ਉਹਦੇ ਬਾਅਦ ਉਹ ਦੇਸ਼ ਦਾ ਹਿੱਸਾ ਬਣ ਗਿਆ। ਔਰ ਜਿੱਥੇ ਮੈਜੋਰਿਟੀ ਆ, ਜਿਹਦੇ ਵਿੱਚ ਸਾਰਾ ਉਹਨਾਂ ਦਾ ਬਹੁਮਤ ਆ, ਜਿਹਦੇ ਵਿੱਚ ਉਹਨਾਂ ਦੀ ਆਪਣੀ ਸੂਚੀ ਆ, ਉਹ ਸਾਰਾ ਕੁਝ ਆਪਣੇ ਤਰੀਕੇ ਨਾਲ ਕਰਾ ਲੈਂਦੇ ਆ। ਇਹਦੀ ਅਸੀਂ ਇਹ ਕਹਿੰਦੇ ਅਸੀਂ ਸਾਡਾ ਲੋਕਤੰਤਰ ਆ, ਇਹ ਸਾਡਾ ਸੰਵਿਧਾਨ ਆ। ਇਹ ਨਹੀਂ ਕਹਿੰਦੇ ਕਿ ਅਸੀਂ ਮਨਮਾਨੀ ਕਰ ਰਹੇ ਹਾਂ। ਅਜ਼ਾਰੇਦਾਰੀ ਆ, ਤਾਨਾਸ਼ਾਹੀ ਆ, ਡਿਕਟੇਟਰਸ਼ਿਪ ਆ, ਉਹ ਹੁੰਦੀ ਆ ਸਾਰਾ ਕੁਝ। ਕਹਿਣ ਲਈ ਲੋਕਤੰਤਰ ਹੈਗਾ। ਜੇ ਅਸੀਂ ਪਾਕਿਸਤਾਨ ਦੀ ਗੱਲ ਕਰਦੇ ਹਾਂ, ਕਹਿੰਦੇ ਉੱਥੇ ਫੌਜ ਮਗਰ ਲੱਗੀ ਹੈ, ਫੌਜ ਦੇ ਇਸ਼ਾਰੇ ਨਾਲ ਚੱਲਦੀਆਂ ਸਰਕਾਰਾਂ। ਤਦੇ ਫੜ ਕੇ ਉਹਨਾਂ ਨੇ ਇਮਰਾਨ ਖਾਨ ਨੂੰ ਹੁਣ ਅੰਦਰ ਕਰ ਦਿੱਤਾ, ਗ੍ਰਿਫਤਾਰ ਕਰ ਲਿਆ ਤੋਸ਼ਾਖਾਨੇ ਦਾ ਕੇਸ ਕਰਕੇ। ਉਦੋਂ ਪਹਿਲਾਂ ਵੀ ਫੌਜ ਰਹੀ ਆ। ਜਹੀਆ ਖਾਂ ਭੁੱਟੋ ਆਇਆ, ਲਿਆਕਤ ਅਲੀ ਆਇਆ, ਹੈ ਨਾ, ਉਹਦੇ ਵਿੱਚ ਕਾਇਦੇ ਆਜ਼ਮ ਜਿਹੜੇ ਫਾਊਂਡਰ ਸੀਗੇ ਉਹ ਆਏ। ਉਦੋਂ ਬਾਅਦ ਫੌਜ ਤੇ ਉਹਨਾਂ ਦਾ ਪਿੱਛਾ ਨਹੀਂ ਛੱਡਿਆ, ਪਰ ਪਬਲਿਕ ਕਿੱਥੇ ਰਹੀ? ਉੱਥੇ ਤਾਂ ਕਹਿੰਦੇ ਡਿਕਟੇਟਰਸ਼ਿਪ ਆ, ਉੱਥੇ ਤਾਨਾਸ਼ਾਹੀ ਆ। ਤੇ ਇੰਡੀਆ 'ਚ ਕੀ ਹੈ? ਲੋਕਤੰਤਰ ਆ, ਕਨਸਟੀਟਿਊਸ਼ਨ ਆ। ਇੱਥੇ ਕੀ ਕੁਝ ਨਹੀਂ ਹੋ ਰਿਹਾ? ਇੱਥੇ ਵੀ ਉਹੀ ਕੁਝ ਹੋ ਰਿਹਾ। ਇੱਥੇ ਜਿਹੜਾ ਤਰੀਕੇ ਨਾਲ ਕਰੀ ਜਾਂਦੇ ਆ, ਉੱਥੇ ਜਿਹੜਾ ਮਾਰ ਧਾੜਨਾ ਹੁੰਦੇ ਆ, ਉੱਥੇ ਗੋਲੀ ਚਲਾ ਕੇ ਕਰ ਦਿੰਦੇ ਆ। ਇਹ ਦੋਵਾਂ ਚੀਜ਼ਾਂ, ਦੋਵਾਂ ਦੇਸ਼ਾਂ ਦੀ ਗੱਲ ਦਾ ਸੂਝਵਾਨਾਂ ਦੀ ਰਾਏ ਨਾਲ ਚੱਲਿਆ। ਹੁਣੇ ਉਹਨਾਂ ਨੇ ਇਹੀ ਗੱਲਾਂ ਕੀਤੀਆਂ ਸੀਗੀਆਂ ਵੀ ਅਗਵਾਂਢੀ ਦੇਸ਼ ਵਿੱਚ ਦੇਖ ਲਓ ਤੇ ਅਸੀਂ ਕੀ ਕਰ ਰਹੇ ਹਾਂ। ਸ਼ੀਸ਼ਾ ਉਹੀ ਹੈ ਨਾ, ਬੰਤਰ ਉਹੀ ਆ, ਮੂੰਹ ਉਹੀ ਨਜ਼ਰ ਆਉਂਦਾ। ਬਿਲਕੁਲ ਸਹੀ ਗੱਲ ਹੈ ਜੀ ਜੀ। ਹੁਣ ਅਗਲੀ ਗੱਲ ਇਹਦੇ ਨਾਲ ਹੀ ਜੁੜੀ ਹੋਈ ਹੈ ਕਿ ਵਿਰੋਧੀ ਪਾਰਟੀਆਂ ਨੇ ਜੋ ਬੇਭਰੋਸਗੀ ਮਤਾ ਲਿਆਂਦਾ ਹੈ ਪ੍ਰਾਈਮ ਮਿਨਿਸਟਰ ਦੇ ਪ੍ਰਤੀ ਕਿ ਸਾਡੀ ਬੇਭਰੋਸਗੀ ਹੈ, ਤਾਂ ਪ੍ਰਾਈਮ ਮਿਨਿਸਟਰ ਕਹਿ ਰਹੇ ਨੇ ਕਿ ਇਹ ਉਹਨਾਂ ਨੇ ਏਕਤਾ ਪਰਖਣ ਲਈ ਇਹ ਬੇਭਰੋਸਗੀ ਮਤਾ ਲਿਆਂਦਾ ਹੈ। ਹੁਣ ਇਹ ਕੀ ਗੁਲਝਣ ਹੈ ਜਾਂ ਉਲਝਣ ਹੈ? ਜ਼ਰਾ ਖੋਲੋ, ਇਹਦੀਆਂ ਗੱਠਾਂ ਕੀ ਨੇ? ਏਕਤਾ ਪਰਖਣ ਲਈ ਉਹਨਾਂ ਕਿਹਾ ਕਿ ਐਨਡੀਏ ਦੀ ਏਕਤਾ ਹੈ। ਜਦੋਂ ਬੇਭਰੋਸਗੀ ਅਵਿਸ਼ਵਾਸ ਦਾ ਮਤਾ ਪਾਸ ਕਰਕੇ ਦੇ ਦਿੱਤਾ। ਇਹ ਵਾਹਵਾ ਦਿਨਾਂ ਦਾ ਹੋ ਗਿਆ ਸੀ ਔਰ ਪਾਰਲੀਮੈਂਟ ਦੇ ਵਿੱਚ ਜਿਹੜੇ ਸਪੀਕਰ ਨੇ ਉਹਨਾਂ ਨੇ ਐਕਸੈਪਟ ਕਰ ਲਿਆ ਸੀਗਾ। ਔਰ ਉਹਦੇ ਉਲਟ ਜਿਹੜੇ ਉਹਨਾਂ ਦੇ ਲੀਗਲ ਨੂੰ ਜਾਣਦੇ ਨੇ, ਜਿਹੜੇ ਨਿਆਂ ਨੂੰ ਜਾਣਦੇ ਨੇ, ਜਿਹੜੇ ਲੀਗਲ ਮਿਨਿਸਟਰ ਰਹੇ ਨੇ, ਉਹਨਾਂ ਨੇ ਵੀ ਇਹਦੇ ਉੱਤੇ ਗੱਲ ਕੀਤੀ ਹੈ ਕਿ ਜੇ ਕਾਂਗਰਸ ਜਾਂ ਦੂਜੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਕੇ ਇਹਦੇ ਲਈ ਆ ਕੇ ਜਿਹੜਾ ਅਵਿਸ਼ਵਾਸ ਦਾ ਮਤਾ ਪਾਸ ਕਰ ਦਿੱਤਾ, ਇਹ ਕੰਮ ਰੋਕੂ ਮਤਾ ਉਹਨਾਂ ਨੇ ਕਹਿ ਦਿੱਤਾ ਕਿ ਇਹਨੂੰ ਕੰਮ ਰੋਕਣ ਦਾ ਲੈ ਕੇ ਆ। ਜਦੋਂ ਕਿ ਅਸੀਂ ਕੰਮ ਦੇ ਵਿੱਚ ਇੰਨੇ ਜੁਟੇ ਪਏ ਹਾਂ ਔਰ ਸਾਡੇ ਮੰਤਰੀ ਮੰਡਲ ਔਰ ਸਾਡੀ ਕਮੇਟੀਆਂ, ਸਬ ਕਮੇਟੀਆਂ ਇਹਦੇ ਵਿੱਚ ਕਿੰਨੀਆਂ ਜੁੜੀਆਂ ਪਈਆਂ। ਇਹਨਾਂ ਨੇ ਬੇਭਰੋਸਗੀ ਦਾ ਮਤਾ ਪਾਸ ਕਰਕੇ ਤੇ ਸਾਡੇ ਸਪੁਰਦ ਕਰ ਦਿੱਤਾ। ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹਨਾਂ ਕਿਹਾ ਕਿ ਅਸੀਂ 9 ਸਾਲਾਂ ਦੇ ਵਿੱਚ ਕੀ ਕੁਝ ਕਰਕੇ ਦਿਖਾ ਦਿੱਤਾ। ਦੇਸ਼ ਨੂੰ ਸਿਖਰਾਂ 'ਤੇ ਪਹੁੰਚਾ ਦਿੱਤਾ, ਮਹਿੰਗਾਈ 'ਤੇ ਰੋਕ ਲਾ ਦਿੱਤੀ ਆ ਔਰ ਡਿਵੈਲਪਮੈਂਟ ਜਿਹਦੇ ਵਿੱਚ ਸੜਕਾਂ, ਨਹਿਰਾਂ, ਖਾਲ, ਸੂਏ, ਪੁਲ, ਜਿਹਦੇ ਵਿੱਚ ਅਸੀਂ ਗੱਡੀਆਂ, ਟ੍ਰੇਨਾਂ ਔਰ ਜਿਹਦੇ ਵਿੱਚ ਅਸੀਂ ਏਅਰਪੋਰਟ ਕਿੰਨੇ ਵੱਡੇ ਬਣਾਉਂਦੇ ਆਂਦੇ। ਦੇਸ਼ ਦੀ ਹਾਲਤ ਤਾਂ ਦੇਖੋ, ਅਸੀਂ 9 ਸਾਲਾਂ ਵਿੱਚ ਕੀ ਕੁਝ ਕਰ ਦਿੱਤਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਮਈ ਤੱਕ ਜੋ ਕੁਝ ਅਸੀਂ ਤਜਵੀਜ਼ਾਂ ਕੀਤੀਆਂ ਉਹ ਦੇਖਿਓ ਕੀ ਕੁਝ ਕੀਤਾ। ਫਿਰ ਸਾਡੇ 'ਤੇ ਤੁਹਾਨੂੰ ਭਰੋਸਾ ਨਹੀਂ ਕੰਮ ਦਾ, ਸਾਡੇ 'ਤੇ ਵਿਸ਼ਵਾਸ ਨਹੀਂ ਹੈਗਾ। ਉਹ ਆਪਣਾ ਜਿਹੜਾ ਸਫਾਈ ਅੱਗੇ ਪੇਸ਼ ਕਰਦੇ ਆ
ਤੇ ਵਿਰੋਧੀ ਤਾਕਤਾਂ ਜਿਹੜੀਆਂ ਜਾਂ ਵਿਰੋਧੀ ਪਾਰਟੀਆਂ ਨੇ ਉਹ ਇਹ ਕਰ ਰਹੇ ਆ, ਉਹ ਕਹਿੰਦੇ ਨਾਂ ਤੇ ਇਹਨਾਂ ਰੱਖ ਲਿਆ ਆਪਣਾ ਇੰਡੀਆ, ਪਰ ਇੰਡੀਆ ਦੀ ਇਹਨਾਂ ਦੇ ਕੋਈ ਇੱਕ ਗੱਲ ਵੀ ਨਹੀਂ ਲੱਭੀ। ਜਿੱਥੇ ਪਬਲਿਕ ਦਾ ਨਾਂ ਵਿੱਚ ਆਉਂਦਾ ਉਹਨਾਂ ਦੀ ਗੱਲ ਲਈ ਉਹਨਾਂ ਦੇ ਵਿੱਚ ਜੁਆਇੰਟਲੀ ਕੋਈ ਗੱਲ ਦੀ ਭਾਵਨਾ ਨਹੀਂ ਆ ਰਹੀ ਇਹਨਾਂ ਦੇ ਵਿੱਚੋਂ। ਇਹ ਹੈਗੇ ਆ, ਇਹ ਕਹਿੰਦੇ ਇੰਡੀਆ ਨੂੰ ਤੋੜਨ ਵਾਲਾ ਮਤਾ ਇਹਨਾਂ ਦਾ ਹੈਗਾ, ਭਾਰਤ ਜੋੜੋ ਮਤਾ ਨਹੀਂ ਹੈਗਾ ਇਹਨਾਂ ਦਾ। ਉਹ ਇਹ ਕਹਿ ਰਹੇ ਇਹਨਾਂ ਨੂੰ, ਇਹ ਗੱਲ ਹੈਗੀ ਆ। ਤੇ ਉਹ ਕਹਿੰਦੇ ਆਉਣ ਵਾਲੀਆਂ ਵੋਟਾਂ ਦੱਸ ਦੇਣਗੀਆਂ ਔਰ ਅਸੀਂ ਕੀ ਹਾਂ ਔਰ ਤੁਸੀਂ ਕੀ ਜੇ, ਇੰਡੀਆ ਕਿੱਥੇ ਪਾਰਟੀ ਬੈਠੀ ਆ ਔਰ ਬੀਜੇਪੀ ਕਿੱਥੇ ਬੈਠੀ ਆ। ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਹਿਤਾ ਕਿ ਆਉਣ ਵਾਲੀ ਇਲੈਕਸ਼ਨ ਵਿੱਚ ਅਸੀਂ 300 ਸੀਟਾਂ ਤੋਂ ਉੱਪਰ ਜਾਵਾਂਗੇ। ਇਹ ਸਾਨੂੰ ਪਤਾ ਵਾ, ਸਾਡੇ ਐਗਜ਼ੈਕਟ ਪੋਲ ਤੋਂ, ਸਾਡੇ ਲੋਕਾਂ ਤੋਂ, ਲੋਕਾਂ ਦੀ ਪ੍ਰਤੀਕਿਰਿਆ ਤੋਂ ਸਾਨੂੰ ਪਤਾ ਵੀ ਅਸੀਂ ਕਿੱਥੇ ਖੜੇ ਹਾਂ। ਸੋ ਆਮ ਲੋਕ ਕਿੱਥੇ ਖੜੇ ਨੇ ਜੀ ਜੀ, ਇਹ ਵੀ ਪਤਾ ਹੋਣਾ ਚਾਹੀਦਾ। ਬਿਲਕੁਲ ਬਿਲਕੁਲ। ਆਮ ਲੋਕਾਂ ਦੀ ਜ਼ਿੰਦਗੀ ਕਿੱਥੇ ਖੜੀ ਹੈ ਇਹ ਵੀ ਪਤਾ ਹੋਣਾ ਚਾਹੀਦਾ। ਨੌਕਰੀਆਂ ਕਿੱਥੇ ਖੜੀਆਂ ਨੇ ਸਹੀ ਗੱਲ, ਇਹ ਵੀ ਪਤਾ ਹੋਣਾ ਚਾਹੀਦਾ। ਲਾਅ ਐਂਡ ਆਰਡਰ ਕਿੱਥੇ ਖੜਾ ਹੈ। ਮਨੀਪੁਰ ਦੇ ਵਿੱਚ ਇਦਾਂ ਦੀ ਘਟਨਾ ਵਾਪਰੀ, ਹਰਿਆਣਾ ਦੇ ਵਿੱਚ ਇਦਾਂ ਦੀ ਘਟਨਾ ਵਾਪਰੀ, ਉੱਥੇ ਵੀ ਧਰਮ ਦੇ ਨਾਂ ਦੇ ਉੱਤੇ ਮਾਰਕਟ ਹੋਈ ਹੈ। ਇਹਦਾ ਮਤਲਬ ਇਹ ਕੰਧ ਤੇ ਉਰਿਓਂ ਬੋਲਦੇ ਆ, ਦੂਜੇ ਪਾਸੇ ਸ਼ਾਇਦ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਜਿਹੜਾ ਓਲਾ ਨਾ, ਕੰਧ ਦਾ ਓਲਾ ਵਾ, ਇਹ ਕੰਧ ਤੋਂ ਉਰਲੇ ਪਾਸੇ ਬੋਲਦੇ ਆ, ਦੂਜੇ ਪਾਸੇ ਪਬਲਿਕ ਆ। ਇਹਨਾਂ ਨੂੰ ਪਤਾ ਵੀ ਉਧਰ ਕੀ ਹੋ ਰਿਹਾ, ਬੇਰੁਜ਼ਗਾਰ ਵੀ ਹੈਗਾ, ਗਰੀਬੀ ਵੀ ਹੈਗੀ ਹੈ, ਭੁੱਖੇ ਵੀ ਆ, ਸੜਕਾਂ ਤੇ ਵੀ ਤੁਰੇ ਫਿਰਦੇ ਆ। ਤੇ ਇਹ ਦੇਖ ਰਹੇ ਆ ਦੇਸ਼ ਦਾ ਦੂਜਾ ਪਾਸਾ, ਜਿਹੜੀ ਪ੍ਰੋਸਪੈਰਿਟੀ ਹੈ, ਜਿੱਥੇ ਕਿ ਲੋਕ, ਉਹ ਕਿਹੜੀ ਪ੍ਰੋਸਪੈਰਿਟੀ ਹੈ, ਖੁਸ਼ਹਾਲੀ ਆ। ਜਿਹੜੇ ਲੋਕ ਨੇ ਜਿਹੜੇ ਇਹਨਾਂ ਦੇ ਨਾਲ ਆ, ਜਿਹੜੇ ਇਹਨਾਂ ਦੀਆਂ ਸੂਚਨਾਵਾਂ ਦਿੰਦੇ ਆ, ਇਹਨਾਂ ਦਾ ਨਾਲ ਸਰਕਾਰ ਨੂੰ ਚਲਾ ਰਹੇ ਆ, ਕਾਰਪੋਰੇਟ ਘਰਾਣੇ, ਉਹ ਆ ਬਿਲਕੁਲ। ਕਿਉਂਕਿ ਮਨੀਪੁਰ ਦੇ ਵਿੱਚ ਜਿਹੜੀ ਘਟਨਾ ਹੋਈ ਹੈ ਜੀ, ਉਹ ਜਾਤ ਦੇ ਆਧਾਰ ਤੇ ਹੋਈ। ਸਹੀ ਗੱਲ, ਬਿਲਕੁਲ। ਸਟਿਲ ਅਸੀਂ ਧਰਮਾਂ ਤੇ ਜਾਤਾਂ 'ਚ ਫਸੇ ਹੋਏ ਹਾਂ। ਔਰ ਜਿਹੜੀ ਤੁਸੀਂ ਕੰਧ ਤੇ ਓਲੇ ਦੀ ਗੱਲ ਕੀਤੀ ਹੈ ਨਾ, ਇਹ ਕਹਿੰਦੇ ਨੇ ਕਿ ਜਦੋਂ ਟਰੰਪ ਜੀ ਆਏ ਨੇ ਇੱਥੇ ਤੇ ਉਦੋਂ ਜਿਹੜੀਆਂ ਗਰੀਬ ਬਸਤੀਆਂ ਸੀ ਉੱਥੇ ਕੰਧਾਂ ਬਣਵਾ ਦਿੱਤੀਆਂ, ਕੰਧਾਂ ਬਣਾਤੀਆਂ, ਕਵਰ ਕਰਤੀਆਂ, ਇੱਟਾਂ ਲਾਤੀਆਂ ਕਿ ਟਾਈਲਾਂ ਲਾ ਕੇ ਉਹਨੂੰ ਕਵਰ ਕਰ। ਕੰਧਾਂ ਦੇ ਓਲੇ ਉਹ ਸੀਗੇ ਜਿਹੜੇ ਗਰੀਬ ਨੇ, ਤੇ ਕੰਧ ਦੇ ਇੱਧਰ ਟਰੰਪ ਸਾਹਿਬ ਨੂੰ ਖੁਸ਼ਹਾਲੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਇਹ ਕਿਉਂ ਛੁਪਾਇਆ ਗਿਆ? ਗੱਲ ਇਹ ਹੈ ਕਿ ਜ਼ਖਮਾਂ ਨੂੰ ਕੱਪੜਿਆਂ ਦੇ ਅੰਦਰ ਛੁਪਾ ਦਿਓਗੇ ਤਾਂ ਜ਼ਖਮਾਂ ਦਾ ਇਲਾਜ ਇਹ ਤਾਂ ਨਹੀਂ ਹੈ। ਨਹੀਂ, ਉਹ ਤਾਂ ਜਿਹੜੇ ਜ਼ਖਮੀ ਆ ਜਾਂ ਜਿਹਨੂੰ ਪੀੜ ਹੋ ਰਹੀ ਹੈ, ਜਿਹੜਾ ਦਰਦ ਨਾਲ ਕੁਰਲਾਏਗਾ, ਉਹਨੂੰ ਤਾਂ ਪਤਾ ਹੀ ਹੈ ਕਿ ਮੈਂ ਭੁੱਖਾ ਹਾਂ, ਉਹ ਤਾਂ ਰੋਊਗਾ ਹੀ। ਤੇ ਹੱਸੂਗਾ ਕੌਣ? ਜਿਹੜਾ ਫਰੀ ਦੀ ਰੋਟੀ ਖਾ ਰਿਹਾ, ਜਿਹਦੇ ਬੋਝੇ ਉੱਦਾਂ ਹੀ ਭਰੇ ਜਾ ਰਿਹਾ, ਉਹ ਖਿੜਖੜਾ ਕੇ ਹੱਸੂਗਾ। ਤੇ ਰੋਣ ਵਾਲਾ ਬੰਦਾ ਜਿਹੜਾ ਵਿਲਕਦਾ ਕੌਣ ਹੁੰਦਾ? ਵਿਲਕਦੀਆਂ ਰੂਹਾਂ ਉਹੀ ਹੁੰਦੀਆਂ ਜਿਹੜੀਆਂ ਭੁੱਖੀਆਂ। ਐਗਜ਼ੈਕਟਲੀ। ਕਿਉਂਕਿ ਪੰਜਾਬ ਦੇ ਵਿੱਚ ਹੜ੍ਹ ਆਏ, ਮੀਂਹ ਪੈਂਦਾ ਤੇ ਅਮੀਰ ਲੋਕ ਕਹਿੰਦੇ ਨੇ ਸੁਹਾਨਾ ਮੌਸਮ ਹੈ, ਤੇ ਜਿਹੜੇ ਸੜਕਾਂ ਤੇ ਰੁਲਦੇ ਪਏ ਨੇ ਹੜ੍ਹਾਂ 'ਚ, ਦਿਨਾਂ ਦਾ ਸਭ ਤਬਾਹ ਹੋ ਗਿਆ। ਉਹਨਾਂ ਦੀ ਮੌਤ ਬਿਪਤਾ ਵਾ, ਉਹਨਾਂ ਦੀ ਬਹੁਤ ਕੁਛ। ਇਹੀ ਆ ਵੇਖਣ ਦਾ ਨਜ਼ਰ ਹੀ ਆ ਕਿ ਬੰਦੇ ਨੂੰ ਨਜ਼ਰ ਕੀ ਆ ਰਿਹਾ। ਨਜ਼ਰ ਉਹ ਆਇਆ ਵੀ ਉਹਦੇ ਢਿੱਡੋਂ ਭੁੱਖੀ ਤੇ ਮੇਲਾ ਲੱਖ ਨਾ ਦੇਵੇ। ਜਿਹੜਾ ਢਿੱਡੋਂ ਭੁੱਖਾ ਉਹਨੂੰ ਮੇਲਾ ਨਹੀਂ ਲੱਗਦਾ। ਕਹਿੰਦੇ ਕਈ ਲੋਕ ਜਿਹੜੇ ਆ ਨਾ, ਮੇਲੇ ਵਿੱਚ ਵੀ ਇਕੱਲੇ ਲੱਗਦਾ ਉਹਨਾਂ ਨੂੰ, ਮੇਲੇ ਵਿੱਚ ਵੀ ਮੇਲਾ ਨਹੀਂ ਲੱਗਦਾ ਉਹਨਾਂ ਨੂੰ ਜੀ, ਕਿਉਂਕਿ ਉਹਨਾਂ ਦੇ ਅੰਦਰ ਦੀ ਭਾਵਨਾ ਜਿਹੜੀ ਹੈ ਸੁੱਤੀ ਪਈ ਆ। ਉਹਨਾਂ ਦੇ ਅੰਦਰ ਭੁੱਖ ਆ, ਉਹਨਾਂ ਦੇ ਅੰਦਰ ਦਲਿੱਦਰ ਆ, ਉਹਨਾਂ ਦੇ ਅੰਦਰ ਬੜਾ ਕੁਛ ਹੋਰ ਜਿਹੜਾ ਦਰਦ ਛੁਪਿਆ ਪਿਆ। ਬਲਕਾਰ ਜੀ, ਅਗਲਾ ਮਸਲਾ ਆਪਾਂ ਲੈ ਰਹੇ ਹਾਂ। ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਹੋ ਗਈ ਹੈ, ਕਿਉਂਕਿ ਪਹਿਲਾਂ ਹੁੰਦੀ ਨਹੀਂ ਪਈ ਸੀ। ਤਾਂ ਫਿਰ ਕਾਂਗਰਸ ਤਿਆਰੀ ਕਰ ਰਹੀ ਸੀ ਕਿ ਅਸੀਂ ਫਿਰ ਤੋਂ ਸੁਪਰੀਮ ਕੋਰਟ ਜਾਣਾ ਤੇ ਉੱਥੇ ਜਾ ਕੇ ਅਸੀਂ ਇਸ ਮੁੱਦੇ ਦੇ ਉੱਤੇ ਬਹਿਸ ਕਰਨੀ ਹੈ। ਔਰ ਉਹ ਪਹਿਲਾਂ ਹੀ ਮੈਂਬਰਸ਼ਿਪ ਬਹਾਲ ਕਰ ਦਿੱਤੀ ਗਈ ਹੈ ਤੇ ਕਾਂਗਰਸ ਵਾਲੇ ਬੜੇ ਖੁਸ਼ ਨੇ, ਆਪਸ ਦੇ ਵਿੱਚ ਮੂੰਹ ਮਿੱਠਾ ਕਰਾਉਂਦੇ ਪਏ ਨੇ ਇੱਕ ਦੂਜੇ ਦਾ। ਹਾਂ, ਇਹ ਜਦੋਂ ਇਹ ਮਾਮਲਾ ਬੜਾ ਲੰਬਾ ਹੋ ਗਿਆ ਸੀਗਾ, ਜਦੋਂ ਕਿ ਬ੍ਰਿਟੇਨ ਤੋਂ ਆਏ ਆ, ਇਹ ਕਾਹਦੇ ਇੰਗਲੈਂਡ ਤੋਂ ਆਏ, ਇਹਨਾਂ ਦੇ ਗਲ 'ਚ ਤਾਂ ਹੋਰ ਹੀ ਸਾਫਾ ਪੈ ਗਿਆ। ਔਰ ਇਹਨਾਂ ਦੀ ਸੰਸਦ ਮੈਂਬਰਸ਼ਿਪ ਵੀ ਗਈ ਔਰ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਬੰਗਲਾ ਉਹ ਵੀ ਖੋਹ ਲਿਆ ਗਿਆ, ਜਿਹੜਾ ਰੈਜ਼ੀਡੈਂਸ ਸੀਗਾ ਇਹਨਾਂ ਦਾ ਉਹ ਵੀ ਖੋਹ ਲਿਆ ਗਿਆ। ਔਰ ਇਹਨਾਂ 'ਤੇ ਗੁਜਰਾਤ ਦੀ ਜਿਹੜੀ ਸੂਰਤ ਕੋਰਟ ਸੀਗੀ, ਉਹਨਾਂ ਨੇ ਇਹਨਾਂ ਨੂੰ 2 ਸਾਲ ਦੀ ਕੈਦ ਵੀ ਸੁਣਾ ਦਿੱਤੀ, ਸਜ਼ਾ ਵੀ ਸੁਣਾ ਦਿੱਤੀ। ਫਿਰ ਇਹ ਅੱਗੇ ਬਾਦਸ਼ਾਹ ਹਾਈ ਕੋਰਟ 'ਚ ਵੀ ਗਏ, ਉਹਦੇ ਵਿੱਚ ਵੀ ਇਹਨਾਂ ਨੂੰ ਇਸ ਤਰ੍ਹਾਂ ਦਾ ਹੀ ਮਿਲਿਆ ਸਾਰਾ ਕੁਝ। ਸੁਪਰੀਮ ਕੋਰਟ ਨੇ ਫਿਰ ਇਹਨਾਂ ਨੂੰ ਰਾਹਤ ਦੇ ਦਿੱਤੀ ਹੈ ਔਰ ਇਹਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਮੈਂਬਰਸ਼ਿਪ ਆ ਉਹ ਬਹਾਲ ਕਰ ਦਿੱਤੀ ਆ। ਬੰਗਲਾ ਵੀ ਇਹਨਾਂ ਨੂੰ ਮਿਲ ਗਿਆ, ਉਸੇ ਤਰ੍ਹਾਂ ਦੀ ਰਿਹਾਇਸ਼ ਜਿਹੜੀ ਇਹਨਾਂ ਦੀ ਆਪਣੀ ਸੀ ਉਹ ਹੈਗੀ ਆ। ਔਰ ਇਹਨਾਂ ਨੇ ਕਿਹਾ ਇਹ ਸਾਰਾ ਦੇਸ਼ ਮੇਰਾ ਘਰ ਹੈ, ਇਹ ਬੰਗਲਾ ਇਕੱਲਾ ਨਹੀਂ ਕਿ ਮੇਰਾ ਘਰ, ਪੂਰਾ ਦੇਸ਼ ਮੇਰਾ ਘਰ ਹੈ। ਮਣੀਪੁਰ ਮੇਰਾ ਘਰ ਹੈ, ਮੈਂ ਉੱਥੋਂ ਹੋ ਕੇ ਆਇਆ, ਮੈਂ ਉੱਥੇ ਸੜਕਾਂ 'ਤੇ ਘੁੰਮ ਕੇ ਆਇਆ, ਰੁੱਖਾਂ ਦੀ ਛਾਂ ਥੱਲੇ ਉਹਨਾਂ ਨਾਲ ਲੈ ਕੇ ਜੱਫੀ ਪਾ ਕੇ ਮਿਲ ਕੇ ਆਇਆ। ਔਰ ਉਹਨਾਂ ਦੀ ਖੁਸ਼ੀ ਦੇ ਵਿੱਚ ਇਹਨਾਂ ਨੇ ਬੜੇ ਪਿਆਰ ਨਾਲ ਇਹਨਾਂ ਨੂੰ ਨਵਾਜ਼ਿਆ ਵੀ ਆ ਸਾਰੇ ਲੋਕਾਂ ਨੇ। ਔਰ ਇਹਦੇ ਵਿੱਚ ਇਹਨਾਂ ਨੇ ਇਹ ਕਹਿਤਾ ਕਿ ਹੁਣ ਜਿਹੜੀ ਇਹਨਾਂ ਦੀ ਮੈਂਬਰਸ਼ਿਪ ਦੀ ਬਹਾਲੀ ਹੋ ਗਈ ਆ, ਇਹ ਪਾਰਲੀਮੈਂਟ ਦੇ ਵਿੱਚ ਬੋਲ ਵੀ ਸਕਦੇ ਆ, ਆਪਣਾ ਵਿਚਾਰ ਦੇ ਵੀ ਸਕਦੇ ਆ। ਪਰ ਜਦੋਂ ਇਹ ਗਏ ਉੱਥੇ ਪਾਰਲੀਮੈਂਟ ਵਿੱਚ, ਡਾਕਟਰ ਮਨਮੋਹਨ ਸਿੰਘ ਵੀਲ ਚੇਅਰ 'ਤੇ ਆਏ ਆ। ਵੀਲ ਚੇਅਰ 'ਤੇ ਆ ਕੇ ਉਹਨਾਂ ਨੇ ਆਪਣੀ ਜਿਹੜਾ ਵੋਟਿੰਗ ਦਿੱਤੀ ਹੈ, ਜਿਸ 'ਚ ਆਰਡੀਨੈਂਸ ਆਉਣਾ ਸੀਗਾ। ਔਰ ਲੋਕਾਂ ਨੇ ਉਹਨਾਂ ਨੂੰ ਇੰਨਾ ਸਤਿਕਾਰ ਕੀਤਾ ਉਹਨਾਂ ਦਾ ਕਿ ਤੁਹਾਡੇ ਵਾਲਾ ਜ਼ਮਾਨਾ ਲੱਦ ਚੁੱਕਿਆ ਵਾ, ਉਹ ਜ਼ਮਾਨਾ ਨਹੀਂ ਆਊਗਾ। ਜੋ ਤੁਸੀਂ ਬੋਲਦੇ ਜੋ ਕਰਦੇ ਸੀਗੇ ਉਹ ਸਾਡੇ ਲਈ ਹੁਣ ਸੁਪਨਾ ਬਣ ਕੇ ਰਹਿ ਗਿਆ।
ਬਹੁਤ ਵੱਡੀ ਹੈ ਵੈਲਕਮ ਕੀਤੀ ਉਹਨਾਂ ਦੀ। ਔਰ ਰਾਹੁਲ ਗਾਂਧੀ ਜੀ ਜਿੱਦਾਂ ਜਦੋਂ ਬਹਾਲੀ ਹੋਈ ਆ ਇਹ 'ਚ ਉਹਨਾਂ ਨੂੰ ਪਹਿਲਾਂ ਤਾਂ ਉਹਨਾਂ ਨੇ ਵੈਲਕਮ ਕੀਤੀ ਇਹਨਾਂ ਨੂੰ ਪਾਰਲੀਮੈਂਟ ਦੇ ਬੂਹੇ ਦੇ ਅੱਗੇ, ਫਿਰ ਮਠਿਆਈਆਂ ਦੇ ਡੱਬੇ ਵੰਡੇ ਆ, ਮੂੰਹ ਮਿੱਠੇ ਕਰਾਏ ਲੋਕਾਂ ਦੇ। ਇਹ ਹੁੰਦੀ ਵੈਲਕਮ, ਆਪਣੇ ਲੀਡਰ ਨੂੰ ਮੰਨਣ ਦੀ ਗੱਲ। ਔਰ ਆਉਣ ਦੇ ਵਿੱਚ ਉਹਨਾਂ ਨੇ ਵੀ ਬਾਕੀ ਪਾਰਟੀਆਂ ਨੇ ਕਹਿਤਾ ਕਿ ਸਾਡਾ ਵੁੱਡ ਬੀ ਪ੍ਰਾਈਮ ਮਿਨਿਸਟਰ ਹੈ, ਅਸੀਂ ਇਹਨਾਂ ਨੂੰ ਉਸੇ ਤਰ੍ਹਾਂ ਰੱਖਾਂਗੇ ਜਿਸ ਤਰ੍ਹਾਂ ਇਹਨਾਂ ਦਾ ਜੋ ਇਹਨਾਂ ਦਾ ਅੰਦਰੂਨੀ ਸੋਚ ਆ। ਔਰ ਇਸ ਤੋਂ ਬਾਅਦ ਜੋ ਪਾਰਲੀਮੈਂਟ ਦੇ ਵਿੱਚ ਇਹਨਾਂ ਦੇ ਨਾਲ ਹੋਇਆ ਕਿ ਜਦੋਂ ਬੋਲਣ ਲੱਗੇ ਇਹਨਾਂ ਨੂੰ ਬੋਲਣ ਨਹੀਂ ਦਿੱਤਾ ਗਿਆ, ਕਿਉਂਕਿ ਉਹਨਾਂ ਨੇ ਕਹਿਤਾ ਵੀ ਅਜੇ 137 ਦਿਨਾਂ ਬਾਅਦ ਇਹ ਫਿਰ ਦੁਬਾਰਾ ਆਪਣੀ ਬਹਾਲੀ 'ਚ ਆ ਗਏ ਆ, ਆਪਣੇ ਸ਼ਾਸਨ 'ਚ ਬੈਠਣ ਦਾ ਇਹਨਾਂ ਨੂੰ ਮਿਲ ਗਿਆ, ਕਿਉਂਕਿ ਸੈਸ਼ਨ ਖਤਮ ਹੋ ਰਿਹਾ ਸੀਗਾ। ਅਤੇ ਜੇ 2-4 ਦਿਨ ਹੋਰ ਲੱਗ ਜਾਂਦੇ ਤਾਂ ਸੈਸ਼ਨ ਦੇ ਵਿੱਚ ਇਹਨਾਂ ਦਾ ਉੱਕਾ ਪੁੱਕਾ ਖਾਲੀ ਜਾਣਾ ਸੀਗਾ, ਜਿਹੜਾ ਮੌਨਸੂਨ ਸੈਸ਼ਨ ਜਾ ਰਿਹਾ ਸੀਗਾ। ਔਰ ਇਹਨਾਂ ਦੇ ਆਉਣ ਨਾਲ ਉਹਨਾਂ ਨੇ ਕਿਹਾ, ਇੱਕ ਹੋਰ ਵੀ ਰੌਲਾ ਪੈ ਗਿਆ ਇਹਨਾਂ ਦਾ ਕਿ ਇਹਨਾਂ ਨੂੰ ਜਨ ਨਾਇਕ ਕਿਉਂ ਕਿਹਾ ਗਿਆ। ਉਹਨਾਂ ਨੇ ਕਿਹਾ ਕਿ ਜਨ ਨਾਇਕ ਨਹੀਂ, ਕਿ ਜਿਹੜੀ BJP ਨੇ ਕਹਿਤਾ ਕਿ ਉਹ ਕਿੱਧਰ ਦੀ ਕਹਿ ਦਿੱਤਾ ਇਹਨਾਂ ਨੂੰ, ਜਨ ਨਾਇਕ ਨਹੀਂ ਲੋਕਾਂ ਦੇ। ਕਿਉਂਕਿ ਜਦੋਂ ਕਿ ਇਹਨਾਂ ਨੇ ਭਾਰਤ ਜੋੜੋ ਯਾਤਰਾ ਕੀਤੀ ਤੇ ਲੋਕਾਂ ਨਾਲ ਮਿਲੇ ਆ, ਮੈਨ ਟੂ ਮੈਨ ਮਿਲੇ, ਲੋਕਾਂ ਨੇ ਇਹਨਾਂ ਨੂੰ ਬਹੁਤ ਵੈਲਕਮ ਤੇ ਪਿਆਰ ਕੀਤਾ ਅਤੇ ਇਹਨਾਂ ਨੇ ਕਹਤਾ ਜਨ ਨਾਇਕ ਹੋ ਗਏ, ਲੋਕਾਂ ਦੇ ਜਿਹੜੇ ਨਾਇਕ ਹੋ ਗਏ ਆ। ਅਤੇ ਉਹਨਾਂ ਨੇ ਜਿਹੜੇ ਮੰਤਰੀ ਨੇ ਉਹਨਾਂ ਦੇ BJP ਦੇ, ਉਹਨਾਂ ਨੇ ਤੇ ਵਿਰੋਧ ਕੀਤਾ ਵੀ ਇਹ ਗਲਤ ਸ਼ਬਦ ਹੈਗਾ, ਇਹਨੂੰ ਵਾਪਸ ਲੈਣਾ ਚਾਹੀਦਾ। ਔਰ ਖੜਕੇ ਸਾਹਿਬ ਨੇ ਕਹਿਤਾ ਲੋਕਾਂ ਨੂੰ ਪੁੱਛੋ, ਸਾਨੂੰ ਨਾ ਪੁੱਛੋ, ਜੋ ਲੋਕ ਨੇ ਉਹਨਾਂ ਨੂੰ ਮੈਨ ਟੂ ਮੈਨ ਜਾ ਕੇ ਪੁੱਛੋ ਕਿ ਇਹਨੂੰ ਕਿਸ ਤਰ੍ਹਾਂ ਮੰਨ ਰਹੇ ਆ, ਇਹਨੂੰ ਪਿਆਰ ਕਰ ਰਹੇ ਆ ਲੋਕ, ਇਹ ਲੋਕਾਂ ਦੀ ਗੱਲ ਵੱਖਰੀ 'ਚ ਆਉਂਦਾ ਵਾ, ਮਾਵਾਂ ਵਾਂਗੂ ਲੋਕਾਂ ਨੂੰ ਪਿਆਰ ਕਰਦਾ ਵਾ ਔਰ ਇਹਦੇ ਨਾਲ ਲੋਕ ਜ਼ਿਆਦਾ ਜੁੜ ਰਹੇ ਆ। ਇਹ ਹੁਣ ਸਾਨੂੰ ਨਹੀਂ ਪਤਾ ਕਿਉਂ ਜੁੜ ਰਹੇ ਆ, ਇਹ ਤੁਸੀਂ ਪਤਾ ਕਰੋ। ਅਤੇ ਜੇ ਤੁਸੀਂ ਨਖੇੜਾ ਕਰਨਾ ਚਾਹੁੰਦੇ ਤਾਂ ਲੋਕਾਂ ਨੂੰ ਸਮਝਾਓ ਕਿ ਇਹ ਕਿਉਂ ਨੇੜੇ ਆ ਰਹੇ ਆ, ਉਹਨਾਂ ਦੇ ਪਿਆਰ ਨਾਲ ਨੇੜੇ ਆ ਰਹੇ ਆ ਕਿ ਇਹਨਾਂ ਦੇ ਕਿਸੇ ਹੋਰ ਇਹਨਾਂ ਨੂੰ ਹਾਰ ਦੇਣ ਲਈ ਨੇੜੇ ਆ ਰਹੇ ਆ। ਪਰ BJP ਇੱਕ ਪਾਸੇ ਸਤਰਕ ਹੋ ਗਈ ਆ ਕਿ ਲੋਕ ਇਹਦੇ ਨੇੜੇ ਕਿੱਦਾਂ ਆ ਗਏ ਜੇ ਅੱਜ ਇੰਨਾ ਵੈਲਕਮ ਕਰਦੇ ਆ, ਇੰਨਾ ਪਿਆਰ ਕਰਦੇ ਆ। ਔਰ ਉਦੋਂ ਬਾਅਦ ਇਹ ਵੋਟਾਂ ਆ ਗਈਆਂ ਅਤੇ ਇਹ ਨਾ ਹੋਏ ਵੀ ਸਾਡੇ ਡੱਬੇ ਖਾਲੀ ਨਿਕਲਣ ਅਤੇ ਇਹਦੇ ਭਰੇ ਨਿਕਲਣ। ਇਸ ਕਰਕੇ ਸਾਨੂੰ ਇਸ ਗੱਲ ਦਾ ਵੀ ਖਦਸ਼ਾ ਹੈਗਾ। ਮੰਤਰੀ ਇਸ ਵੇਲੇ ਸਤਰਕ ਹੋ ਗਏ ਆ ਔਰ ਸਾਰੇ ਮੰਤਰੀ ਬੋਲੇ ਆ ਕਿ ਇਹਦੇ ਵਿੱਚ ਜਨ ਨਾਇਕ ਨਹੀਂ ਹੈਗੇ, ਇਹ ਸਿਰਫ ਮੈਂਬਰ ਪਾਰਲੀਮੈਂਟ ਹੀ ਆ। ਔਰ ਉਹਨਾਂ ਨੇ ਵੀ ਕਹਿਤਾ ਕਿ ਇਹ ਇਹਨਾਂ ਦਾ ਰਾਜ ਦਰਬਾਰ ਦਾ ਰਾਗ ਆ ਜਿਹੜਾ ਅਲਾਪ ਰਹੇ ਆ, ਉਹੀ ਰਾਗ ਆ ਜਿਹੜਾ ਪਹਿਲੋਂ ਅਲਾਪ ਦੇ ਰਹੇ ਇਹਦੇ ਸਾਰੇ ਪਰਿਵਾਰ 'ਚੋਂ, ਇਹਨਾਂ ਦਾ ਖਾਨਦਾਨ ਜੋ ਕਰਦਾ ਰਿਹਾ ਹੁਣ ਵੀ ਉਹੀ ਕਰੇਗਾ। ਔਰ ਕਈ ਤਰ੍ਹਾਂ ਦੀਆਂ ਪੜਚੋਲ, ਕਈ ਤਰ੍ਹਾਂ ਦੀਆਂ ਜਿਹੜੀਆਂ ਪੁੱਛੋ ਅੜਿੱਕਾ ਜਿਹੜਾ ਇਹਨਾਂ ਦੇ ਮਗਰ ਲਾ ਰੱਖਿਆ ਸੀਗਾ, ਕਿਉਂਕਿ ਵੋਟਾਂ ਨੇੜੇ ਆ ਗਈਆਂ। ਪਹਿਲਾਂ ਰਾਹੁਲ ਗਾਂਧੀ ਨੂੰ ਪੁੱਛਦਾ ਕੋਈ ਨਹੀਂ, ਜਦੋਂ ਗਿਆ ਆ ਗਿਆ ਚਲੇ ਗਿਆ, ਹੁਣ ਰਾਹੁਲ ਗਾਂਧੀ ਹੋ ਰਹੀ ਸਾਰੇ ਪਾਸੇ। ਐਕਚੁਅਲੀ ਪਿਛਲੇ 1 ਸਾਲ ਦੇ ਅੰਦਰ ਜੀ 1.5 ਸਾਲ ਦੇ ਅੰਦਰ ਜੋ ਇਹਨਾਂ ਨੇ ਕੀਤਾ ਹੈ ਰਾਹੁਲ ਗਾਂਧੀ ਨੇ, ਉਹਨਾਂ ਨਾਲ ਇਹਨਾਂ ਦੀ ਇਮੇਜ ਬੜੀ ਸਟਰੋਂਗ ਹੋਈ ਹੈ ਔਰ ਲੋਕਾਂ ਨੇ ਇਹਨਾਂ ਨੂੰ ਐਕਸੈਪਟ ਕੀਤਾ। ਸਹੀ ਗੱਲ, ਠੀਕ ਹੈ। ਔਰ ਇਹ ਵੀ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਦੇਖਦੇ ਹਾਂ ਜੋ ਟ੍ਰੋਲਿੰਗ ਚੱਲਦੀ ਆ ਕਿ ਰਾਹੁਲ ਗਾਂਧੀ ਨੂੰ ਇਮੇਜ ਨੂੰ ਖਰਾਬ ਕਰਨ ਵਾਸਤੇ ਵੀ ਕਾਫੀ ਵਿਰੋਧੀ ਧਿਰਾਂ ਨੇ ਕੋਸ਼ਿਸ਼ਾਂ ਕੀਤੀਆਂ ਕਿ ਰਾਹੁਲ ਗਾਂਧੀ ਦੀ ਇਮੇਜ ਖਰਾਬ ਕੀਤੀ ਜਾਏ। ਜੀ। ਪਰ ਜਦੋਂ ਰਾਹੁਲ ਗਾਂਧੀ ਨੂੰ ਅਸੀਂ ਮਿਲਦੇ ਹਾਂ, ਸਾਰੇ ਲੋਕ ਕਹਿੰਦੇ ਨੇ ਜਿਹੜੇ ਉਹਨਾਂ ਨੂੰ ਮਿਲਣ ਤੋਂ ਬਾਅਦ ਉਹਨਾਂ ਬਾਰੇ ਇੱਕ ਰਾਏ ਕਾਇਮ ਕਰਦੇ ਨੇ ਕਿ ਜਦੋਂ ਵੀ ਮਿਲਦੇ ਆ ਤਾਂ ਉਹਨਾਂ ਦੀ ਐਜੂਕੇਸ਼ਨ ਨੂੰ ਦੇਖਦੇ ਹਾਂ, ਉਹਨਾਂ ਦੀ ਵਿਚਾਰਧਾਰਾ ਨੂੰ ਦੇਖਦੇ ਹਾਂ ਔਰ ਪੜ੍ਹੇ ਲਿਖੇ ਔਰ ਜੋ ਇਹਨਾਂ ਦੀ ਭਾਰਤ ਜੋੜੋ ਯਾਤਰਾ ਰਹੀ ਹੈ, ਜੋ ਵੀ ਇਹਨਾਂ ਦੀਆਂ ਕਾਰਗੁਜ਼ਾਰੀਆਂ ਰਹੀਆਂ ਨੇ, ਸੋ ਉਹਦੇ ਵਿੱਚ ਇਹ ਸਟਰੋਂਗ ਹੋ ਕੇ ਨਿਕਲੇ ਨੇ, ਇਹਨਾਂ ਦਾ ਕੱਦ ਵਧਿਆ, ਇਹਨਾਂ ਦੀ ਪੋਜੀਸ਼ਨ ਸਟਰੋਂਗ ਹੋਈ ਹੈ। ਔਰ ਇਹ ਕੇਸ ਜਿਹੜਾ ਹੁਣ ਪਹਿਲਾਂ ਸੂਰਤ ਤੋਂ ਇਹਨਾਂ ਨੂੰ ਸਜ਼ਾ ਮਿਲੀ, ਹੁਣ ਸੁਪਰੀਮ ਕੋਰਟ ਤੇ ਸਟੇ ਹੋਈ ਤੇ ਹੁਣ ਉਸ ਤੋਂ ਬਾਅਦ ਇਹਨਾਂ ਦਾ ਕੱਦ ਹੋਰ ਵੱਧਦਾ ਪਿਆ, ਕਿਉਂਕਿ ਦੁਬਾਰਾ ਇਹਨਾਂ ਦੀ ਐਂਟਰੀ ਹੋਈ ਹੈ ਪਾਰਲੀਮੈਂਟ ਦੇ ਵਿੱਚ। ਸੋ ਦੇਖੋ ਆਉਣ ਵਾਲੀਆਂ ਜੋ ਇਲੈਕਸ਼ਨਸ ਨੇ ਉਹਨਾਂ ਦੇ ਵਿੱਚ ਕੀ ਨਤੀਜੇ ਬਣਦੇ ਨੇ, ਉਹ ਲੋਕਾਂ ਤੇ ਡਿਪੈਂਡ ਕਰਦਾ, ਮਾਹੌਲ ਬਣਦਾ, ਕਿਉਂਕਿ ਸਭ ਕੁਝ ਲੋਕਾਂ ਦੇ ਹੱਥ ਹੈ। ਔਰ ਇੱਕ ਦੂਜੇ ਨੂੰ ਨਿੰਦੀ ਜਾਓ, ਵਿਰੋਧੀ ਧਿਰ ਨੂੰ ਨਿੰਦਣ, ਉਹ ਵਿਰੋਧੀ ਧਿਰ ਨੂੰ ਨਿੰਦਣ, ਇਹ ਤਾਂ ਚੱਲਦਾ ਹੀ ਰਹਿੰਦਾ ਰਾਜਨੀਤੀ ਦੇ ਵਿੱਚ। ਪਰ ਅਸਲੀ ਨਤੀਜਾ ਲੋਕਾਂ ਦੇ ਹੱਥ ਹੈ, ਡਿਸਾਈਡ ਪਬਲਿਕ ਨੇ ਕਰਨਾ। ਸੋ ਇੱਥੇ ਡਿਸਾਈਡ ਬੀਬੀਆਂ ਕਰਦੀਆਂ ਪਈਆਂ ਨੇ। ਅੱਛਾ, ਇਹ ਕਿਧਰੋਂ? ਇਹ ਅਕਾਲੀ ਦਲ ਦੇ ਵਿੱਚ। ਤੇ ਸੁਖਬੀਰ ਬਾਦਲ ਜੀ ਕਹਿੰਦੇ ਨੇ ਕਿ ਅਸਫਲ ਰਹੇ ਨੇ। ਇਹ ਕਿਹਾ ਜਾਂਦਾ ਕਿ ਬੀਬੀਆਂ ਨੇ ਬਗਾਵਤ ਕਰ ਦਿੱਤੀ ਹੈ ਤੇ ਸੁਖਬੀਰ ਭਾਜੀ ਹੁਣ ਕਿੱਦਾਂ ਕਰਨ, ਇਹ ਸਮਝ ਨਹੀਂ ਆ ਰਿਹਾ। ਇਹ ਪਹਿਲਾਂ ਵੀ ਅਕਾਲੀ ਦਲ ਦੇ ਵਿੱਚ ਦਫਾੜ ਤੇ ਵਿਘਨ ਪੈਂਦਾ ਰਿਹਾ। ਪਹਿਲਾਂ ਵੈਟਰਨ ਜਿਹੜੇ ਪੁਰਾਣੇ ਅਕਾਲੀ ਦਲ ਦੇ ਨੇਤਾ ਸੀ ਉਹ ਵਿੱਚੋਂ ਛੱਡ ਕੇ ਚਲੇ ਗਏ ਸੀ, ਉਹਨਾਂ ਨੇ ਆਪਣਾ ਅਕਾਲੀ ਦਲ ਬਣਾ ਲਿਆ, ਜਿੱਥੇ ਢੀਂਡਸਾ ਸਾਹਿਬ ਨੇ, ਜਿੱਥੇ ਸੇਵਾ ਸਿੰਘ ਸੇਖਵਾਂ ਜੀ ਸਨ, ਅੱਜ ਕੱਲ੍ਹ ਉਹ ਦੁਨੀਆ 'ਤੇ ਨਹੀਂ ਹੈਗੇ, ਔਰ ਰਣਜੀਤ ਸਿੰਘ ਬ੍ਰਹਮਪੁਰਾ ਜੀ, ਉਹ ਸੀਗੇ ਵੱਡੇ ਲੀਡਰ, ਜਦੋਂ ਛੱਡ ਕੇ ਚਲੇ ਗਏ ਸੀਗੇ। ਹੁਣ ਬੀਬੀਆਂ ਨੇ ਇਹਦੇ ਵਿੱਚ ਰੋਸ ਪ੍ਰਗਟਾਇਆ, ਬਗਾਵਤ ਕਰਤੀ ਆ। ਉਹ ਇਸ ਕਰਕੇ ਕਿ ਜਿਹੜੀ ਇਸਤਰੀ ਦਲ ਜਿਹੜਾ ਅਕਾਲੀ ਦਲ ਆ ਨਾ, ਉਹ ਜਿਹੜੀ ਪ੍ਰਧਾਨ ਬਣਾਤੀ ਆ ਹਰਗੋਬਿੰਦ ਕੌਰ ਬੀਬੀ, ਔਰ ਉਹਦੇ ਵਿੱਚ ਉਹਨਾਂ ਨੇ ਰੋਸ ਪ੍ਰਗਟਾਇਆ ਕਿ ਉਹ ਕਿਸ ਤਰ੍ਹਾਂ ਬਣਾਤੀ। ਉਹ ਆਂਗਣਵਾੜੀ ਜਿਹੜਾ ਵਰਕਰਸ ਉਹਦੇ ਵਿੱਚ ਉਹ ਪ੍ਰਧਾਨ ਆ, ਉਹ ਤਾਂ ਉਸ ਪਾਸੇ ਜੌਬ ਕਰਦੇ ਆ, ਉਹਦੇ ਵਿੱਚ ਉਹਨਾਂ ਦਾ ਕੋਈ ਕੰਮ ਨਹੀਂ ਸੀਗਾ
ਤੇ ਬੀਬੀਆਂ ਇਸ ਗੱਲੋਂ ਦੁਖੀ ਹੋ ਗਈਆਂ ਕਿ ਇਹ ਕੀ ਕੰਮ ਕਰ ਦਿੱਤਾ ਆਪਣੇ ਸੁਖਬੀਰ ਬਾਦਲ ਜੀ ਨੇ ਉਹਨਾਂ ਨੂੰ ਪ੍ਰਧਾਨ ਬਣਾਤਾ। ਔਰ ਉਹਦੇ ਵਿੱਚ ਇਹਨਾਂ ਨੇ ਪ੍ਰਦਰਸ਼ਨ ਕੀਤਾ, ਰੌਲਾ ਪਾਇਆ, ਨਾਅਰੇਬਾਜ਼ੀ ਕੀਤੀ। ਤੇ ਬੀਬੀਆਂ ਨੂੰ ਸਮਝਾਉਣ ਲਈ ਸੁਖਬੀਰ ਬਾਦਲ ਜੀ ਗਏ ਔਰ ਉਹਨਾਂ ਦੇ ਉੱਤੇ ਲੈਕਚਰ ਝਾੜੇ, ਬੋਲੇ ਆ ਵੀ ਔਰ ਕਿਹਾ ਵੀ ਕਿ ਬੀਬੀਓ ਤੁਸੀਂ ਇਹ ਨਾ ਕਰੋ, ਮੈਂ ਉਹਨਾਂ ਨੂੰ ਬਣਾਇਆ ਇਸੇ ਕਰਕੇ ਤੁਹਾਡੇ ਸਹੂਲਤਾਂ ਲਈ, ਤੁਹਾਡਾ ਜਿਹੜਾ ਆਉਣ ਵਾਲਾ ਸਮਾਂ ਚੰਗਾ ਕਰਨ ਲਈ ਇਸਤਰੀ ਅਕਾਲੀ ਦਲ ਜਿਹੜਾ ਉਹਨੂੰ ਹੋਰ ਅੱਛਾ ਰੋਹਬਦਾਰ ਤੇ ਵਧੀਆ ਤਰੀਕੇ ਨਾਲ ਬਣਾਉਣ ਲਈ ਉਹ ਹੈ। ਤੁਸੀਂ ਵੀ ਉਹਦੇ 'ਚ ਸ਼ਾਮਲ, ਜੋ ਵੀ ਉਹ 'ਚ ਸ਼ਾਮਲ ਹੈਗੇ ਆ। ਔਰ ਤੁਸੀਂ ਜਦੋਂ ਕਹੋਗੇ ਮੈਂ ਤੁਹਾਡੇ 'ਚੋਂ ਵੀ ਬਹੁਤ ਬੀਬੀਆਂ ਨੂੰ ਇਸ ਤਰ੍ਹਾਂ ਦੀਆਂ ਉਪਾਧੀਆਂ ਦੇ ਸਕਦਾ। ਉਹ ਕਹਿੰਦੇ ਹੁਣ ਤਾਂ ਤੁਸੀਂ ਇਹਨੂੰ ਬਣਾਤਾ, ਹੁਣ ਸਾਡੇ ਵਿੱਚ ਤਾਂ ਕੋਈ ਇੱਦਾਂ ਦੀ ਨਹੀਂ ਹੈਗੀ ਵੀ ਅਸੀਂ ਉਹਦੇ ਮੁਕਾਬਲੇ 'ਚ ਖਲੋਈਏ। ਔਰ ਉਹਦੇ ਵਿੱਚ ਕਾਫੀ ਹੰਗਾਮਾ ਹੋਇਆ। ਆਖਰਕਾਰ ਜਾ ਕੇ ਉਹਨਾਂ ਨੂੰ ਸਭਾ ਉਸੇ ਤਰ੍ਹਾਂ ਸਮਾਪਤ ਕਰਨੀ ਪਈ ਕਿਉਂਕਿ ਕੋਈ ਬੀਬੀ ਉਸ ਪਾਸੇ ਨਹੀਂ ਆਈ ਔਰ ਨਾ ਉਹਨਾਂ ਨੇ ਇਹਨਾਂ ਦੀ ਗੱਲ ਮੰਨੀ ਹੈ। ਕਿਉਂਕਿ ਜਾਂ ਤਾਂ ਇਹਨਾਂ ਨੂੰ ਵਾਪਸ ਲੈ ਲੈਣਾ ਚਾਹੀਦਾ ਕਿ ਉਹ ਬੀਬੀ ਨਹੀਂ ਰਹੇਗੀ, ਅਸੀਂ ਹੋਰ ਜਿਹੜਾ ਤੁਸੀਂ ਚਾਹੁੰਦੇ ਉਹਨੂੰ ਬਣਾ ਦਿੰਦੇ ਹਾਂ। ਹੁਣ ਲੜਾਈ ਸਿਰਫ ਕੁਰਸੀ ਤੋਂ ਹੋ ਗਈ ਕਿ ਬੀਬੀਆਂ ਕੁਛ ਚਾਹੁੰਦੀਆਂ, ਅਸੀਂ ਚਾਹੁੰਦੀਆਂ ਵੀ ਬਣਨਾ ਚਾਹੁੰਦੀਆਂ। ਔਰ ਉਹ ਬੀਬੀ ਛੱਡ ਨਹੀਂ ਰਹੀ ਕੁਰਸੀ, ਉਹ ਕਹਿੰਦੀ ਮੈਂ ਹੀ ਪ੍ਰਧਾਨ ਹਾਂ, ਮੈਨੂੰ ਇਹਨਾਂ ਨੇ ਨੋਮੀਨੇਟ ਕਰ ਦਿੱਤਾ। ਤੇ ਸੁਖਬੀਰ ਬਾਦਲ ਸਾਹਿਬ ਨਹੀਂ ਇਸ ਗੱਲ 'ਤੇ ਆਉਂਦੇ। ਹੁਣ ਇਹ ਪੈ ਕੇ ਬਗਾਵਤ ਪੂਰੀ ਜ਼ੋਰਾਂ 'ਤੇ ਆ ਗਈ ਆ। ਅੱਗੇ ਬਜ਼ੁਰਗ ਜਿਹੜੇ ਅਕਾਲੀ ਦਲ ਦੇ ਨੇਤਾ ਸੀ ਉਹਨਾਂ ਨੇ ਕਰ ਦਿੱਤੀ, ਹੁਣ ਬੀਬੀਆਂ ਨੇ ਕਰਤੀ ਆ ਤੇ ਇਲੈਕਸ਼ਨਾਂ ਫਿਰ ਆ ਜਾਣੀਆਂ। ਅੱਗੇ 3 ਇਹਨਾਂ ਨੂੰ ਸੀਟਾਂ ਮਿਲੀਆਂ, ਹੁਣ ਆਉਣ ਵਾਲੇ ਸਮੇਂ 'ਚ ਹੁਣ ਪਤਾ ਨਹੀਂ ਵੀ 13 ਮਿਲਦੀਆਂ ਜਾਂ 2 ਮਿਲਦੀਆਂ ਜਾਂ 3 ਮਿਲਦੀਆਂ। ਇਹ ਡਿਸਾਈਡ ਕਰਨਗੇ ਫਿਰ ਬੀਬੀਆਂ ਹੀ, ਜ਼ਿਆਦਾ ਬੀਬੀਆਂ ਡਿਸਾਈਡ ਕਰਦੀਆਂ ਘਰਾਂ 'ਚ ਵੀ। ਜਦੋਂ ਘਰ ਦੇ ਬਜ਼ੁਰਗ ਨੇ ਜਾਂ ਜਿਹੜੇ ਹੈਗੇ ਆ, ਬੀਬੀਆਂ ਨੂੰ ਦੱਸਦੀਆਂ ਵੀ ਆਹ ਗੱਲ ਕਿੱਥੇ ਜਾਣੀ ਆ ਔਰ ਉਹ ਵੋਟ ਕਿਹਨੂੰ ਪਾਉਣੀ ਆ, ਕਿਹੜੇ ਚੋਣ ਨਿਸ਼ਾਨ 'ਤੇ ਮੋਹਰ ਲਾਉਣੀ ਆ, ਕਿਹਦੇ ਨਾਲ ਅਸੀਂ ਜਾਣਾ ਵਾ, ਅਸੀਂ ਉਹਦੇ ਨਾਲ ਉਹਨੂੰ ਵੋਟ ਪਾਵਾਂਗੇ ਜਿਹੜਾ ਸਾਨੂੰ ਕੰਮ ਦਿੰਦਾ, ਅਸੀਂ ਉਹਨੂੰ ਵੋਟ ਪਾਵਾਂਗੇ ਜਿਹੜਾ ਸਾਡੀ ਵਿਪਤਾ 'ਚ ਕੰਮ ਆਉਂਦਾ। ਇਹ ਬੀਬੀਆਂ ਵੱਲੋਂ ਵੀ ਸਾਰਾ ਕੁਝ ਹੁੰਦਾ। ਹੁਣ ਦੇਖੋ ਕਿਸ ਭਾਅ ਜਾ ਕੇ ਤੁਲਦਾ ਕੰਮ। ਸੁਖਬੀਰ ਬਾਦਲ ਜੀ ਨੂੰ ਅਸੀਂ ਇਹੀ ਬੇਨਤੀ ਕਰ ਸਕਦੇ ਹਾਂ ਜੀ, ਮਤਲਬ ਸਾਡੀ ਖੇਤਰੀ ਪਾਰਟੀ ਹੈ ਆਹ ਅਕਾਲੀ ਪਾਰਟੀ, ਬਿਲਕੁਲ ਬਿਲਕੁਲ ਬਹੁਤ ਪੁਰਾਣੇ ਸਮੇਂ ਤੋਂ ਪੰਜਾਬ ਵਾਸਤੇ ਕੁਰਬਾਨੀਆਂ ਵੀ ਦਿੱਤੀਆਂ ਨੇ। ਹਾਂ, ਵਿੱਚੋਂ ਜੇ ਕਾਫੀ ਵਿਰੋਧੀ ਧਿਰਾਂ ਨੇ ਨਿੰਦਿਆ ਵੀ ਕਿਆ ਆਊਟ ਆਫ ਟਰੈਕ ਹੋ ਗਈ ਹੈ, ਪਰਿਵਾਰਵਾਦ ਹਾਵੀ ਹੋ ਗਿਆ, तमाम ਤਰ੍ਹਾਂ ਦੀਆਂ ਗੱਲਾਂ ਨੇ। ਪਰ ਫਿਰ ਵੀ ਅਸੀਂ ਇਹ ਕਹਾਂਗੇ ਕਿ ਜਿੱਥੇ ਗਲਤੀਆਂ ਹੋਈਆਂ ਉਹ ਗਲਤੀਆਂ ਸੁਧਾਰੋ ਤੇ ਵਾਪਸ ਤੋਂ ਟਰੈਕ ਤੇ ਆਓ। ਜੋ ਇਹਦੀਆਂ ਪੁਰਾਤਨ ਲੀਹਾਂ ਨੇ, ਜੋ ਇਸ ਪਾਰਟੀ ਦੇ ਬਜ਼ੁਰਗਾਂ ਨੇ ਪਿਰਤਾਂ ਪਾਈਆਂ ਨੇ, ਉਹਨਾਂ ਤੇ ਤੁਰੋ ਔਰ ਮੁੜ ਤੋਂ ਇਸ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੋ ਕਿਉਂਕਿ ਬਹੁਤ ਉਮੀਦਾਂ ਰੱਖਦੇ ਨੇ ਪੰਜਾਬ ਦੇ ਲੋਕ ਇਸ ਪਾਰਟੀ ਕੋਲੋਂ, ਕਿਉਂਕਿ ਇਹ ਪਾਰਟੀ ਪੰਜਾਬ ਦੀਆਂ ਸਮੱਸਿਆਵਾਂ ਨੂੰ ਜੜ੍ਹਾਂ ਤੋਂ ਜਾਣਦੀ ਹੈ। ਸੋ ਬਲਕਾਰ ਜੀ ਆਪਣੇ ਦਰਸ਼ਕਾਂ ਨੂੰ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੇ ਵਿਚਾਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਹੁਣ ਚੱਲਿਆ ਜਾਏ, ਜ਼ਰੂਰ, ਪੱਕਾ। ਸਤਿ ਸ਼੍ਰੀ ਅਕਾਲ।